ਸਤਿ ਸ਼੍ਰੀ ਅਕਾਲ ਜੀ। ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਲਵੰਤ ਸਿੰਘ। ਮੈਂ ਔਰ ਡਾਕਟਰ ਅਮਰ ਸਿੰਘ ਆਜ਼ਾਦ, ਜਿਸ ਤਰ੍ਹਾਂ ਕਿ ਅਸੀਂ ਵਾਅਦਾ ਕੀਤਾ ਸੀ ਆਪਣਾ ਡਾਕਟਰ ਆਪ ਬਣਾਉਣ ਦਾ, ਅਤੇ ਡਾਕਟਰ ਅਮਰ ਸਿੰਘ ਆਜ਼ਾਦ ਨੇ ਵਾਅਦਾ ਕੀਤਾ ਸੀ ਕਿ ਅਸੀਂ ਟ੍ਰੇਨਿੰਗ ਦੇਵਾਂਗੇ, ਟ੍ਰੇਨਿੰਗ ਵੀਡੀਓ ਬਣਾਵਾਂਗੇ, ਅਤੇ ਉਹ ਟ੍ਰੇਨਿੰਗ ਵੀਡੀਓ ਦੇ ਰਾਹੀਂ ਅਸੀਂ ਅਲੱਗ-ਅਲੱਗ ਬਿਮਾਰੀਆਂ ਦੀ ਜਾਣਕਾਰੀ ਦੇ ਕੇ ਪਬਲਿਕ ਨੂੰ ਇਹ ਟ੍ਰੇਨਡ ਕਰਾਂਗੇ ਕਿ ਜੇਕਰ ਤੁਹਾਨੂੰ ਉਹ ਬਿਮਾਰੀ ਹੁੰਦੀ ਹੈ ਜਾਂ ਕਿਸੇ ਨੂੰ ਖੁਦਾ ਨਾ ਖਾਸਤਾ ਜੇਕਰ ਬਿਮਾਰੀ ਦੇ ਵਿੱਚੋਂ ਫਸ ਜਾਂਦਾ ਕੋਈ ਉਹਨਾਂ ਦਾ ਪਰਿਵਾਰਕ ਮੈਂਬਰ ਜਾਂ ਨੇੜਲਾ ਸੰਬੰਧੀ, ਤਾਂ ਉਹ ਉਸ ਦੀ ਮਦਦ ਕਿਵੇਂ ਕਰ ਸਕਦੇ ਨੇ, ਆਪਣੀ ਮਦਦ ਆਪ ਕਿਵੇਂ ਕਰ ਸਕਦੇ ਨੇ, ਘਰ ਬੈਠੇ ਆਪ ਕਿਵੇਂ ਠੀਕ ਹੋ ਸਕਦੇ ਨੇ। ਲੜੀਵਾਰ ਇਹ ਚੱਲੇਗਾ ਪ੍ਰੋਗਰਾਮ, ਅਤੇ ਇਸ ਪ੍ਰੋਗਰਾਮ ਦੇ ਵਿੱਚ ਡਾਕਟਰ ਅਮਰ ਸਿੰਘ ਆਜ਼ਾਦ ਅਲੱਗ-ਅਲੱਗ ਬਿਮਾਰੀਆਂ ਦੇ ਸੰਬੰਧੀ ਘਰ ਬੈਠ ਕੇ ਕਿਵੇਂ ਠੀਕ ਹੋ ਸਕਦੇ ਨੇ, ਅਤੇ ਜੇਕਰ ਐਮਰਜੈਂਸੀ ਹਾਲਾਤਾਂ ਦੇ ਵਿੱਚ ਕੁਛ ਕਰਨਾ ਵੀ ਪਿਆ ਤਾਂ ਆਪਾਂ ਕੀ ਕਰਾਂਗੇ, ਉਹਦੇ ਸੰਬੰਧੀ ਤੁਹਾਨੂੰ ਟ੍ਰੇਨਿੰਗ ਦੇਣਗੇ। ਆਓ ਆਪਾਂ ਡਾਕਟਰ ਅਮਰ ਸਿੰਘ ਆਜ਼ਾਦ ਹੋਣ ਦਾ ਸਵਾਗਤ ਕਰ ਲਈਏ, ਫਿਰ ਆਪਾਂ ਸ਼ੁਰੂ ਕਰਦੇ ਹਾਂ ਪ੍ਰੋਗਰਾਮ। ਡਾਕਟਰ ਸਾਹਿਬ, ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ 'ਤੇ ਬਹੁਤ ਬਹੁਤ ਸਵਾਗਤ ਹੈ ਜੀ। ਗੁਰੂ ਜੀ, ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ। ਡਾਕਟਰ ਸਾਹਿਬ, ਵਾਅਦੇ ਦੇ ਮੁਤਾਬਕ ਆਪਾਂ ਆ ਗਏ ਹਾਂ, ਅਤੇ ਫਿਰ ਸ਼ੁਰੂਆਤ ਜਿਹੜੀ ਆ ਉਹ ਇੱਕ ਆਯੁਰਵੇਦ ਦੇ ਵਿੱਚ ਇੱਕ ਚੀਜ਼ ਆਉਂਦੀ ਹੈ ਕਿ ਤੀਬਰ ਰੋਗ ਜਿਹੜੇ ਨੇ ਉਹ ਦੁਸ਼ਮਣ ਨਹੀਂ ਦੋਸਤ ਹੁੰਦੇ ਨੇ। ਸ਼ੁਰੂਆਤ ਦੀ ਫਿਰ ਗੱਲ, ਕਿਉਂਕਿ ਸ਼ੁਰੂਆਤ ਜਿਹੜੀ ਬਿਮਾਰੀ ਕੋਈ ਵੀ ਹੁੰਦੀ ਹੈ ਉਹ ਤੀਬਰ ਰੋਗ ਤੋਂ ਹੁੰਦੀ ਹੈ, ਕੁਛ ਵੀ ਲੱਛਣ ਨਿਕਲ ਕੇ ਬਾਹਰ ਆਉਂਦਾ, ਤਾਂ ਕਰਕੇ ਉਹ ਜਿਹੜਾ ਉਹ ਆਪਾਂ ਨੂੰ ਲੱਗਦਾ ਕਿ ਆਪਾਂ ਨੂੰ ਰੋਗ ਹੋ ਗਿਆ, ਬਟ ਉਹ ਰੋਗ ਨਹੀਂ ਹੁੰਦਾ ਅਸਲ ਦੇ ਵਿੱਚ, ਉਹ ਆਪਣਾ ਦੋਸਤ ਹੁੰਦਾ। ਆਪਾਂ ਨੂੰ ਜਾਂ ਤਾਂ ਆਪਣੀ ਇਮਿਊਨਿਟੀ ਵਧਾਉਣ ਨੂੰ ਆਇਆ ਹੁੰਦਾ, ਜਾਂ ਫਿਰ ਆਪਾਂ ਨੂੰ ਕੁਛ ਸੰਕੇਤ ਦੇ ਰਿਹਾ ਹੁੰਦਾ ਵੀ ਭਾਈ ਬਚੋ। ਅਤੇ ਕਿੱਥੋਂ ਸ਼ੁਰੂ ਕਰੋਗੇ? ਆਏ ਨਹੀਂ, ਬਹੁਤ ਵਧੀਆ ਸ਼ੁਰੂਆਤ ਹੈ ਆਪਣੀ। ਤੁਸੀਂ ਜਿਹੜੀ ਗੱਲ ਕੀਤੀ ਹੈ ਬਿਲਕੁਲ ਸਹੀ ਕੀਤੀ ਹੈ ਕਿ ਜਿਹੜੇ ਤੀਬਰ ਰੋਗ ਨੇ ਜਾਂ ਅਕਿਊਟ ਡਿਜ਼ੀਜ਼ਜ਼ ਨੇ, ਅਕਿਊਟ ਡਿਜ਼ੀਜ਼ਜ਼ ਅਸਲ ਵਿੱਚ ਕੋਈ ਡਿਜ਼ੀਜ਼ ਨਹੀਂ ਹੁੰਦੀਆਂ, ਕਿਉਂਕਿ ਇਹ ਇਸ ਵਿੱਚ ਸਰੀਰ ਨਹੀਂ ਬਿਮਾਰ ਹੁੰਦਾ, ਸਰੀਰ ਨਵੀਂ ਸਿਚੁਏਸ਼ਨ ਨੂੰ ਐਡਜਸਟ ਕਰ ਰਿਹਾ ਹੁੰਦਾ। ਜਿਹਦਾ ਉਦਾਹਰਨ ਦੇ ਤੌਰ 'ਤੇ ਆਪਾਂ ਲਈਏ ਕਿ ਵਾਇਰਲ ਫੀਵਰਸ ਨੇ ਜਿਹੜੇ ਅੱਜ ਕੱਲ੍ਹ ਦੇ ਚੱਲੇ ਹੋਏ, ਸਰਦੀਆਂ 'ਚ ਹੁੰਦੇ ਵਾਇਰਲ ਫੀਵਰਸ, ਜਿਹਨੂੰ ਆਮ ਭਾਸ਼ਾ 'ਚ ਆਪਾਂ ਨਜ਼ਲਾ ਜ਼ੁਕਾਮ ਕਹਿ ਦਿੰਦੇ ਹਾਂ, ਵਾਇਰਲ ਫੀਵਰ ਕਹਿ ਦਿੰਦੇ ਹਾਂ, ਫਲੂ ਕਹਿ ਦਿੰਦੇ ਹਾਂ, ਇਨਫਲੂਐਂਜ਼ਾ ਲਾਈਕ ਇਲਨੈਸ, ILI ਟੈਕਨੀਕਲੀ ਅਸੀਂ ਕਹਿੰਦੇ ਹਾਂ, ਇਨਫਲੂਐਂਜ਼ਾ ਲਾਈਕ ਇਲਨੈਸ। ਅਤੇ ਉਸੇ ਨੂੰ ਗਾਂ ਜਦੋਂ ਟੈਸਟ ਕਰ ਲੈਂਦੇ ਆ ਉਹ ਲੈਬੋਰਟਰੀ 'ਚ, ਅਤੇ ਉਹਦਾ ਫਿਰ ਨਾਂ ਅਲੱਗ-ਅਲੱਗ ਨਾਂ ਦੇ ਦਿੰਦੇ ਆ। ਕਿਸੇ ਨੂੰ ਇਨਫਲੂਐਂਜ਼ਾ ਕਹਿ ਦਿੰਦੇ ਆ, ਕਿਸੇ ਨੂੰ A, ਕਿਸੇ ਨੂੰ B, ਕਿਸੇ ਨੂੰ ਉਹ ਸਵਾਈਨ ਫਲੂ, ਕਿਸੇ ਨੂੰ ਕਰੋਨਾ, ਕਿਸੇ ਨੂੰ ਕੁਛ ਨਾ ਕੁਛ ਨਾਂ ਦੇ ਦਿੰਦੇ ਆ। ਐਕਚੁਅਲੀ ਸਾਰੇ ਹੀ ਇਹ ਕਾਮਨ ਗੱਲ ਹੈ ਕਿ ਇਨਫਲੂਐਂਜ਼ਾ ਲਾਈਕ ਇਲਨੈਸਿਸ ਨੇ, ਜਿਹਦੇ 'ਚ ਕਿ ਕਾਮਨ ਜਿਹੇ ਸਿੰਪਟਮ ਹੁੰਦੇ ਆ, ਜ਼ੁਕਾਮ ਹੁੰਦਾ, ਖਾਂਸੀ ਹੁੰਦੀ ਹੈ, ਨੱਕ ਵਗਦਾ, ਬੁਖਾਰ ਹੈ, ਹੱਡ ਪੈਰ ਟੁੱਟਦੇ ਆ, ਇਹ ਸਾਰਾ ਕੁਛ ਹੁੰਦਾ। ਉਹ ਕੀ ਆ? ਉਹ ਇਹ ਹੈ ਕਿ ਮੌਸਮ ਬਦਲ ਰਿਹਾ, ਠੰਡ ਵੱਧ ਰਹੀ ਹੈ, ਹਵਾ ਠੰਡੀ ਹੈ। ਹੁਣ ਹਵਾ ਨੇ ਸਾਡੇ ਫੇਫੜਿਆਂ 'ਚ ਜਾਣਾ। ਅਸੀਂ ਇਸ ਰੀਜਨ ਜਿਹੜਾ ਸਾਡਾ ਖਿੱਤਾ ਹੈ, ਮੰਨ ਲਓ ਇਹਦੀ ਉਦਾਹਰਨ ਲਈਏ ਆਪਾਂ, ਤਾਂ 45-46 ਡਿਗਰੀ ਤੋਂ ਲੈ ਕੇ ਲਗਭਗ 0 ਡਿਗਰੀ ਤੱਕ 2-3 ਡਿਗਰੀ ਵੀ ਟੈਂਪਰੇਚਰ ਆ ਜਾਂਦਾ। ਉਹ ਕਈ ਵਾਰੀ 0 ਵੀ ਟੱਚ ਕਰ ਜਾਂਦਾ। ਰਾਤ ਆਦਮਪੁਰ ਜਾਂ ਅੰਮ੍ਰਿਤਸਰ ਤਾਂ 0 ਡਿਗਰੀ ਪਹੁੰਚ ਜਾਂਦਾ, ਮਾਈਨਸ ਵੀ ਇੱਕ ਅੱਧੇ ਵਾਰੀ ਹੋਇਆ। ਤਾਂ ਇਹ ਜਿਹੜੀ ਰੇਂਜ ਹੈ ਐਡੀ ਵੱਡੀ ਟੈਂਪਰੇਚਰ ਦੀ, ਬਾਡੀ ਤਾਂ 1 ਡਿਗਰੀ ਟੈਂਪਰੇਚਰ ਨੂੰ ਵੀ ਬਰਦਾਸ਼ਤ ਨਹੀਂ ਕਰਦੀ, ਉਹਦੀ ਬਿਨਾਂ ਐਡਜਸਟ ਕਰੇ। ਉਹਦੇ 'ਚ ਕੋਈ ਇੱਦਾਂ ਦਾ ਨਹੀਂ ਹੈ ਕਿ ਮਕੈਨੀਕਲ ਗੱਲ ਨਹੀਂ ਹੈ ਕੋਈ, ਕਿ ਬਾਡੀ ਉਸ ਟੈਂਪਰੇਚਰ ਦੀ ਚੇਂਜ ਨੂੰ ਬਿਨਾਂ ਕੋਈ ਅਡੈਪਟੇਸ਼ਨ ਤੋਂ ਚਲਦੀ ਰਹੂਗੀ ਅਤੇ ਕੁਛ ਨਹੀਂ ਹੋਏਗਾ। ਉਹਦੇ 'ਚ ਟੈਂਪਰੇਚਰ ਦੀ ਵੇਰੀਏਸ਼ਨ, ਹਿਊਮਿਡਿਟੀ ਦੀ, ਯਾਨੀ ਕਿ ਜਿਹੜੀ ਹਵਾ 'ਚ ਸਿੱਲ ਹੈ ਉਹਦੀ ਵੇਰੀਏਸ਼ਨ, ਉਸ ਤੋਂ ਬਾਅਦ ਤੁਹਾਡਾ ਆ ਗਿਆ ਜਿਹੜਾ ਮੰਨ ਲਓ pH ਹੈ, ਕੋਈ ਸਾਡਾ ਹਵਾ ਦਾ ਐਸਿਡ ਐਲਕਲਾਈਨ ਮਾਦਾ ਉਹ 'ਚ ਆ ਗਿਆ ਜ਼ਿਆਦਾ ਕਿ ਐਸਿਡਿਕ ਮਾਦਾ ਹੈ। ਇਸ ਤਰ੍ਹਾਂ ਖਾਣ ਪੀਣ 'ਚ ਹੈ, ਐਲਕਲਾਈਨ ਹੈ ਕਿ ਐਸਿਡਿਕ ਹੈ। ਜਾਂ ਸਾਡੀ ਬਾਡੀ, ਅਸੀਂ ਬਹੁਤ ਜ਼ਿਆਦਾ ਐਸਿਡਿਕ ਫੂਡ ਖਾ ਲਿਆ ਤਾਂ ਉਹਦੇ 'ਚ ਇੱਕ ਪੁਆਇੰਟ ਕੁਛ ਦਾ ਵੀ pH ਦਾ ਵੈਲਿਊ ਜਿਹੜੀ ਹੈ ਬਾਡੀ ਨੂੰ ਐਡਜਸਟ ਕਰਨਾ ਪੈਂਦਾ, ਬਾਡੀ ਨੂੰ ਡਿਸਟਰਬ ਨਹੀਂ ਹੋਣ ਦਿੰਦੀ। ਆਪਾਂ ਸਾਰੇ ਜਾਣਦੇ ਹਾਂ ਕਿ ਸਾਡਾ ਜਿਹੜਾ ਟੈਂਪਰੇਚਰ ਹੈ ਬਾਡੀ ਦਾ, ਉਹ ਜਿੰਨਾ ਵੀ ਹੁੰਦਾ 37 ਡਿਗਰੀ ਸਮਥਿੰਗ ਜਾਂ 98 ਪੁਆਇੰਟ ਸਮਥਿੰਗ, ਉਹ ਜੋ ਵੀ ਹੈ ਉਹ ਫਿਕਸ ਰਹਿੰਦਾ, ਉਹ ਬਦਲਦਾ ਨਹੀਂ ਹੈ। ਤਾਂ ਹੀ ਸਾਨੂੰ ਆਪਣੀ ਵਾਰਮ ਬਲੱਡਡ ਐਨੀਮਲ ਅਸੀਂ, ਕਿ ਸਾਡਾ ਖੂਨ ਇੱਕੋ ਟੈਂਪਰੇਚਰ 'ਤੇ ਰਹਿੰਦਾ, ਸਰਦੀ ਹੋ ਜਾਏ ਗਰਮੀ ਹੋ ਜਾਏ। ਗਰਮੀ 'ਚ ਜੇ ਬਾਹਰਲਾ ਟੈਂਪਰੇਚਰ ਗਰਮੀ ਹੈ ਜ਼ਿਆਦਾ ਹੈ ਤਾਂ ਫਿਰ ਵੀ ਸਾਡੀ ਬਾਡੀ ਉੱਥੇ ਲਿਆਏਗੀ ਅਤੇ ਉਹਨੂੰ ਘਟਾ ਕੇ, ਜੇ ਸਰਦੀਆਂ 0 ਡਿਗਰੀ ਦੇ ਅੰਦਰ ਅਸੀਂ ਸਾਡੀ ਸਕਿਨ ਨੂੰ ਟੱਚ ਕਰ ਰਹੀ ਹੈ, ਉਹ 0 ਡਿਗਰੀ ਦੀ ਹਵਾ ਜਾਂ 4 ਡਿਗਰੀ ਦੀ ਹਵਾ ਜਾਂ 5 ਡਿਗਰੀ ਦੀ ਹਵਾ ਸਾਡੇ ਪੂਰੇ ਚਮੜੀ ਨੂੰ ਟੱਚ ਕਰਦੀ ਹੈ, ਫਿਰ ਸਾਡੇ ਅੰਦਰ ਹਵਾ ਦੇ ਤੌਰ 'ਤੇ ਜਾਂਦੀ ਹੈ। ਅਤੇ ਹਿਸਾਬ ਨਾਲ ਕਿੰਨਾ ਜ਼ਿਆਦਾ ਅਸੀਂ ਉਸ ਹਵਾ ਦੇ ਇਨ ਟੱਚ ਆ।
ਟੈਂਪਰੇਚਰ ਤਾਂ ਚਮੜੀ ਰਾਹੀਂ ਵੀ ਹੋ ਜਾਣਾ ਹੈ, ਲੈਣ ਦੇਣ, ਅਤੇ ਫੇਫੜਿਆਂ ਰਾਹੀਂ ਵੀ ਹੋ ਜਾਣਾ। ਬੋਡੀ ਕਿਵੇਂ ਐਡਜਸਟ ਕਰੇਗੀ? ਸੋ ਉਹ ਜਿਹੜੀ ਇਹ ਲੋੜ ਹੈ, ਨੀਡ ਹੈ ਬੋਡੀ ਦੀ ਐਡਜਸਟ ਕਰਨਾ ਆਪਣੇ ਆਪ ਨੂੰ, ਉਹ ਐਡਜਸਟ ਕਰਨ ਦੇ ਸਿੰਪਟਮ ਹੁੰਦੇ ਆ ਜਿਹੜੀ ਅਕਿਊਟ ਇਲਨੈਸ ਹੁੰਦੀ ਹੈ। ਅਤੇ ਉਸ ਅਕਿਊਟ ਇਲਨੈਸ ਜਦੋਂ ਬੋਡੀ ਨੂੰ ਲੱਗਦੀ ਹੈ ਕਿ ਮੈਂ ਆਪਣਾ ਨਾਰਮਲ ਛੋਟਾ ਮੋਟਾ ਕੰਮ ਕਰਕੇ ਨਹੀਂ ਐਡਜਸਟ ਕਰ ਪਾ ਰਹੀ, ਤਾਂ ਫਿਰ ਉਹ ਬੈਕਟੀਰੀਆ ਅਤੇ ਵਾਇਰਸ ਨੂੰ ਇਨਵਾਈਟ ਕਰਦੀ ਹੈ। ਇਨਵਾਈਟ ਕਰਦੀ ਹੈ? ਹਾਂ, ਇਨਵਾਈਟ ਕਰਦੀ ਹੈ ਵੀ ਮੇਰੇ ਸਿੰਪਟਮ ਪ੍ਰੋਡਿਊਸ ਕਰੋ। ਮਤਲਬ ਬਿਮਾਰੀ ਨੂੰ ਸੱਦਾ ਦਿੰਦੀ ਹੈ? ਸੱਦਾ ਦਿੰਦੀ ਹੈ ਵੀ ਬੁਖਾਰ ਚੜਾਓ, ਜ਼ੁਕਾਮ ਕਰੋ, ਖਾਂਸੀ ਲਾਓ, ਤਾਂ ਕਿ ਮੇਰੇ ਅੰਦਰ ਜੇ ਹਵਾ ਹੁਣ ਜੇ ਬੋਡੀ ਐਡਜਸਟ ਕਰ ਰਹੀ ਤਾਂ ਬਲਗਮ ਬਣਨੀ ਹੈ, ਅਤੇ ਜੇ ਖਾਂਸੀ ਨਹੀਂ ਲੱਗੇਗੀ ਬਲਗਮ ਕਿੱਦਾਂ ਨਿਕਲੇਗੀ? ਖਾਂਸੀ ਨਾਲ ਹੀ ਬਲਗਮ ਨਿਕਲੇਗੀ, ਛਿੱਕਾਂ ਲੱਗਣਗੀਆਂ ਤਾਂ ਹੀ ਬਲਗਮ ਨਿਕਲੇਗੀ। ਠੀਕ ਹੈ ਨਾ? ਬੁਖਾਰ ਹੋਏਗਾ ਤਾਂ ਹੀ ਪੂਰੀ ਬੋਡੀ ਦਾ ਜਿਹੜਾ ਸਿਸਟਮ ਹੈ ਉਹ ਫਾਸਟ ਚੱਲੇਗਾ। ਤਾਂ ਉਹ ਕੀ ਕਰਦੀ ਹੈ, ਉਹਦੇ 'ਚ ਬੈਕਟੀਰੀਆ ਜਾਂ ਵਾਇਰਸ ਦੀ ਹੈਲਪ ਲੈਂਦੀ ਬੋਡੀ, ਜਿਹਨੂੰ ਅਸੀਂ ਬਿਮਾਰੀਆਂ ਕਹਿ ਦਿੰਦੇ ਹਾਂ। ਉਹ ਜਿਹੜਾ ਸਾਰਾ ਡਰਾਮਾ ਆਪਾਂ ਫੇਸ ਕਰਕੇ ਚੁੱਕੇ ਹਾਂ ਪਿਛਲੇ 1.5-2 ਸਾਲ ਤੋਂ, ਉਹ ਸਾਰਾ ਜਿਹੜਾ ਕੀ ਹੈ, ਉਹ ਇੱਕ ਸਰਦੀਆਂ ਦੇ ਮੌਸਮ ਦਾ ਰੂਟੀਨ ਜੀ ਬਿਮਾਰੀ ਹੈ। ਹਜ਼ਾਰਾਂ ਸਾਲਾਂ ਤੋਂ ਜਦ ਦੀ ਮਨੁੱਖਤਾ ਬਣੀ ਹੈ, ਲੱਖਾਂ ਸਾਲਾਂ ਤੋਂ ਸਾਡਾ ਹਿੱਸਾ ਹੈ। ਇਕੱਲੀ ਮਨੁੱਖਤਾ ਦੀ ਨਹੀਂ, ਐਨੀਮਲ 'ਚ ਵੀ ਹੁੰਦਾ ਹੈ। ਤੁਸੀਂ ਦੇਖਿਆ ਹੋਣਾ ਡੰਗਰਾਂ ਨੂੰ ਵੀ ਜ਼ੁਕਾਮ ਲੱਗਦਾ, ਗਾਵਾਂ ਮੱਝਾਂ ਨੂੰ ਵੀ ਲੱਗਦਾ ਹੈ, ਸੂਰਾਂ ਨੂੰ ਵੀ ਲੱਗਦਾ ਹੈ, ਕੁੱਤਿਆਂ ਨੂੰ ਵੀ ਲੱਗਦਾ, ਹਰ ਚੀਜ਼ ਨੂੰ ਲੱਗਦਾ। ਤਾਂ ਇਹ ਕੀ ਹੁੰਦਾ, ਇਹ ਕੀ ਤਰੀਕਾ ਕਿ ਬੋਡੀ ਐਡਜਸਟ ਕਿੱਦਾਂ ਕਰ ਰਹੀ ਹੈ, ਅਤੇ ਉਹਦੇ 'ਚ ਬੋਡੀ ਨੇ ਵਾਇਰਸ ਦੇ ਅਤੇ ਬੈਕਟੀਰੀਆ ਦੀ ਕੀ ਹੈਲਪ ਲੈਣੀ ਹੈ। ਬੈਕਟੀਰੀਆ ਜਿਹੜੇ ਨੇ ਉਹ ਆਪਣੀ ਕਿਸਮ ਦੇ ਕੰਮ ਕਰਦੇ ਆ, ਵਾਇਰਸਿਸ ਆਪਣੀ ਕਿਸਮ ਦੇ ਕੰਮ ਕਰਦੀਆਂ ਨੇ। ਉਦਾਹਰਨ ਦੇ ਤੌਰ 'ਤੇ ਵਾਇਰਸਿਸ ਜਿਹੜੇ ਨੇ, ਈਵਨ ਕਿਉਂਕਿ ਜੇ ਬਹੁਤ ਜ਼ਿਆਦਾ ਤਬਦੀਲੀ ਆ ਰਹੀ ਹੈ ਤਾਂ ਸਾਡੀ ਈਵਨ ਜੀਨਸ ਨੂੰ ਵੀ ਐਡਜਸਟ ਕਰਨਾ ਪੈਂਦਾ, ਕਿਉਂਕਿ ਹਰ ਚੀਜ਼ ਜੀਨ ਦੇ ਕੰਟਰੋਲ 'ਚ ਹੈ। ਜੀਨ ਦੇ ਕੋਲ ਜਿਹਨੂੰ ਕਹਿੰਦੇ ਮਾਸਟਰ ਕੰਟਰੋਲ ਜਿਹੜਾ ਉਹ ਜੀਨਸ ਕੋਲ ਹੈ। ਜੀਨਸ ਜਿੱਥੋਂ ਦੇ ਜਿਹਨੂੰ ਕਹਿੰਦੇ ਮਾਸਟਰ ਨੇ ਸਾਰੇ ਬੋਡੀ ਦੇ। ਹੁਣ ਜੀਨਸ ਨੇ ਸਾਰਾ ਕੁਝ ਕਰਨਾ, ਉੱਦਾਂ ਦੇ ਹਾਰਮੋਨ ਬਣਾਉਣੇ ਹੈ, ਉੱਦਾਂ ਦੇ ਕੈਮੀਕਲ ਬਣਾਉਣੇ ਹੈ, ਮੌਸਮ ਦੇ ਹਿਸਾਬ ਨਾਲ, ਸਿੱਲ ਦੇ ਹਿਸਾਬ ਨਾਲ, ਸੁੱਕਾ ਗਿੱਲੀ ਹਵਾ ਹੈ ਕਿ ਕਿੱਦਾਂ ਦੀ ਹਵਾ ਹੈ, ਕਿ ਤੇਜ਼ ਚੱਲ ਰਹੀ ਹੈ ਕਿ ਹੌਲੀ ਚੱਲ ਰਹੀ ਹੈ, ਤੁਸੀਂ ਧੁੱਪ 'ਚ ਬੈਠੇ ਹੋ ਕਿ ਛਾਂ 'ਚ ਬੈਠੇ ਹੋ, ਕਿੰਨੀਆਂ ਚੇਂਜਸ ਹੀ ਰੋਜ਼, ਤੁਸੀਂ ਗੁੱਸੇ 'ਚੋਂ ਕਿ ਕੂਲ ਮਾਈਂਡ 'ਚੋਂ, ਤੁਸੀਂ ਬਹੁਤ ਜ਼ਿਆਦਾ ਐਕਟਿਵ ਹੋ ਕਿ ਤੁਸੀਂ ਬਹੁਤ ਜ਼ਿਆਦਾ ਸੁਸਤ ਹੋ। ਤਾਂ ਹਰ ਚੀਜ਼ ਦੀ ਸਿਚੁਏਸ਼ਨ ਨੂੰ ਬੋਡੀ ਨੂੰ ਐਡਜਸਟ ਕਰਨਾ ਹੁੰਦਾ, ਅਤੇ ਐਡਜਸਟ ਕਰਨ ਲਈ ਉਹ ਜੀਨਸ ਦੇ ਰਾਹੀਂ ਬੋਡੀ ਐਡਜਸਟਮੈਂਟ ਕਰਦੀ ਹੈ। ਤਾਂ ਵਾਇਰਸ ਦੀ ਹੈਲਪ ਬਹੁਤ ਜ਼ਰੂਰੀ ਹੈ। ਵਾਇਰਸ ਜੀਨਸ ਦੀ ਹੈਲਪ ਕਰਦੇ ਆ ਐਡਜਸਟ ਕਰਨ ਵਾਸਤੇ। ਸੋ ਇਸ ਕਰਕੇ ਆਪਾਂ ਵਾਪਸ ਆਈਏ ਉਹਦੇ ਨਟਸ਼ੈਲ 'ਤੇ ਕਿ ਜਿਹੜੀਆਂ ਤੀਬਰ ਬਿਮਾਰੀਆਂ ਹੁੰਦੀਆਂ ਨੇ, ਅਕਿਊਟ ਇਲਨੈਸਿਸ ਨੇ, ਇਹ ਬਿਮਾਰੀਆਂ ਨਹੀਂ ਕਹਿਣਾ ਚਾਹੀਦਾ ਇਹਨੂੰ, ਇਹ ਬੋਡੀ ਦਾ ਡਿਫੈਂਸ ਮੈਕੈਨਿਜ਼ਮ ਸਟਰੋਂਗ ਕਰਨ ਲਈ, ਚੇਂਜ ਕਰਨ ਲਈ, ਬੋਡੀ ਨੂੰ ਐਡਜਸਟ ਕਰਨ ਲਈ, ਬੋਡੀ ਨੂੰ ਅਡੈਪਟ ਕਰਨ ਲਈ ਅਡੈਪਟੇਸ਼ਨ ਪ੍ਰੋਸੈਸ ਹੈ ਅੰਗਰੇਜ਼ੀ 'ਚ ਆਪਾਂ ਕਹੀਏ। ਯਾਨੀ ਕਿ ਆਪਣੇ ਆਪ ਨੂੰ ਆਪਣੇ ਆਲੇ ਦੁਆਲੇ ਦੇ ਹਿਸਾਬ ਨਾਲ, ਆਪਣੇ ਮਾਹੌਲ ਦੇ ਹਿਸਾਬ ਨਾਲ, ਆਪਣੇ ਸਾਰੇ ਜੋ ਵੀ ਕੰਪਲੈਕਸ ਸਾਡੇ ਆਲੇ ਦੁਆਲੇ ਹੈਗਾ, ਚਾਹੇ ਸਾਡੇ ਅੰਦਰ ਹਵਾ ਜਾ ਰਹੀ ਜਾਂ ਪਾਣੀ ਜਾ ਰਿਹਾ, ਜਾਂ ਅੱਖਾਂ ਰਾਹੀਂ ਜਾ ਰਿਹਾ ਜਾਂ ਕੰਨਾਂ ਰਾਹੀਂ ਜਾ ਰਿਹਾ, ਜਾਂ ਸ਼ੋਰ ਹੈ ਜਾਂ ਨਹੀਂ ਸ਼ੋਰ, ਤਾਂ ਹਰ ਚੀਜ਼ ਨੂੰ ਐਡਜਸਟ ਕਰਨਾ। ਤਾਂ ਉਹਦੀ ਐਡਜਸਟਮੈਂਟ ਹੈ ਉਹ ਨੋਰਮਲੀ ਵੀ ਬੋਡੀ ਕਰਦੀ ਹੈ, ਅਤੇ ਜਦੋਂ ਨੋਰਮਲੀ ਉਹਨੂੰ ਕਰਨ 'ਚ ਦਿੱਕਤ ਆਉਂਦੀ ਹੈ ਤਾਂ ਉਹ ਫਿਰ ਬੈਕਟੀਰੀਆ ਦੇ ਵਾਇਰਸ ਦੀ ਹੈਲਪ ਲਈ ਜਾਂਦੀ ਹੈ। ਸੋ ਇਹ ਮੋਟਾ ਜਿਹੜੀ ਸਮਝ ਹੈ ਕਿ ਚਾਹੇ ਉਹ ਖਾਂਸੀ ਹੈ, ਚਾਹੇ ਉਹ ਛਿੱਕਾਂ ਨੇ, ਚਾਹੇ ਉਹ ਖਾਰਿਸ਼ ਹੈ, ਚਾਹੇ ਉਹ ਦਰਦ ਹੈ, ਚਾਹੇ ਉਹ ਬੁਖਾਰ ਹੈ, ਚਾਹੇ ਉਹ ਉਲਟੀਆਂ ਲੱਗਣਾ ਹੈ ਜਾਂ ਪਾਟੀਆਂ ਲੱਗਣਾ ਹੈ, ਤਾਂ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਅਲਟੀਮੇਟਲੀ ਸਾਡੀ ਬੋਡੀ ਨੂੰ ਦੇ ਵਿੱਚੋਂ ਜਾਂ ਤਾਂ ਟੌਕਸਿਨਸ ਕੱਢਣ ਲਈ ਜਾਂ ਬੋਡੀ ਨੂੰ ਅਡੈਪਟ ਕਰਨ ਲਈ। ਟੌਕਸਿਨ ਕੱਢਣ ਲਈ ਬੋਡੀ ਬਹੁਤ ਕੁਝ ਕਰਦੀ ਹੈ। ਮਤਲਬ ਤੁਹਾਨੂੰ ਖਾਂਸੀ ਲੱਗ ਗਈ, ਬਲਗਮ ਨਿਕਲੇਗੀ, ਛਿੱਕਾਂ ਲੱਗ ਗਈਆਂ, ਪਾਣੀ ਨਿਕਲੇਗਾ, ਪੋਟੀ ਲੱਗ ਗਈ, ਲੂਜ਼ ਮੋਸ਼ਨਸ ਆਉਣਗੇ, ਉਲਟੀ ਲੱਗ ਜੂਗੀ, ਬਾਹਰ ਨਿਕਲ ਜਾਏਗਾ। ਤਾਂ ਬੋਡੀ, ਇਹਦਾ ਮਤਲਬ ਬੋਡੀ ਜਾਂ ਤਾਂ ਕੋਈ ਅਨਵਾਂਟਡ ਚੀਜ਼ ਚਲੀ ਗਈ, ਬੋਡੀ ਨੂੰ ਬਾਹਰ ਕੱਢਣਾ ਚਾਹ ਰਹੀ ਹੈ, ਜਾਂ ਬੋਡੀ ਅਕੋਰਡਿੰਗਲੀ ਐਡਜਸਟ ਕਰਨਾ ਚਾਹ ਰਹੀ। ਸੋ ਕੁਛ ਨਾ ਕੁਛ ਬੋਡੀ ਦਾ ਲੋੜ ਹੈ ਬੋਡੀ ਦੀ ਉਹ ਸਿੰਪਟਮ ਪ੍ਰੋਡਿਊਸ ਕਰਨੇ। ਸੋ ਉਹ ਲੋੜ ਨੂੰ ਪੂਰੀ ਕਰਨ ਲਈ ਬੋਡੀ ਜਿਹੜੀ ਆ ਉਹਨਾਂ ਬਿਮਾਰੀਆਂ ਦਾ ਸਹਾਰਾ ਲੈਂਦੀ ਹੈ। ਇਸ ਕਰਕੇ ਇਹਨਾਂ ਬਿਮਾਰੀਆਂ ਨੂੰ ਕਦੀ ਵੀ ਆਪਾਂ ਨੂੰ ਘਬਰਾਉਣਾ ਨਹੀਂ ਚਾਹੀਦਾ, ਅਤੇ ਇਹਨਾਂ ਨੂੰ ਹਮੇਸ਼ਾ ਜੀ ਆਇਆਂ ਕਹਿਣਾ ਚਾਹੀਦਾ। ਅਤੇ ਕੁਦਰਤ ਦੀ ਭਾਸ਼ਾ ਜਿਹੜੀ ਸਿੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜਦੋਂ ਮੰਨ ਲਓ ਮੇਰੇ 'ਚ ਕੋਈ ਅਲਾਮਤ ਆਈ ਤਾਂ ਮੈਨੂੰ ਇਹ ਸੋਚਣਾ ਚਾਹੀਦਾ ਕਿ ਮੈਨੂੰ ਕਿਉਂ ਉੱਦਾਂ ਹੋ ਰਿਹਾ, ਅਤੇ ਮੈਂ ਕੋਈ ਇੱਕਦਮ ਠੰਡੀ ਹਵਾ ਚਲਾ ਗਿਆ ਹੋਵਾਂ, ਇੱਕਦਮ ਮੈਂ ਅੰਦਰ ਬੈਠਾ ਸੀ ਕਮਰੇ 'ਚ, ਗਰਮ ਹਵਾ ਸੀਗੀ, ਮੈਂ ਇੱਕਦਮ ਬਾਹਰ ਚਲਾ ਗਿਆ, ਤਾਂ ਬੋਡੀ ਨੂੰ ਇੱਕਦਮ ਜਦੋਂ ਐਡਜਸਟ ਕਰਨਾ ਪਿਆ ਤਾਂ ਬੋਡੀ ਨੂੰ ਤਾਂ ਸੰਕਟ ਖੜ੍ਹਾ ਹੋ ਗਿਆ।
ਵੀ ਕਿਵੇਂ ਐਡਜਸਟ ਕਰੋ, ਤਾਂ ਬੋਡੀ ਨੇ ਫਟਾਫਟ ਬੈਕਟੀਰੀਆ ਅਟਕਾ ਵਾਇਰਸ ਨੂੰ ਇਨਵਾਈਟ ਕੀਤਾ ਵੀ ਆ ਜਾਓ ਫਟਾਫਟ, ਇੱਕ ਸੰਕਟ ਆ ਗਿਆ ਕੋਈ। ਤਾਂ ਸੰਕਟ ਵੇਲੇ ਬੋਡੀ ਹਮੇਸ਼ਾ ਯਾਦ ਕਰਦੀ ਹੈ ਆਪਣੇ ਜਿਹੜੇ ਦੋਸਤ ਨੇ ਉਹਦੇ, ਉਹ ਹੈ ਮਾਈਕਰੋਬਾਟਾ, ਮਾਈਕਰੋਬਾਇਓਮ। ਸਾਡੇ ਬੋਡੀ ਦੇ ਅੰਦਰ ਸਾਡਾ ਸੂਖਸ਼ਮ ਜੀਵ ਨੇ ਸਾਡੇ ਦੋਸਤ, ਫਿਰ ਬੋਡੀ ਉਹਨਾਂ ਨੂੰ ਇਨਵਾਈਟ ਕਰਦੀ ਹੈ, ਉਹਨਾਂ ਦੀ ਮਦਦ ਲੈਂਦੀ ਹੈ, ਤਾਂ ਉਹਨਾਂ ਨੂੰ ਆਪਾਂ ਅਕਿਊਟ ਬਿਮਾਰੀਆਂ ਕਹਿ ਦਿੰਦੇ ਹਾਂ। ਡਾਕਟਰ ਸਾਹਿਬ ਤੁਸੀਂ ਅਕਿਊਟ ਬਿਮਾਰੀਆਂ ਜਿਹੜੀ ਤੀਬਰ ਰੋਗਾਂ ਦੇ ਕੁਝ ਜ਼ਿਕਰ ਕੀਤਾ, ਬੁਖਾਰ, ਖਾਂਸੀ, ਜ਼ੁਕਾਮ, ਪੋਟੀਆਂ ਲੱਗ ਗਈਆਂ, ਉਲਟੀ ਲੱਗ ਗਈ, ਹੈ ਨਾ, ਇਹਨਾਂ ਚੀਜ਼ਾਂ ਦੇ ਤੁਸੀਂ ਜ਼ਿਕਰ ਕੀਤਾ ਹੈਗਾ। ਹੁਣ ਆਪਾਂ ਆਈਏ ਕੁਝ ਰੋਗ ਹੋਰ ਵੀ ਅਜਿਹੇ ਨੇ ਵੀ ਆਪਾਂ ਨੂੰ ਵਿੱਚ ਡਿਫਾਈਨ ਕਰਨਾ ਪਏਗਾ ਵੀ ਕੀ ਉਹ ਵੀ ਹੈਗੇ ਨੇ, ਜਿਵੇਂ ਯੂਰਿਕ ਐਸਿਡ ਵੱਧ ਗਿਆ, ਜਿਵੇਂ TSH ਕਿਸੇ ਦੇ ਵੱਧ ਗਏ, ਜਿਵੇਂ ਕਿਸੇ ਨੂੰ BP ਕਿਸੇ ਦਾ ਵੱਧ ਗਿਆ, ਕੀ ਇਹ ਵੀ ਅਕਿਊਟ ਇਸ ਤਰ੍ਹਾਂ ਦੇ ਰੋਗ ਵੀ ਜਿਹੜੇ ਅਕਿਊਟ ਰੋਗਾਂ ਦੇ ਵਿੱਚ ਆ ਜਾਂਦੇ ਨੇ? ਔਰ ਅਕਿਊਟ ਸ਼ਕਲ ਲੈ ਜਾਂਦੇ ਕਈ ਵਾਰੀ, ਇਹ ਜਿਵੇਂ ਗਾਊਟ ਹੈ, ਜਿਵੇਂ ਤੁਸੀਂ ਯੂਰਿਕ ਐਸਿਡ ਦੀ ਗੱਲ ਕੀਤੀ ਹੈ, ਕਈ ਵਾਰੀ ਅਕਿਊਟ ਹੋ ਜਾਂਦਾ, ਪਰ ਉਹ ਪਹਿਲਾਂ ਕਰੋਨਿਕ ਹੁੰਦਾ, ਬਾਅਦ 'ਚ ਅਕਿਊਟ ਔਨ ਕਰੋਨਿਕ ਹੁੰਦਾ। ਉਹ ਜਾਂ ਪਹਿਲਾਂ ਕਰੋਨਿਕ ਹੁੰਦਾ, ਕਰੋਨਿਕ ਚੱਲ ਰਿਹਾ, ਜਦੋਂ ਕਿਤੇ ਕੋਈ ਸਟਿਮੂਲਸ ਆਇਆ ਇੱਦਾਂ ਦਾ ਕੋਈ ਨੈਗੇਟਿਵ, ਤਾਂ ਫਿਰ ਕਰੋਨਿਕ ਅਕਿਊਟ ਹੋ ਜਾਂਦਾ, ਉਹ ਵੀ ਹੋ ਜਾਂਦਾ। ਜਾਂ ਜੇ ਤੁਸੀਂ ਗੱਲ ਕਹੀ ਹੈ ਕਿ ਜੇ ਅਕਿਊਟ ਨੂੰ ਆਪਾਂ ਉਦਾਹਰਨ ਦੇ ਤੌਰ 'ਤੇ ਆਪਾਂ ਜਿਹੜੀ ਅਕਸਰ ਆਪਾਂ ਕਰ ਰਹੇ ਹਾਂ, ਸਪੋਜ਼ ਆਪਾਂ ਨੂੰ ਫੀਵਰ ਹੋਇਆ, ਹੁਣ ਫੀਵਰ ਇੱਕ ਉਦਾਹਰਨ, ਐਸੀ ਉਦਾਹਰਨ ਹੈ ਜਿਹੜੀ ਕਿ ਬੜੀ ਵੰਡਰਫੁਲ ਉਦਾਹਰਨ ਹੈ, ਅਤੇ ਇਹ ਸਾਡੇ ਪੁਰਖਿਆਂ ਤੋਂ, ਸਾਡੇ ਜਿਹੜਾ ਫਾਦਰ ਆਫ ਮੈਡੀਸਨ ਹਿਪੋਕਰੇਟਸ ਆ, ਉਹਨੇ ਵੀ ਕਿਹਾ ਗਿਵ ਮੀ ਫੀਵਰ ਆਈ ਵਿਲ ਕਿਉਰ ਐਵਰੀ ਡਿਜ਼ੀਜ਼। ਤਾਂ ਉਹ ਅੱਜ ਕੱਲ੍ਹ ਨਕਲੀ ਫੀਵਰ ਪ੍ਰੋਡਿਊਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਸੀਂ ਆਰਟੀਫਿਸ਼ੀਅਲ ਫੀਵਰ ਪ੍ਰੋਡਿਊਸ ਕਰਨਾ ਚਾਹੁੰਦੇ ਹਾਂ ਟੂ ਕਿਉਰ ਡਿਜ਼ੀਜ਼ ਲਾਈਕ ਕੈਂਸਰ। ਹੁਣ ਕੈਂਸਰ ਕੋਈ ਉਹ ਬਿਮਾਰੀਆਂ ਜਿਹਨਾਂ 'ਚ ਫੀਵਰ ਨਹੀਂ ਹੁੰਦਾ, ਉਹਦੇ 'ਚ ਇਹ ਗੱਲ ਸਾਹਮਣੇ ਆ ਰਹੀ ਕਿ ਜੇ ਫੀਵਰ ਹੋ ਜਾਵੇ ਤਾਂ ਬਿਮਾਰੀ ਜਲਦੀ ਠੀਕ ਹੋ ਜਾਂਦੀ ਹੈ। ਤਾਂ ਇਸ ਕਰਕੇ ਜਿਹੜੀ ਉਦਾਹਰਨ ਹੈ ਕਿ ਜੇ ਆਪਾਂ ਉਹਨੂੰ ਦਬਾ ਦਾਂਗੇ, ਮੰਨ ਲਓ ਫੀਵਰ ਹੋਇਆ ਸਾਨੂੰ, ਅਸੀਂ ਦੇ ਪੈਰਾਸੀਟਾਮੋਲ ਤੇ ਡੋਲੋ 650, ਡੋਲੋ 500 ਜੇ ਉਹ ਅਸੀਂ ਦੇ ਕੇ, ਜਿਵੇਂ ਹੋਇਆ ਪਿਛਲੇ ਵਰਤਾਰੇ 'ਚ ਵੀ ਇਹਨਾਂ ਨੇ TDS ਤਿੰਨ ਵਾਰੀ, ਫੀਵਰ ਹੋਣ ਹੀ ਨਹੀਂ ਦੇਣਾ। ਫੀਵਰ ਨਹੀਂ ਹੋਣ ਦੋਗੇ ਤਾਂ ਹੋਊਗਾ ਕਿ ਅਲਟੀਮੇਟਲੀ ਬੋਡੀ ਦਾ ਡਿਫੈਂਸ ਸਿਸਟਮ ਫਿਰ ਵੀਕ ਦਾ ਵੀਕ, ਬੋਡੀ ਦਾ ਡਿਫੈਂਸ ਸਿਸਟਮ ਸਟਰੋਂਗ ਕਰਨ ਦੀ ਕੋਸ਼ਿਸ਼ ਕਰ ਰਹੀ ਸੀ, ਤੁਸੀਂ ਐਸੇ ਬੇਵਕੂਫ ਨਿਕਲੇ ਕਿ ਤੁਸੀਂ ਉਹਨੂੰ ਸਟਰੋਂਗ ਕਰਨ ਹੀ ਨਹੀਂ ਦਿੱਤਾ, ਤੇ ਫਿਰ ਲੰਬਾ ਬੁਖਾਰ ਚੜਾ ਕੇ ਵੀ ਬਿਮਾਰੀ ਠੀਕ ਕੀਤੀ ਜਾਂਦੀ, ਇਹ ਤਾਂ ਪਹਿਲੀ ਵਾਰੀ ਸੁਣਿਆ। ਬਿਲਕੁਲ ਬਿਲਕੁਲ। ਕਿਹੜੇ ਰੋਗ ਠੀਕ ਕੀਤੇ ਜਾ ਸਕਦੇ? ਕੋਈ ਵੀ ਉਹ ਰੋਗ ਜਿਹੜਾ ਕਰੋਨਿਕ ਹੈ, ਜੇ ਫੀਵਰ ਨਹੀਂ ਹੋ ਰਿਹਾ, ਉਹ ਕਹਿੰਦੇ ਜੇ ਫੀਵਰ ਹੋਣ ਲੱਗ ਜੇ ਕਿਸੇ ਤਰੀਕੇ ਤਾਂ ਬਿਮਾਰੀ ਜਲਦੀ ਠੀਕ ਹੋ ਜਾਂਦੀ ਹੈ। ਉਦਾਹਰਨ ਦੇ ਤੌਰ ਤੇ ਕਿਹੜੇ? ਸੋ ਕੈਂਸਰ, ਪਾਰਟੀਕੂਲਰ ਕੈਂਸਰ ਦੀ ਉਦਾਹਰਨ ਬਹੁਤ ਕਮਾਲ ਦੀ। ਕੈਂਸਰ ਦੇ ਅੰਦਰ ਕਹਿ ਰਹੇ ਲੋਕ ਵੀ ਕੈਂਸਰ ਦੇ ਅੰਦਰ ਅਗਰ ਤੁਸੀਂ ਆਰਟੀਫਿਸ਼ੀਅਲੀ ਫੀਵਰ ਪ੍ਰੋਡਿਊਸ ਕਰ ਦਿਓ ਤਾਂ ਕੈਂਸਰ ਜਲਦੀ ਠੀਕ ਹੋ ਜਾਣਗੇ। ਤੋ ਇੱਦਾਂ ਦੇ ਐਕਸਪੈਰੀਮੈਂਟਸ ਜਿਹੜੇ ਨੇ, ਇੱਦਾਂ ਦੀਆਂ ਐਫਰਟਸ ਵੀ ਚੱਲ ਰਹੀਆਂ ਨੇ। ਤੋ ਆਪਾਂ ਉਹ ਜਿਹੜੀ ਫੀਵਰ ਵਾਲੀ ਗੱਲ ਸੀਗੀ, ਉਹਦੀ ਇੱਕ ਲੌਜਿਕ ਸਮਝੀਏ ਕਿ ਫੀਵਰ ਜਿਹੜਾ ਹੁੰਦਾ ਹੈ, ਇਹ ਸਭ ਤੋਂ ਵੱਡਾ ਦੋਸਤ ਹੈ ਸਾਡਾ। ਨਹੀਂ, ਗਲਤ ਹੈ ਨਾ ਉਹ ਮੈਡੀਕਲ, ਹਾਲਾਂਕਿ ਮੈਡੀਕਲ ਲਿਟਰੇਚਰ ਇਟ ਸੈਲਫ ਹੈਗਾ ਕਿ ਫੀਵਰ ਦੋਸਤ ਹੈ, ਲੇਕਿਨ ਉਹਨੂੰ ਜਿਹੜੇ ਇੰਡਸਟਰੀ ਹੈ, ਫਾਰਮਾ ਇੰਡਸਟਰੀ ਇਸ ਵੇਲੇ, ਉਹਨੇ ਇਹੋ ਜਿਹੀ ਸ਼ੇਪ ਲੈ ਲਈ ਹੋਈ ਹੈ ਕਿ ਉਹ ਆਪਣੀਆਂ ਚੀਜ਼ਾਂ ਵੇਚਣ ਲਈ ਤੁਹਾਡੇ ਤੇ 50 ਕਿਸਮ ਦੇ ਝੂਠ ਥੋਪ ਰਹੀ ਹੈ। ਇਹ ਵੀ ਇੱਕ ਝੂਠ ਹੈ। ਮੈਡੀਕਲ ਲਿਟਰੇਚਰ 'ਚ ਇਹ ਦਰਜ ਹੈ ਕਿ ਫੀਵਰ ਦੋਸਤ ਦੁਸ਼ਮਣ ਨਹੀਂ ਹੈ, ਦੋਸਤ ਹੈ। ਜਦੋਂ ਫਾਦਰ ਆਫ ਮੈਡੀਸਨ ਨੇ ਕਹਿਤਾ ਗਿਵ ਮੀ ਫੀਵਰ ਆਈ ਕੈਨ ਕਿਉਰ ਐਵਰੀ ਡਿਜ਼ੀਜ਼, ਤਾਂ ਫਿਰ ਹੋਰ ਕੀ ਰਹਿ ਗਿਆ? ਔਰ ਅਸੀਂ ਬੁੱਕ 'ਚ ਵੀ ਹੈਗਾ ਕਿ ਫੀਵਰ ਜਿਹੜਾ ਇਹਨੂੰ ਉਤਾਰਨਾ ਨਹੀਂ ਚਾਹੀਦਾ, ਜੇ ਕੈਲਕੂਲੇਟਡ ਉਤਾਰੋ। ਜੇ ਬਹੁਤ ਜ਼ਿਆਦਾ ਹੋ ਗਿਆ, ਜਿੱਥੇ ਕੋਈ ਨੁਕਸਾਨ ਹੁੰਦਾ ਰਹਿੰਦਾ, ਤਾਂ ਉੱਥੇ ਉਨਾ ਕੁ ਉਤਾਰੋ ਜਿੰਨਾ ਕੁ। ਇਹ ਤਾਂ ਆਪਾਂ ਚੱਕ ਕੇ ਸਭ ਜ਼ੀਰੋ, ਸਭ ਨਾਰਮਲ 'ਤੇ ਮਾਰਦੇ ਹਾਂ ਚੱਕ ਕੇ। ਜੋ ਡੋਲੋ 650 ਖਾ ਲਈ ਅਸੀਂ, ਤਾਂ ਉਹ ਕੀ ਕਰਦੀ ਹੈ, ਡੋਲੋ 650 ਤੁਹਾਡੇ ਫੀਵਰ ਨੂੰ ਚੱਕ ਕੇ ਨਾਰਮਲ ਤੋਂ ਵੀ ਥੱਲੇ ਲਿਆਉਂਦੀ ਹੈ। ਇਹ ਤਾਂ ਹੋ ਗਈ, ਚਲੋ ਆਪਾਂ ਡੋਲੋ 650 ਵਾਲੀ ਜਿਹੜੀ ਗੱਲ ਕੀਤੀ ਹੈ ਵੀ ਬੁਖਾਰ ਚੜ੍ਹਿਆ ਤੇ ਆਪਾਂ ਉਤਾਰ ਲਿਆ। ਲੇਕਿਨ ਅੱਜ ਕੱਲ੍ਹ ਹਾਲਾਤ ਇੱਦਾਂ ਦੇ ਡਾਕਟਰ ਸਾਹਿਬ ਕਿ ਹਰੇਕ ਪੇਨ ਕਿਲਰ ਸਾਲਟ ਦੇ ਨਾਲ ਪੈਰਾਸੀਟਾਮੋਲ ਦਿੱਤਾ ਹੋਇਆ, ਤੇ ਬੰਦਾ ਬਹੁਤ ਵਾਰੀ ਜੇ ਤੁਸੀਂ ਲੈਣ ਜਾਓਗੇ ਤਾਂ ਉਹਦੇ ਨਾਲ, ਜੇ ਮੰਨ ਲਓ ਤੁਸੀਂ SP ਗੋਲੀ ਕੋਈ ਲੈਣੇ ਹੋਗੇ ਆਪਣਾ, ਤਾਂ ਉਹਦੇ ਵਿੱਚ ਪੇਨ ਕਿਲਰ ਦੇ ਅਸਿਕਲੋ ਦੇ ਨਾਲ ਪੈਰਾ ਵੀ ਲਾਇਆ ਹੋਇਆ, ਉਹਦੇ ਨਾਲ ਸੈਰਾਸ਼ੀਓ ਵੀ ਲਾਇਆ ਹੋਇਆ, ਤੇ ਉਹ ਜਿਹੜੀਆਂ ਸਾਲਟ ਜਿਹੜੇ ਨੇ ਉਹ ਵੱਖਰੇ, ਜਿਹੜਾ ਪੈਰਾਸੀਟਾਮੋਲ ਤਾਂ ਧੱਕੇ ਨਾਲ ਪਾਇਆ ਹੋਇਆ ਸਾਰੀਆਂ ਫਾਰਮਾਸਿਊਟੀਕਲ ਕੰਪਨੀ ਨੇ। ਤੇ ਕੀ ਤੁਹਾਨੂੰ ਲੱਗਦਾ ਕਿ ਪੈਰਾਸੀਟਾਮੋਲ ਜਿਹੜਾ ਖਤਰਨਾਕ ਹੈ ਤੇ ਖਰਾਬ ਕਰ ਸਕਦਾ ਬੋਡੀ ਨੂੰ? ਬਿਲਕੁਲ, ਮੋਸਟ ਡੇਂਜਰਸ ਡਰੱਗ ਹੈ। ਈਵਨ ਸਿੰਗਲ ਗੋਲੀ ਤੁਹਾਨੂੰ ਮਾਰ ਸਕਦੀ ਹੈ। ਸਿੰਗਲ ਗੋਲੀ ਨੋਨ ਹੈ, ਅਕਿਊਟ ਲਿਵਰ ਫੇਲ ਹੋ ਜਾਂਦਾ ਇਹਦੇ ਨਾਲ। ਸੋ ਇਸ ਕਰਕੇ ਪੈਰਾਸੀਟਾਮੋਲ ਜਿਹੜੀ ਪਾਈ ਇਸ ਕਰਕੇ ਹੋਈ ਹੈ ਕਿ ਇੰਸਟੈਂਟ ਰਿਲੀਫ ਦਿੰਦੀ ਹੈ, ਅਤੇ ਆਪਣੀ ਬੱਲੇ ਕਰਾਉਣ ਲਈ ਉਹਨੇ ਪਾਤੀ ਹੋਈ ਹੈ। ਲੇਕਿਨ ਜਿਹੜੀ ਚੀਜ਼ ਇੰਸਟੈਂਟ ਰਿਲੀਫ ਦਿੰਦੀ ਹੈ ਉਹ ਨਹੀਂ ਡੇਂਜਰਸ ਵੀ ਹੈ, ਠੀਕ ਹੈ ਨਾ। ਬਾਕੀ ਜਿਹੜੀਆਂ ਗੱਲਾਂ ਚੀਜ਼ਾਂ ਨੇ, ਜਿਹੜੀਆਂ ਪੇਨ ਕਿਲਰ ਨੇ ਜਾਂ ਐਂਟੀ ਇਨਫਲੇਮੇਟਰੀ ਨੇ, ਉਹ ਫੌਰੀ ਤੌਰ 'ਤੇ ਉਹ ਫੀਲਿੰਗ ਨਹੀਂ ਦਿੰਦੀਆਂ ਜਿਹੜੀ ਵੀ ਠੀਕ ਹੋ ਗਿਆ। ਸਾਇੰਟੀਫਿਕਲੀ ਪ੍ਰੂਫ ਹੈ ਜਿਹੜਾ ਇੱਕ ਸਿੰਗਲ ਗੋਲੀ ਵੀ ਮਾਰ ਸਕਦਾ? ਹਾਂ ਬਿਲਕੁਲ, ਅਕਿਊਟ ਲਿਵਰ ਫੇਲਰ ਨੋਨ ਹੈ, ਅਕਿਊਟ ਲਿਵਰ ਫੇਲਰ ਹੋ ਜਾਂਦਾ।
तो इस करके ਜਿਹੜੀ ਹੈ ਬਹੁਤ ਸਾਰੇ ਲੋਕ ਕਹਿ ਰਹੇ ਹੈ ਕਿ ਪੈਰਾਸਟਾਮੋਲ ਨੂੰ ਬੈਨ ਕਰਨਾ ਚਾਹੀਦਾ। ਪੈਰਾਸਟਾਮੋਲ ਇੰਨੀ ਜ਼ਿਆਦਾ ਯੂਜ਼ ਹੋ ਰਹੀ ਹੈ ਕਿ ਈਵਨ ਜੇ ਉਹ ਜਿਹੜਾ ਲਿਵਰ ਫੇਲਰ ਵਾਲੀ ਜਿਹੜੀ ਸਮੱਸਿਆ ਹੈ ਬਹੁਤ ਕਾਮਨ ਨਹੀਂ ਹੈ, ਲੇਕਿਨ ਜਿੰਨੀ ਜ਼ਿਆਦਾ ਯੂਜ਼ ਹੋ ਰਹੀ ਹੈ ਫਿਰ ਵੀ ਹਜ਼ਾਰਾਂ ਲੋਕ ਮਰ ਰਹੇ ਹੈ ਦੁਨੀਆ 'ਚ। ਜੇ ਦੁਨੀਆ ਦੀ ਪਾਪੂਲੇਸ਼ਨ 'ਤੇ ਆਪਾਂ ਲਾਈਏ, ਐਕਸਪੈਂਡ ਕਰੀਏ, ਤਾਂ ਫਿਰ ਵੀ ਹਰ ਸਾਲ ਹਜ਼ਾਰਾਂ ਬੰਦੇ ਮਰਦੇ ਹੋਣਗੇ ਇਹਦੇ ਨਾਲ। ਬਹੁਤ ਸਾਰੇ ਸਾਲਟ ਤਾਂ ਹੋਰ ਵੀ ਨੇ, ਜਿਵੇਂ ਡਿਕਲੋਫਨੈਕ ਆ, ਉਹ ਬਹੁਤ ਕੰਟਰੀਆਂ 'ਚ ਬੰਦ ਹੈ, ਇੱਥੇ ਆਪਣੇ ਚੱਲ ਰਿਹਾ। ਹਾਂ ਉਹ ਤਾਂ ਹੈ ਹੀ ਡਿਕਲੋਫੈਨਿਕ ਜਿਹੜੀ ਹੈ ਵੈਟਰਨਰੀ 'ਚ, ਈਵਨ ਵੈਟਰਨਰੀ 'ਚ ਵੀ ਬੈਨ ਹੈ। चंडीगढ़ में भारत का पहला इंटीग्रेटेड मेडिकल साइंसेज का हॉस्पिटल शुरू किया गया है, जिसका नाम हिम्स रखा गया है, हॉस्पिटल एंड इंस्टीट्यूट ऑफ इंटीग्रेटेड मेडिकल साइंसेज, जहां एलोपैथी, आयुर्वेद, होम्योपैथी, नेचुरोपैथी सब एक ही साथ पेशेंट को ठीक करने के उद्देश्य से काम करती है सारी पैथी। इसमें डॉक्टर विश्वरूप राय चौधरी, डॉक्टर अमर सिंह आजाद, डॉक्टर अवधेश पांडे, आचार्य मनीष, डॉक्टर खादर फली और इन सब की पूरी नॉलेज, ट्रेनिंग और एजुकेशन को यूज किया जा रहा है। लीवर फेल हो, किडनी खराब हो, हार्ट की प्रॉब्लम हो, जोड़ों का दर्द हो, ऑटो इम्यून डिजीज हो, स्टेज 4 कैंसर हो, कोई भी ऐसी बीमारी जो डॉक्टर ने आपको लाइलाज बताई हो या आपको कोई ऑपरेशन बताया हो, तो आप इस हॉस्पिटल हिम्स में संपर्क कर सकते हैं और बीमारी की जड़ पर काम कर सकते हैं। रहना, खाना, पीना सब अरेंजमेंट है। 70 बेड का यह हॉस्पिटल भारत में अपनी तरह का एकमात्र ऐसा हॉस्पिटल है जहां पर पेशेंट को ठीक किया जाता है, पेशेंट को नॉलेज दी जाती है, पेशेंट को पढ़ाया जाता है, पेशेंट को एजुकेट किया जाता है कि कैसे आपको अपनी बीमारी से खुद ही लड़ना है, यानी कि अपना डॉक्टर खुद बनना है। बी योर ऑन डॉक्टर। तो आज जरूरत है ऐसे हिम्स के हॉस्पिटल और क्लिनिक्स की। अभी भारत में पटियाला में, जीरकपुर, चंडीगढ़, डेराबस्सी और दिल्ली में 14 क्लिनिक शुरू हो चुके हैं, जहां पर सिर्फ खाना पीना और लाइफस्टाइल को ठीक करके बीमारियों को रिवर्स करना सिखाया जाता है। और एक हॉस्पिटल डेराबस्सी जो चंडीगढ़ में है वो शुरू हो चुका है। ये सब हिम्स के नाम से काम कर रहे हैं। तो अगर आप भी किसी गंभीर बीमारी से परेशान हैं तो जल्द संपर्क करें हिम्स हॉस्पिटल चंडीगढ़ में। तो ਉਹ ਇਸ਼ੂ ਆਪਾਂ ਕਿਤੇ ਸੈਪਰੇਟ ਲੈ ਲਾਂਗੇ ਡਰੱਗਸ ਵਾਲਾ, ਕਿ ਡਰੱਗਸ ਜਿਹੜੀਆਂ ਨੇ ਕਿਹੜੀਆਂ ਇੱਦਾਂ ਦੀ ਡਰੱਗਸ ਨੇ। ਲੇਕਿਨ ਆਪਾਂ ਜਿਹੜੀ ਗੱਲ ਕਰ ਰਹੇ ਸੀਗੇ ਕਿ ਜਿਹੜਾ ਸਿੰਪਟਮ ਫੀਵਰ ਜਿਹੜਾ ਸਿੰਪਟਮ ਹੈ, ਜਿੱਥੋਂ ਆਪਾਂ ਗੱਲ ਸ਼ੁਰੂ ਕੀਤੀ ਸੀ ਕਿ ਅਗਰ ਅਕਿਊਟ ਇਲਨੈਸ ਨੂੰ ਦਬਾਤਾ ਜਾਵੇ ਸਿੰਪਟੋਮੈਟਿਕ ਦੇ ਕੇ ਦਵਾਈਆਂ, ਤਾਂ ਉਹ ਕਰੋਨਿਕ ਹੋ ਜਾਂਦੀ। ਫਿਰ ਕਿਉਂ? ਕਿਉਂਕਿ ਬਾਡੀ ਜਿਹੜੇ ਅਕਿਊਟ ਸਿੰਪਟਮ ਪੈਦਾ ਕਰ ਰਹੀ ਸੀ ਉਹ ਤੁਹਾਨੂੰ ਕਿਉਰ ਕਰਨ ਵਾਸਤੇ ਕਰ ਰਹੀ ਸੀਗੀ, ਅਤੇ ਬਾਡੀ ਆਪਣਾ ਡਿਫੈਂਸ ਸਿਸਟਮ ਚੱਕ ਕੇ ਉੱਪਰ ਲਿਜਾਣਾ ਚਾਹੁੰਦੀ ਸੀ। ਤੁਸੀਂ ਫਿਰ ਜ਼ਮੀਨ 'ਤੇ ਲਟਾਤਾ ਉਹਨੂੰ, ਜਿਹਨੂੰ ਕਹਿੰਦੇ ਮੁੱਦਾ ਹੀ ਪਾਤਾ ਆਪਣਾ ਉਹਦੀ ਸਪਰੈਸ ਕਰਕੇ। ਸਪੋਜ਼ ਬਾਡੀ ਤਾਂ ਖੰਘ ਰਾਹੀਂ ਤੁਹਾਡਾ ਬਲਗਮ ਕੱਢਣਾ ਚਾਹ ਰਹੀ, ਤੁਹਾਡੇ ਫੇਫੜੇ ਸਾਫ਼ ਕਰਨਾ ਚਾਹ ਰਹੀ ਹੈ, ਤੁਸੀਂ ਉਹ ਚੱਕ ਕੇ ਖੰਘ ਦਬਾਉਣ ਦੀ ਦਵਾਈ ਦੇ ਦਿੱਤੀ, ਖੰਘ ਆਉਣ ਹੀ ਨਹੀਂ ਦੇਣੀ। ਅਤੇ ਫਿਰ ਕੀ ਕਰ ਰਹੇ ਹੋ ਤੁਸੀਂ ਕੋਈ ਫਾਇਦਾ ਥੋੜ੍ਹਾ ਕਰ ਰਹੇ ਹੋ। ਤੁਸੀਂ ਖੰਘ ਇਹਦੇ ਨਾਲ ਤਾਂ ਖੰਘ ਲਓ। ਮਾਫ ਕਰਨਾ, ਮੰਨ ਲਓ ਵੀ ਇੱਕ ਬੰਦੇ ਨੂੰ ਖਾਂਸੀ ਦੇ ਨਾਲ ਬਲਗਮ ਆ ਰਹੀ ਹੈ, ਤਾਂ ਫਿਰ ਜੇ ਉਹਨੇ ਖਾਂਸੀ ਦੀ ਦਵਾਈ ਲੈਣੀ ਵੀ ਹੈ ਤੇ ਬਲਗਮ ਬਾਹਰ ਕੱਢਣ ਵਾਲੀ ਵੀ ਨਾਲ ਲਵੇ। ਹਾਂ, ਨਹੀਂ, ਬਲਗਮ ਕੱਢਣ ਵਾਲੀਆਂ ਦਵਾਈਆਂ ਅਲੱਗ ਨੇ ਅਤੇ ਖਾਂਸੀ ਦਬਾਉਣ ਵਾਲੀਆਂ ਦਵਾਈਆਂ ਅਲੱਗ ਨੇ। ਦਬਾਉਣ ਵਾਲੀ ਨਹੀਂ, ਜਿਵੇਂ ਖਾਂਸੀ ਤਾਂ ਠੀਕ ਹੋਣੀ ਬਲਗਮ ਬਾਹਰ ਕੱਢਣ ਵਾਲੀ ਨਾਲ ਲਵੇ ਤਾਂ ਉਹਨੂੰ ਫਾਇਦਾ ਹੋਊਗਾ। ਨਹੀਂ, ਜੇ ਬੰਦੇ ਨੂੰ ਕੋਈ ਖਾਂਸੀ ਆ ਰਹੀ ਹੈ ਤਾਂ ਬਲਗਮ ਬਾਹਰ ਕੱਢਣ ਵਾਲੀਆਂ ਦਵਾਈਆਂ ਤਾਂ ਲੈ ਸਕਦਾ ਉਹ, ਲੇਕਿਨ ਬਲਗਮ ਦਬਾਉਣ ਵਾਲੀਆਂ ਦਵਾਈਆਂ ਨਹੀਂ ਲੈਣੀਆਂ। ਬਲਗਮ ਬਾਹਰ ਕੱਢਣ ਵਾਲੀਆਂ ਦਵਾਈਆਂ ਵੀ ਹੈਗੀਆਂ ਨੇ ਜਿਹੜੀਆਂ ਮਤਲਬ ਬਲਗਮ ਨੂੰ ਪਤਲਾ ਕਰਦੀਆਂ ਨੇ ਜਾਂ ਬਲਗਮ ਨੂੰ ਬਾਹਰ ਕੱਢਦੀਆਂ ਨੇ। ਹਰਬਲ 'ਚ ਬਹੁਤ ਜ਼ਿਆਦਾ ਇੱਦਾਂ ਦੇ ਪ੍ਰੋਡਕਟਸ ਹੈਗੇ ਨੇ ਜਿਹੜੇ ਕਿ ਬਲਗਮ ਨੂੰ ਪਤਲਾ ਕਰਕੇ ਬਾਹਰ ਕੱਢਦੇ ਆ। ਉਹਦੀ ਮਲੱਠੀ ਉਦਾਹਰਨ ਹੈ, ਕਲਾਸੀਕਲ ਉਦਾਹਰਨ ਮਲੱਠੀ ਹੈ ਉਹਦੀ। ਤਾਂ ਉਹ ਜਿਹੜਾ ਇਹ ਸਿਸਟਮ ਹੈ, ਖਾਂਸੀ ਇੱਕ ਵੰਡਰਫੁਲ ਚੀਜ਼ ਆ। ਜ਼ੁਕਾਮ ਨਾਲੋਂ ਵਧੀਆ ਦੋਸਤ ਤੁਹਾਡਾ ਕੋਈ ਹੋ ਨਹੀਂ ਸਕਦਾ। ਜ਼ੁਕਾਮ ਤੁਹਾਨੂੰ ਹਰ ਸਾਲ 1-2 ਵਾਰੀ ਆ ਕੇ ਤੁਹਾਡਾ ਵੈਕਸੀਨੇਸ਼ਨ ਕਰ ਜਾਂਦਾ, ਤੁਹਾਨੂੰ ਤਿਆਰ ਕਰ ਜਾਂਦਾ ਵੀ ਕੋਈ ਭਾਈ ਸੀਰੀਅਸ ਵਾਇਰਸ ਆਈ ਤਾਂ ਕੋਈ ਗੱਲ ਨਹੀਂ, ਆਪਾਂ ਤਿਆਰ ਹਾਂ। ਆਪਾਂ ਜੇ ਨਾ ਡਰਿਲ ਕਰਾ ਦਿੰਦੇ ਫੌਜੀਆਂ ਨੂੰ ਡਰਿਲ ਕਰਾਉਣੇ ਵੀ ਭਾਈ ਫੌਜੀ ਸਾਡੀ ਫੌਜ ਕਿਤੇ ਕਮਜ਼ੋਰ ਨਾ ਪੈ ਜਾਏ, ਅਤੇ ਉਹਨੂੰ ਕਹਿੰਦੇ ਵੀ ਚੱਲ ਪੀਟੀ ਕਰਕੇ ਆਓ, ਉਹ ਕਰਕੇ ਆਓ, ਪਹਾੜ ਚੜ੍ਹ ਕੇ ਆਓ। ਈਵਨ ਹੁਣ ਤਾਂ ਵਾਰ ਗੇਮਸ ਹੋ ਗਈਆਂ, ਨਕਲੀ ਲੜਾਈ ਲੜੋ। ਤਾਂ ਉਹ ਸਾਰਾ ਕੁਛ ਜਿਹੜਾ ਦੁਨੀਆ 'ਚ ਹੋ ਰਿਹਾ ਵਾਰ ਗੇਮਸ ਦੇ ਨਾਂ 'ਤੇ, ਉਹ ਕੀ ਆ ਉਹ ਤਿਆਰੀ ਇਹ ਕਿ ਅਸੀਂ ਤਿਆਰੀ ਸਾਡੀ ਜਿਹੜੀ ਫੌਜ ਆ ਉਹ ਕਮਜ਼ੋਰ। ਅਤੇ ਸੇਮ ਬਾਡੀ 'ਚ ਹੁੰਦਾ
ਕਿ ਬਾਡੀ ਦੀ ਜਿਹੜੀ ਅੰਦਰਲੀ ਫੌਜ ਹੈ, ਅੰਦਰ ਜਿਹੜਾ ਬਾਡੀ ਦੇ ਅੰਦਰ ਡਿਫੈਂਸ ਸਿਸਟਮ ਹੈ, ਸਾਡੇ ਵਾਈਟ ਸੈੱਲ ਨੇ, ਸਾਡੇ ਬਾਕੀ ਹੋਰ ਡਿਫੈਂਸ ਜਿਹੜੀਆਂ ਇਮਿਊਨਿਟੀ ਦੀਆਂ ਹੋਰ 50 ਕਿਸਮ ਦੇ ਹੋਰ ਪੈਰਾਮੀਟਰ ਨੇ ਜਿਹੜੇ ਕਿ ਸਾਨੂੰ ਬਿਲਕੁਲ ਐਨ ਸਟਰਡੀ ਚਾਹੀਦੀਆਂ, ਪੂਰੇ ਇਫੈਕਟਿਵ ਚਾਹੀਦੇ। ਉਹ ਸੁਸਤ ਹੋ ਜਾਂਦੇ ਆ ਜਦੋਂ ਲੋੜ ਨਹੀਂ ਪੈਂਦੀ। ਨੈਚੁਰਲੀ ਜਦੋਂ ਲੋੜ ਨਹੀਂ ਪੈਂਦੀ ਸੌਂ ਜਾਂਦੇ ਉਹ। ਤਾਂ ਫਿਰ ਜਦ ਉਹਦੇ ਅੰਦਰ ਜੇ ਕੋਈ ਮਾੜੀ ਮੋਟੀ ਜ਼ੁਕਾਮ ਵਰਗੀ ਬਿਮਾਰੀ ਲੱਗ ਗਈ ਤਾਂ ਉਹਦੇ ਨਾਲ ਕੀ ਹੁੰਦਾ, ਉਹ ਫਿਰ ਜਾਗ ਪੈਂਦੇ, ਸਾਰਾ ਕੋਈ ਫਿਰ ਅਲਰਟ ਹੋ ਜਾਂਦਾ। ਹਰਪੀਜ਼ ਆ ਮੂੰਹ ਤੇ ਉਹ ਹੋ ਜਾਂਦੇ ਜਦੋਂ ਬੁਖਾਰ ਹੁੰਦਾ ਮਾੜਾ ਹਾਂ, ਤਾਂ ਉਹ ਕਹਿੰਦੇ ਪੁਰਾਣੇ ਜ਼ਮਾਨੇ ਕਹਿੰਦੇ ਬੁਖਾਰ ਅੱਗ ਗਿਆ। ਤਾਂ ਉਹ ਜਿਹੜਾ ਹੈਗਾ ਕਿਤੇ ਨਾ ਕਿਤੇ ਸਾਰਾ ਸਿਸਟਮ ਜਿਹੜਾ ਹੈ ਉਹ ਇੱਦਾਂ ਦਾ ਹੈ ਕਿ ਉਹ ਤੁਹਾਨੂੰ ਜਿੰਨੀਆਂ ਇਹ ਛੋਟੀਆਂ ਮੋਟੀਆਂ ਬਿਮਾਰੀਆਂ ਨੇ ਉਹ ਤੁਹਾਨੂੰ ਤਕੜਾ ਕਰਨ ਲਈ ਆਉਂਦੀਆਂ ਨੇ, ਤੁਹਾਨੂੰ ਮਾਰਨ ਲਈ ਨਹੀਂ ਆਉਂਦੀਆਂ। ਉਸ ਪ੍ਰੋਸੈਸ 'ਚ ਕੋਈ ਵਿਰਲਾ ਬੰਦਾ ਮਰ ਵੀ ਜਾਂਦਾ ਹੈ, ਪਰ ਮਰਦਾ ਉਹ ਹੈ ਜਿਹੜਾ ਕਿ ਕਮਜ਼ੋਰ ਇੰਨਾ ਜ਼ਿਆਦਾ ਹੁੰਦਾ ਹੈ ਕਿ ਉਹ ਟਾਈਮ ਸਿਰ ਉਹਦਾ ਇਮਿਊਨ ਸਿਸਟਮ ਰਿਸਪੌਂਡ ਨਹੀਂ ਕਰਦਾ, ਇੰਨਾ ਕਮਜ਼ੋਰ ਹੋ ਗਿਆ। ਫਿਰ ਉਹ ਕਈ ਆਬਜ਼ਰਵੇਸ਼ਨ ਤਾਂ ਰੱਖਣਾ ਚਾਹੀਦਾ ਨਾ ਬੰਦੇ ਨੂੰ ਫਿਰ ਵੀ ਉਹ। ਬਿਲਕੁਲ ਉਹ ਤਾਂ ਜਦੋਂ ਵੀ ਆਪਾਂ ਗੱਲ ਕਰ ਰਹੇ ਹਾਂ ਆਪਾਂ ਨੂੰ ਮੇਰੇ ਖਿਆਲ 'ਚ ਹਰ ਵਾਰੀ ਸਰੋਤਿਆਂ ਨੂੰ ਯਾਦ ਕਰਾਉਣਾ ਪਏਗਾ ਕਿ ਇਹ ਸਾਰਾ ਕੁਝ ਕਰਦੇ ਹੋਏ ਅਲਰਟ ਰਹਿਣਾ। ਉਹ ਨਾ ਹੋਵੇ ਵੀ ਕੋਈ ਸੀਰੀਅਸ ਬਿਮਾਰੀ ਮਿਸ ਹੋ ਜੇ। ਸੀਰੀਅਸ ਬਿਮਾਰੀ ਮਿਸ ਨਹੀਂ ਹੋਣੀ ਚਾਹੀਦੀ। ਮਤਲਬ ਕੋਈ ਟੈਸਟ ਕਰਾਉਣ ਦੀ ਲੋੜ ਪੈਂਦੀ, ਟੈਸਟ ਕਰਵਾਓ, ਲੇਕਿਨ ਸਟਰੋਂਗ ਦਵਾਈਆਂ ਦਬਾਉਣ ਵਾਲੀਆਂ, ਲਾਮਤਾਂ ਦਬਾਉਣ ਵਾਲੀਆਂ ਜਾਂ ਜਿਹੜੀਆਂ ਸਟਰੋਂਗ ਐਂਟੀਬਾਇਓਟਿਕਸ ਨੇ ਹੋਰ ਨੇ, ਉਹ ਸੰਭਲ ਕੇ ਖਾਓ। ਕਿਉਂਕਿ ਜਿਹੜਾ ਜੇ ਆਪਾਂ ਵਿਸਲੇ ਹੋਵਾਂਗੇ ਤਾਂ ਉਹ ਕਈ ਵਾਰੀ ਫਿਰ ਕੋਈ ਸੀਰੀਅਸ ਬਿਮਾਰੀ ਮਿਸ ਹੋ ਜਾਏਗੀ, ਨੁਕਸਾਨ ਹੋ ਸਕਦਾ। ਡਿਸਕਲੇਮਰ ਵਾਂਗੂ ਬੋਲ ਦਵਾਂ ਕਿ ਇਹ ਜਿਹੜੀ ਜਾਣਕਾਰੀਆਂ ਅਸੀਂ ਦੇ ਰਹੇ ਹਾਂ ਇਹ ਪਬਲਿਕ ਨੂੰ ਅਵੇਅਰ ਕਰਨ ਵਾਸਤੇ ਅਤੇ ਉਹਨਾਂ ਨੂੰ ਇੱਕ ਜਾਣਕਾਰੀ ਪਹੁੰਚਾਉਣ ਲਈ ਉਹਦੇ ਲਈ ਦੇ ਰਹੇ ਹਾਂ, ਪਰ ਅੰਡਰ ਆਬਜ਼ਰਵੇਸ਼ਨ ਜਿਹੜਾ ਰਹਿਣਾ ਉਹ ਬਹੁਤ ਜ਼ਰੂਰੀ ਹੈਗਾ। ਨਹੀਂ, ਅੰਡਰ ਆਬਜ਼ਰਵੇਸ਼ਨ ਹਰ ਬੰਦੇ ਨੂੰ ਰੱਖਣ ਦੀ ਲੋੜ ਨਹੀਂ ਹੁੰਦੀ। ਉਹਦੇ 'ਚ ਜੇ ਸਾਡੇ ਕੋਲ ਕੁਛ ਟ੍ਰੇਨਡ ਮੈਨ ਪਾਵਰ ਹੈਗੀ ਆ ਜਿਹੜੀ ਕਿ ਰਿਲੇਟਿਵਲੀ ਟ੍ਰੇਨਡ ਹੈ, ਤਾਂ ਉਹ ਅਸੀਂ ਜੱਜ ਕਰ ਸਕਦੇ ਕਿ ਇਸ ਬੰਦੇ ਨੂੰ ਪੋਸੀਬਿਲਿਟੀ ਹੈ ਕਿ ਇਹਦੀ ਜਿਹੜੀ ਖੰਘ ਹੈ ਨਾ ਇਹ ਜ਼ਿਆਦਾ ਲੱਗ ਰਹੀ ਹੈ ਕੁਛ, ਜਾਂ ਇਹ ਸੁਸਤ ਬਹੁਤ ਜ਼ਿਆਦਾ ਲੱਗ ਰਿਹਾ, ਜਾਂ ਇਹਨੂੰ ਬੁਖਾਰ ਬਹੁਤ ਜ਼ਿਆਦਾ ਹੋ ਰਿਹਾ। ਤਾਂ ਉਦੋਂ ਫਿਰ ਅਸੀਂ ਕਿਸੇ ਨਾ ਕਿਸੇ ਜਿਹੜਾ ਕੋਈ ਨੀਅਰ ਬਾਈ ਡਾਕਟਰ ਹੈ ਜਾਂ ਸਾਡਾ ਫੈਮਿਲੀ ਫਿਜ਼ੀਸ਼ੀਅਨ ਹੈ ਉਹਦੀ ਸਲਾਹ ਲੈ ਲਾਂਗੇ ਵੀ ਡਾਕਟਰ ਸਾਹਿਬ ਇਹਨੂੰ ਕੋਈ ਇੱਦਾਂ ਦੀ ਗੱਲ ਤਾਂ ਨਹੀਂ ਕੋਈ ਜਿਹੜੀ ਮਿਸ ਹੋ ਜੇ। ਹੁਣ ਆਪਾਂ ਇੱਕ ਟ੍ਰੇਨਿੰਗ ਦੇ ਰਹੇ ਹਾਂ ਪਬਲਿਕ ਨੂੰ, ਆਪਣੀ ਇਹ ਵੀਡੀਓ ਟ੍ਰੇਨਿੰਗ ਕਿੰਨਾ ਬੁਖਾਰ ਹੋਵੇ ਅਤੇ ਆਪਾਂ ਨੂੰ ਉਹਦੇ 'ਤੇ ਜਿਹੜਾ ਉੱਥੇ ਤੱਕ ਆਪਾਂ ਨੂੰ ਘਰ ਦੇ ਵਿੱਚ ਆਪਾਂ ਨੂੰ ਜਿਸ ਤਰ੍ਹਾਂ ਦੀ ਟ੍ਰੀਟਮੈਂਟ ਕਰਨਾ ਚਾਹੀਦਾ, ਕਿੰਨੀ ਖਾਂਸੀ ਹੋਵੇ ਅਤੇ ਆਪਾਂ ਨੂੰ ਘਰ ਦੇ ਵਿੱਚ ਆਪਾਂ ਕਿਸ ਤਰ੍ਹਾਂ ਕਿੰਨੀ ਉਹਦੇ ਟ੍ਰੀਟਮੈਂਟ ਕਰਨਾ ਹੈ, ਕਿੰਨਾ ਉਹਨੂੰ ਲੂਜ਼ ਮੋਸ਼ਨ ਜਾਂ ਉਹਨੂੰ ਜ਼ੁਕਾਮ ਜਾਂ ਜੋ ਵੀ ਅਕਿਊਟ ਜਿਹੜਾ ਹੈਗਾ ਉਹਦੀ ਕੁਛ ਪਰਟੀਕੂਲਰ ਤਾਂ ਹੁੰਦਾ ਨਾ, ਤਾਂ ਕਿ ਆਪਾਂ ਉਹਨੂੰ ਉਹ ਜੇ ਘਰ ਬੈਠੇ ਵੀ ਕੋਈ ਬੰਦਾ ਸੋਚ ਰਿਹਾ ਵੀ ਆਪਾਂ ਯਾਰ ਹਾਲੇ ਤਾਂ ਆਪਾਂ ਨੂੰ ਹੈਗਾ ਅੰਡਰ ਆਬਜ਼ਰਵੇਸ਼ਨ ਹੈਗਾ, ਕਿੱਦਾਂ ਹੈਗਾ ਵੀ ਉਹ ਤੋਂ ਬਾਅਦ ਉਹਨੂੰ ਫਿਰ ਐਮਰਜੈਂਸੀ ਹਾਲਾਤ ਮੰਨੇ ਜਾਣ। ਜੇ ਆਪਾਂ ਬੁਖਾਰ ਦੀ ਗੱਲ ਕਰੀਏ ਤਾਂ ਬੁਖਾਰ ਅਡਲਟ ਦੇ ਵਿੱਚ 104 ਡਿਗਰੀ ਜਿਹੜਾ ਬੁਖਾਰ ਹੈ, ਕਹਿੰਦੇ 104 ਡਿਗਰੀ ਜਿਹੜੇ ਬੁਖਾਰ ਹੈ ਇਹ ਇੱਥੇ ਜਾ ਕੇ ਤੁਹਾਡਾ ਜਿਹੜਾ ਇਮਿਊਨ ਸਿਸਟਮ ਹੈ ਉਹ ਪੂਰੀ ਲਾਸਟ ਪਲਟੀ ਮਾਰਦਾ ਬਿਮਾਰੀ 'ਤੇ। ਉਹ ਜਿਹੜਾ ਜੇ ਦੰਗਲ 'ਚ ਸੀ ਨਾ ਕੋਈ ਰੈਫਰੈਂਸ ਜੀ, ਦੰਗਲ 'ਚ ਜਿਹੜੀ ਉਹ ਲਾਸਟ ਪਲਟੀ ਜਦੋਂ ਮਾਰਦਾ ਤਾਂ ਫਿਰ ਉਹ ਉਟਾ ਲੈਂਦਾ। ਤਾਂ ਇਹ ਲਾਸਟ ਪਲਟੀ ਹੁੰਦੀ 104 ਡਿਗਰੀ 'ਤੇ। ਜੇ ਤੁਹਾਨੂੰ ਘੰਟਾ ਕੁ ਵੀ 104 ਡਿਗਰੀ ਟੈਂਪਰੇਚਰ ਰਹਿ ਗਿਆ ਤਾਂ ਸਮਝੋ ਬਿਮਾਰੀ ਗਈ। ਪਰ ਇਹ ਕੋਈ 100% ਮਰੀਜ਼ਾਂ 'ਚ ਨਹੀਂ ਲਾਗੂ ਹੁੰਦੀ, ਫਿਰ ਵੀ ਆਪਾਂ ਨੂੰ ਅਲਰਟ ਰਹਿਣਾ ਚਾਹੀਦਾ। ਲੇਕਿਨ 104 ਤੱਕ ਆਪਾਂ ਨੂੰ ਜ਼ਿਆਦਾ ਵਰੀ ਕਰਨ ਦੀ ਲੋੜ ਨਹੀਂ ਅਡਲਟ 'ਚ, ਵੱਡੇ 'ਚ। ਲੇਕਿਨ ਬੱਚਿਆਂ 'ਚ ਥੋੜ੍ਹਾ ਜਿਹਾ ਬੱਚੇ ਸੈਂਸਿਟਿਵ ਹੁੰਦੇ ਆ ਅਤੇ ਬੱਚਿਆਂ 'ਚ ਕਈ ਬੱਚੇ ਨੂੰ ਫਿੱਟ ਪੈ ਜਾਂਦਾ। ਵੈਸੇ ਤਾਂ ਫਿੱਟ ਜਿਹੜੇ ਬੱਚੇ ਨੂੰ ਪੈਂਦਾ ਤਾਂ ਕਈ ਵਾਰੀ ਅੰਡਰ 'ਤੇ ਵੀ ਪੈ ਜਾਂਦਾ, ਪਰ ਆਮ ਤੌਰ 'ਤੇ ਆਪਾਂ ਬੱਚਿਆਂ 'ਚ ਕਹਿੰਦੇ ਹਾਂ ਵੀ 102 ਡਿਗਰੀ ਤੋਂ ਉੱਪਰ ਅਗਰ ਬੁਖਾਰ ਹੋਵੇ ਤਾਂ ਫਿਰ ਥੋੜ੍ਹਾ ਜਿਹਾ ਕੈਲਕੂਲੇਟ ਢੰਗ ਨਾਲ ਲਾ ਲਓ। ਲੇਕਿਨ ਕੈਲਕੂਲੇਟ ਢੰਗ ਗੋਲੀ 'ਚ ਨਹੀਂ ਹੁੰਦਾ। ਗੋਲੀ ਜਿਹੜੀ ਹੈ ਇਹ ਗੋਲੀ ਦੇ ਵਿੱਚ ਕੋਈ ਇਹੋ ਜਿਹੀ ਅਕਲ ਨਹੀਂ ਹੈ ਜਿਹੜੀ ਪੱਟੀਆਂ ਕਰਕੇ ਉਤਾਰਦੇ ਹਾਂ ਅਸੀਂ। ਉਹਦੇ 'ਚ ਆਪਾਂ ਬਸ 4 ਪੱਟੀਆਂ ਬਣਾ ਲੈਣੀਆਂ ਨੇ, ਕੋਈ ਲਗਭਗ ਪੌਣੇ ਦੇ ਸਾਈਜ਼ ਦੀਆਂ ਜਾਂ ਰੁਮਾਲ ਦੇ ਸਾਈਜ਼ ਦੀਆਂ, ਕੋਈ 1.5 ਫੁੱਟ ਦੀ। ਸੋ ਹਾਂ, ਸੂਤੀ ਮੋਟਾ ਹੋਵੇ ਕੱਪੜਾ ਤਾਂ ਵਧੀਆ ਅਤੇ ਉਹਨੂੰ ਫੋਲਡ ਕਰਕੇ ਅਤੇ ਉਹਦੀ 4 ਪੱਟੀਆਂ ਜਿਹੜੀਆਂ ਰੱਖ ਕੇ ਉਹਦੇ 'ਚ ਪਾਣੀ 'ਚ, ਅਤੇ 4 ਹੋ ਗਈਆਂ ਨਾ, 4 'ਚੋਂ ਇੱਕ ਮੱਥੇ 'ਤੇ। ਪਾਣੀ ਕਿਹੋ ਜਿਹਾ ਹੋਣਾ ਚਾਹੀਦਾ? ਪਾਣੀ ਆਮ ਜੇ ਮੌਸਮ ਦੇ ਹਿਸਾਬ ਨਾਲ ਰੱਖ ਲਓ। ਜੇ ਗਰਮੀਆਂ ਹੈਗੀਆਂ ਤਾਂ ਠੰਡਾ ਵੀ ਲੈ ਸਕਦੇ ਆਪਾਂ ਥੋੜ੍ਹਾ ਜਿਹਾ, ਲੇਕਿਨ ਜੇ ਸਰਦੀ ਹੈ ਤਾਂ ਫਿਰ ਤਾਜ਼ਾ ਪਾਣੀ। ਅਤੇ ਸਰਦੀਆਂ 'ਚ ਆਮ ਤੌਰ 'ਤੇ ਬੁਖਾਰ ਬਹੁਤ ਵੱਧਦਾ ਵੀ ਨਹੀਂ ਹੈ, ਹਾਈਪਰ ਨਹੀਂ ਹੁੰਦਾ। ਹਾਈਪਰ ਗਰਮੀਆਂ 'ਚ ਹੀ ਹੁੰਦਾ ਆਮ ਤੌਰ 'ਤੇ, ਕਿਉਂਕਿ ਸਰਦੀਆਂ 'ਚ ਤਾਂ ਵੈਸੇ ਹੀ ਨਾਲ ਕੁਦਰਤੀ ਆਪਣਾ ਕੰਮ ਕਰੀ ਜਾਂਦੀ, ਹਵਾ ਹੀ ਇੰਨੀ ਠੰਡੀ ਆ ਰਹੀ ਹੁੰਦੀ ਹੈ, ਉਹ ਆਪੇ ਹੀ ਥੋੜ੍ਹਾ ਬਹੁਤਾ ਘੱਟ ਕਰ ਲੈਂਦੀ ਹੈ। ਅਤੇ ਉਹ ਜਿਹੜਾ ਸਮੱਸਿਆ ਆਉਂਦੀ ਗਰਮੀਆਂ 'ਚ।
ਔਰ ਮਲੇਰੀਆ 'ਚ ਹੋਇਆ ਕਰਦਾ ਸੀਗਾ। ਮਲੇਰੀਆ 'ਚ ਇਹ ਹੁੰਦਾ ਸੀ ਵੀ 106 ਡਿਗਰੀ ਬੁਖਾਰ, 105 ਡਿਗਰੀ ਬੁਖਾਰ ਤਾਂ ਭੱਜਣਾ ਪੈ ਜਾਂਦੀਆਂ ਹੁੰਦੀਆਂ ਸੀਗੀਆਂ, ਹਾਈਪਰਥਰਮੀਆ ਕਹਿੰਦੇ ਸੀ ਉਹਨੂੰ। ਅਤੇ ਉਹਦੇ 'ਚ ਫਿਰ ਸਾਰਾ ਪਿੰਡਾ ਜਿਹੜਾ ਸੀ ਉਹਨੂੰ ਗਿੱਲਾ ਕਰਨਾ ਪੈਂਦਾ ਸੀ ਕਈ ਵਾਰੀ। ਇਹ ਹੁਣ ਹੁੰਦਾ ਨਹੀਂ ਇੱਦਾਂ। ਆਮ ਤੌਰ 'ਤੇ ਹੁਣ ਜਿਹੜੇ ਵਾਇਰਲ ਫੀਵਰ ਨੇ 102 ਅਤੇ ਕ੍ਰਾਸ ਵਿਰਲੇ 'ਚ ਹੀ ਕਰਦੇ ਕਿਤੇ 3-4। ਪੱਟੀਆਂ ਜਿਹੜੀਆਂ ਰੱਖਣੀਆਂ ਡਾਕਟਰ ਸਾਹਿਬ, ਇਹ ਕਿੱਥੇ ਰੱਖਣੀਆਂ ਬੋਡੀ ਦੇ, ਕਿਹੜੇ ਇੱਕ ਪਿੰਜਣੀਆਂ 'ਤੇ, ਪਿੰਜਣੀ ਦੇ ਸਾਈਜ਼ ਦੀ ਪੱਟੀ ਬਣਾ ਕੇ ਉਹਨੂੰ ਪਿੰਜਣੀ ਦੇ ਆਲੇ ਲਪੇਟ ਦਿਓ ਅਤੇ ਮੱਥੇ 'ਤੇ ਦੋ ਪਿੰਜਣੀਆਂ, ਇੱਕ ਮੱਥੇ 'ਤੇ, ਚੌਥੀ ਪਾਣੀ 'ਚ, ਉਹਨੂੰ ਫਿਰ ਰੋਟੇਟ ਕਰੀ ਜਾਣਾ। ਕਿੰਨੀ ਦੇਰ ਬਾਅਦ? ਬਸ ਵਾਰੀ ਬੰਨ੍ਹ ਲੈਣੀ ਹੈ। ਮੱਥੇ ਦੀ ਲਾਈ, ਮੱਥੇ ਦੀ ਬਦਲੀ, ਫਿਰ ਖੱਬੀ ਪਿੰਜਣੀ ਦੀ, ਫਿਰ ਸੱਜੀ ਪਿੰਜਣੀ ਦੀ, ਤਾਂ ਉਹਨੂੰ ਉਹਦੀ ਵਾਰੀ ਆ ਜਾਂਦੀ ਹੈ। ਇੱਕ 2 ਮਿੰਟ ਰੁਕ ਕੇ, ਅਤੇ 10 ਮਿੰਟ ਦੀ ਇਹਨੂੰ ਕਹਿੰਦੇ ਸਪੰਜਿੰਗ, ਟੈਪ ਵਾਟਰ ਸਪੰਜਿੰਗ ਜਾਂ ਫਰੈਸ਼ ਵਾਟਰ ਸਪੰਜਿੰਗ। ਤਾਂ ਸਪੰਜਿੰਗ ਕਰਕੇ 10 ਮਿੰਟ ਬਾਅਦ ਫੀਵਰ ਦੇਖ ਲੈਣ ਤੋਂ ਬਾਅਦ 10 ਮਿੰਟ 'ਚ ਹੀ ਫੀਵਰ ਮੋਸਟਲੀ 1-2 ਡਿਗਰੀ ਥੱਲੇ ਆ ਜਾਂਦਾ, ਅਤੇ ਇੰਨੇ ਕੁ ਲੋੜ ਪੈਂਦੀ ਹੈ। ਤਾਂ ਇਸ ਕਰਕੇ ਬੁਖਾਰ ਜਿਹੜਾ ਬੱਚਿਆਂ 'ਚ 102 ਅਤੇ ਵੱਡਿਆਂ 'ਚ 104, ਇਸ ਤੋਂ ਉੱਪਰ ਨਾ ਜਾਣਦੀ ਹੈ। ਅਤੇ ਜੇ 100 ਉੱਪਰ ਜਾਂਦਾ ਤਾਂ ਅਸੀਂ ਸਪੰਜਿੰਗ ਕਰਕੇ ਥੋੜ੍ਹਾ ਤਾਰਦੀ ਹੈ। ਤਾਂ ਇਹ ਬੁਖਾਰ ਦਾ ਇਹ ਹੈ। ਅਤੇ ਖਾਂਸੀ ਦਾ ਹੈਗਾ ਵੀ ਖਾਂਸੀ ਦਾ ਕਿੰਨੇ ਜ਼ੋਰ ਨਾਲ ਆ ਰਹੀ ਹੈ, ਇਹ ਐਡੀ ਗੱਲ ਮੈਟਰ ਨਹੀਂ ਕਰਦੀ। 2-3 ਚੀਜ਼ਾਂ ਮੈਟਰ ਕਰਦੀਆਂ ਨੇ। ਖਾਂਸੀ ਤੁਸੀਂ ਦੇਖੋਗੇ, ਜਿਹੜੀ ਗਲੇ ਵਾਲੀ ਖਾਂਸੀ ਹੁੰਦੀ ਹੋਰ ਤਰ੍ਹਾਂ ਦੀ ਹੁੰਦੀ ਹੈ, ਛਾਤੀ ਵਾਲੀ ਖਾਂਸੀ ਹੋਰ ਤਰ੍ਹਾਂ ਦੀ ਹੁੰਦੀ ਹੈ। ਛਾਤੀ ਵਾਲੀ ਖਾਂਸੀ ਬਹੁਤ ਜ਼ੋਰ ਲੱਗੇਗਾ, ਸਾਹ ਵੀ ਚੜ ਜਾਂਦਾ, ਅੱਖਾਂ ਬਾਹਰ ਆ ਜਾਂਦੀਆਂ। ਹਾਂ, ਅਤੇ ਗਲੇ ਵਾਲੀ ਖਾਂਸੀ ਤਾਂ ਸੁਪਰਫਿਸ਼ਲ ਜੀ ਹੁੰਦੀ ਹੈ। ਅਤੇ ਨਾਲ ਗਲਾ ਤਾਂ ਸਮਝ ਆ ਜਾਂਦੀ, ਜੋ ਜ਼ੁਕਾਮ ਨਾਲ ਲੱਗ ਰਿਹਾ, ਨਜ਼ਲਾ ਵਗ ਰਿਹਾ ਜਾਂ ਕੋਈ ਪਾਣੀ ਵਗ ਰਿਹਾ, ਉਹ ਵੀ ਹੁੰਦਾ ਨਾਲ। ਅਤੇ ਜਦੋਂ ਉਹ ਵੈਸੇ ਮਰੀਜ਼ ਨੂੰ ਮੇਰੀ ਤੁਹਾਨੂੰ ਬਹੁਤ ਟ੍ਰੇਨਿੰਗ ਹੋ ਜਾਂਦੀ ਸਾਡੀ, ਹੌਲੀ ਅਸੀਂ ਮਰੀਜ਼ ਨੂੰ ਪੁੱਛ 2-3-4 ਸਵਾਲ ਪੁੱਛਦੇ ਹਾਂ, ਤਾਂ ਮਰੀਜ਼ ਹੀ ਸਾਨੂੰ ਦੱਸ ਦਿੰਦਾ। ਮੈਂ ਇਹ ਚਾਹ ਰਿਹਾ ਕਿ ਬੰਦਾ ਘਰ ਬੈਠਾ, ਉਹਨੂੰ ਖਾਂਸੀ ਹੋ ਗਈ, ਉਹ ਕਦੋਂ ਜਿਹੜਾ ਉਹ ਸਮਝੋ ਵੀ ਯਾਰ ਮੇਰੀ ਖਾਂਸੀ ਖਤਰਨਾਕ ਹੋ ਰਹੀ ਹੈ, ਮੈਨੂੰ ਹੁਣ ਕੁਛ ਹੋਰ ਐਮਰਜੈਂਸੀ ਕਰਨਾ ਪਊ। ਉਹ ਖਾਂਸੀ ਤੋਂ ਗੱਲਾਂ ਡਰਨ ਦੀ ਲੋੜ ਨਹੀਂ। ਜੇ ਸਾਹ ਚੜ੍ਹ ਰਿਹਾ, ਸਾਹ ਔਖਾ ਆ ਰਿਹਾ, ਤਾਂ ਕੁਛ ਚੈਸਟ ਦੀ ਪ੍ਰੋਬਲਮ ਹੋ ਸਕਦੀ ਹੈ। ਕਈ ਵਾਰੀ ਕੀ ਹੁੰਦਾ, ਖਾਂਸੀ ਕਰਕੇ ਬੰਦੇ ਨੂੰ ਸਾਹ ਵੀ ਰੁਕਣ ਲੱਗ ਜਾਂਦਾ, ਖਾਂਸੀ ਕਰਕੇ ਹੀ ਰੁਕਣ ਲੱਗ ਜਾਂਦਾ ਹੁੰਦਾ। ਉਹ ਪੁਰਾਣੀ ਜਿਹੜੀ ਹੁੰਦੀ ਸੀ ਹੂਪਿੰਗ ਕਫ ਕਹਿੰਦੇ ਸੀ ਉਹਨੂੰ, ਕਾਲੀ ਖਾਂਸੀ, ਉਦੋਂ ਹੁੰਦਾ ਸੀਗਾ। ਹੁਣ ਆਮ ਤੌਰ 'ਤੇ ਇੱਦਾਂ ਨਹੀਂ ਹੁੰਦਾ, ਪਰ ਵਾਇਰਲ ਫੀਵਰ 'ਚ ਵੀ ਇੱਦਾਂ ਹੋ ਜਾਂਦਾ ਕਿਸੇ ਨੂੰ, ਪਰ ਉਹਨਾਂ ਜ਼ਿਆਦਾ ਨਹੀਂ ਹੁੰਦਾ। ਜਿਹੜੀ ਹੂਪਿੰਗ ਕਫ ਹੁੰਦੀ ਸੀ ਬੜੀ ਖਤਰਨਾਕ ਹੁੰਦੀ ਸੀ, ਉਹ ਕਾਲੀ ਖਾਂਸੀ ਉਹਨੂੰ ਕਹਿੰਦੇ ਹੁੰਦੇ ਸੀ। ਹੁਣ ਅੱਜ ਕੱਲ੍ਹ ਹੋ ਨਹੀਂ ਰਹੀ ਉਹ। ਤਾਂ ਉਹ ਜਿਹੜਾ ਖਤਰਨਾਕ ਵਰਤਾਰਾ ਹੈ ਖਾਂਸੀ ਦਾ, ਉਹ ਖਾਂਸੀ ਨਹੀਂ ਹੈ, ਨਹੀਂ ਸਾਹ ਚੜ੍ਹਨਾ। ਜੇ ਤੁਹਾਨੂੰ ਸਾਹ ਵੀ ਔਖਾ ਆ ਰਿਹਾ, ਜਾਂ ਮੰਨ ਲਓ ਛਾਤੀ ਤੁਹਾਡੀ ਦਰਦ ਹੋ ਰਿਹਾ, ਅਤੇ ਦਰਦ ਜਿਹੜਾ ਸਾਹ ਲੈਣ ਨਾਲ ਵੱਧਦਾ, ਤਾਂ ਉਹ ਨਿਸ਼ਾਨੀ ਆ ਗਈ ਕਿ ਤੁਹਾਡੇ ਫੇਫੜਿਆਂ 'ਚ ਵੀ ਪ੍ਰੋਬਲਮ ਹੋ ਸਕਦੀ ਹੈ। ਜਾਂ ਮਰੀਜ਼ ਕਹਿ ਰਿਹਾ ਕਿ ਮੇਰੀ ਛਾਤੀ ਜਿਹੜੀ ਹੈ ਦੁਖ ਰਹੀ ਹੈ, ਜਾਂ ਛਾਤੀ 'ਤੇ ਮੇਰੀ ਜਿਹੜੀ ਆ ਸਾਹ ਨਹੀਂ ਆ ਰਿਹਾ, ਮੈਨੂੰ ਸਾਹ ਔਖਾ ਆ ਰਿਹਾ ਹੈ, ਇੱਦਾਂ ਦਾ ਕੋਈ ਨਾ ਕੋਈ ਅਲਾਮਤ ਪੇਸ਼ੈਂਟ ਦੱਸ ਦੇਗਾ। ਜਾਂ ਜਦੋਂ ਬਲਗਮ ਬਾਹਰ ਕੱਢਦਾ ਉਹ, ਤਾਂ ਉਹਨੂੰ ਪੇਸ਼ੈਂਟ ਨੂੰ ਪੁੱਛ ਲਓ ਵੀ ਤੇਰੀ ਬਲਗਮ ਗਲੇ 'ਚ ਗਿਰ ਰਹੀ ਹੈ ਕਿ ਅੰਦਰੋਂ ਆ ਰਹੀ ਹੈ, ਉਹ ਪੇਸ਼ੈਂਟ ਵੀ ਦੱਸ ਦੇਗਾ। ਇਹ ਡੂੰਘੀ ਅੰਦਰੋਂ ਆਉਂਦੀ ਹੈ ਜੀ ਬੁਖਾਰ, ਗਲੇ 'ਚ ਨਹੀਂ ਗਿਰਦੀ। ਪੇਸ਼ੈਂਟ ਬੜੇ ਕਈ ਵਾਰੀ ਬਹੁਤ ਇੰਟੈਲੀਜੈਂਟ ਹੁੰਦੇ, ਦੱਸ ਦਿੰਦੇ ਆ। ਤਾਂ ਉਹ ਇੱਦਾਂ ਦਾ ਜੇ ਫਰਜ਼ ਨਾਲ ਜ਼ੁਕਾਮ ਹੋ ਰਿਹਾ, ਜ਼ੁਕਾਮ ਹੋਇਆ, ਤਾਂ ਫਿਰ ਜ਼ੁਕਾਮ ਤਾਂ ਓਬਵੀਅਸ ਹੋ ਹੀ ਗਿਆ ਨਾ ਕਿ ਵੀ ਵਾਇਰਲ ਹੈ। ਜੇ ਮੰਨ ਲਓ ਨੱਕ ਤੁਹਾਡਾ ਵਗ ਰਿਹਾ, ਪਾਣੀ ਵਗ ਰਿਹਾ ਨੱਕ 'ਚੋਂ, ਤਾਂ ਸਮਝੋ। ਤੇ ਜੇ ਗਲੇ 'ਚ ਕਿਚ ਹੈ, ਪਾਣੀ ਵਗਦਾ, ਛਿੱਕਾਂ ਆ ਰਹੀਆਂ, ਅਤੇ ਗਲੇ 'ਚ ਕਿਚ ਹੈ, ਤਾਂ ਇਹਦਾ ਮਤਲਬ ਹੈ ਇਹ ਸਾਰਾ ਇੱਥੇ ਕੰਮ ਹੈ, ENT ਦਾ ਕੰਮ ਹੈ ਸਾਰਾ। ਅਤੇ ਸਾਹ ਚੜ੍ਹ ਨਹੀਂ ਰਿਹਾ। ਵਜ੍ਹਾ ਦੀ ਤਾਂ ਫਿਰ ਹੁਣ ਜਿਹੜੀ ਆਪਣੀ ਇਹ ਸਭ ਤੋਂ ਕਾਮਨ ਐਮਰਜੈਂਸੀ ਇਹ ਹੈ, ਜਿਹੜੀ ਕਿ ਅੱਜ ਕੱਲ੍ਹ ਹੁਣ ਡਰਾਤਾ ਗਿਆ ਬਹੁਤ, ਅਤੇ ਮਰੀਜ਼ ਜਿਹੜਾ ਡਰਦੇ ਭੱਜ ਲੈਂਦਾ ਹਸਪਤਾਲ ਨੂੰ, ਚਲੋ ਜੀ ਟੈਸਟ ਕਰਾਈਏ ਅਤੇ ਚਲੋ ਜੀ। ਤਾਂ ਇਹ ਮੈਂ ਕਿਹਾ ਬਹੁਤ ਖਤਰਨਾਕ ਵਰਤਾਰਾ ਬਣ ਗਿਆ ਹੋਇਆ ਕਿ ਇਹਦੀ ਕੋਈ ਜ਼ਰੂਰਤ ਨਹੀਂ ਹੁੰਦੀ ਕਿਤੇ ਵੀ ਜਾਣ ਦੀ। ਇਹ ਸਭ ਤੋਂ ਕਾਮਨ ਐਮਰਜੈਂਸੀ ਹੈ, ਅਤੇ ਸਭ ਤੋਂ ਸੌਖੀ ਹੈਂਡਲ ਕਰਨ ਵਾਲੀ ਐਮਰਜੈਂਸੀ ਹੈ। ਇਹਦੇ 'ਚ ਕੁਛ ਨਹੀਂ ਕਰਨਾ, ਰੈਸਟ ਸਭ ਤੋਂ ਜ਼ਰੂਰੀ ਹੈ ਕਿ ਫਿਜ਼ੀਕਲੀ ਰੈਸਟ ਕਰੇ ਬੰਦਾ, ਮੌਸਮ ਦੇ ਹਿਸਾਬ ਨਾਲ ਨਿੱਘੀ ਥਾਂ 'ਤੇ ਹੋਵੇ, ਠੰਡ 'ਚ ਨਾ ਹੋਵੇ। ਜੇ ਲੇਟ ਜਾਵੇ, ਸੋ ਜਾਵੇ, ਆਰਾਮ 'ਚ ਹੋਵੇ, ਉਸ ਤੋਂ ਵਧੀਆ। ਅਤੇ ਉਸ ਤੋਂ ਬਾਅਦ ਆ ਗਿਆ ਤੁਹਾਡਾ ਇਹਦਾ ਖਾਣਾ ਪੀਣਾ, ਜਿਹੜਾ ਸੋਲਿਡ ਫੂਡ ਅਤੇ ਖਾਸ ਕਰਕੇ ਕੁਕਡ ਫੂਡ, ਇਹ ਬੰਦ ਕਰਦੀ ਹੈ। ਉਹ ਕਿਉਂ? ਇਹ ਕਿਸੇ ਵੀ ਅਕਿਊਟ ਇਲਨੈਸ 'ਚ ਜਿਹੜਾ ਪੱਕਿਆ ਹੋਇਆ ਖਾਣਾ ਹੈ, ਇਹ ਨਹੀਂ ਖਾਣਾ ਚਾਹੀਦਾ। ਜਾਂ ਬਹੁਤ ਘਟਾ ਦਿਓ, ਬਹੁਤ ਘਟਾ ਦਿਓ। ਪੁਰਾਣੇ ਬਜ਼ੁਰਗੀ ਦੇ 'ਤੇ ਵੀ ਤੁਹਾਨੂੰ ਯਾਦ ਹੋਣਾ ਵੀ ਬਜ਼ੁਰਗ ਵੀ ਇਹੀ ਕਹਿੰਦੇ ਸੀ ਬਈ ਬਜ਼ੁਰਗ ਕੀ
ਤੁਸੀਂ ਜਾਨਵਰਾਂ ਵੱਲ ਦੇਖ ਕੇ ਦੇਖੋ, ਜਦੋਂ ਹੀ ਜਾਨਵਰ ਬਿਮਾਰ ਹੁੰਦਾ ਖਾਣਾ ਪੀਣਾ ਛੱਡ ਦਿੰਦਾ ਤੇ ਜਾ ਕੇ ਘਾਹ ਖਾਂਦਾ। ਤੇ ਕੁੱਤੇ ਵੀ ਦੇਖੇ ਹੋਣੇ, ਬਿੱਲੀਆਂ ਵੀ ਦੇਖੀਆਂ ਹੋਣੀਆਂ, ਜਿਵੇਂ ਸ਼ੇਰ, ਇਹ ਵੀਡੀਓ ਵੀ YouTube ਤੇ ਪਈ ਹੈ, ਸ਼ੇਰ ਈਟਿੰਗ ਗ੍ਰਾਸ। ਕਿ ਜੋ ਸ਼ੇਰ ਵੀ ਬਿਮਾਰ ਹੋ ਜਾਂਦਾ ਹੈ ਤਾਂ ਉਹ ਵੀ ਫਿਰ ਜਾ ਕੇ ਖਾਣਾ ਪੀਣਾ ਮੀਟ ਮੂਟ ਨਹੀਂ ਖਾਂਦਾ, ਫਿਰ ਉਹ ਘਾਹ ਖਾਂਦਾ। ਤਾਂ ਇਹ ਕੀ ਹੁੰਦਾ ਹੈ, ਜਿਹੜਾ ਖਾਣਾ ਪੀਣਾ ਬੰਦ ਕਰਨਾ ਹੈ, ਇਹ ਕੀ ਮਤਲਬ ਹੈ ਇਹਦਾ? ਕੁਦਰਤ ਵੀ ਭੁੱਖ ਬੰਦ ਕਰ ਦਿੰਦੀ ਹੈ। ਕੁਦਰਤ ਸਭ ਤੋਂ ਪਹਿਲਾਂ ਕੰਮ ਕਰਦੀ, ਤੁਹਾਡੀ ਭੁੱਖ ਮਾਰਦੀ ਹੈ। ਲੇਕਿਨ ਅਸੀਂ ਐਡੇ ਬੋਲੇ ਹੋ ਗਏ ਹਾਂ, ਮਾਮਾ ਹੀ ਕਹੀ ਜਾਣਗੇ ਬੱਚੇ ਨੂੰ ਖਾ ਲੈ, ਖਾਂਦਾ ਕਿਉਂ ਨਹੀਂ, ਤਵੇਂ ਤਾਕਤ ਆਏਗੀ, ਕਮਜ਼ੋਰ ਹੋ ਜਾਏਗਾ, ਉਹ ਇਹੋ ਜਿਹਾ ਕੁਛ ਨਾ ਕੁਛ ਅਸੀਂ ਕਰਦੇ ਰਹਿੰਦੇ ਹਾਂ। ਸੋ ਉਹ ਜਿਹੜਾ ਵਰਤਾਰਾ ਨੂੰ ਬੰਦ ਕਰਨਾ ਚਾਹੀਦਾ। ਜੇ ਭੁੱਖ ਮਰ ਗਈ ਫਿਰ ਤਾਂ ਬਿਲਕੁਲ ਨਹੀਂ ਖਾਣਾ ਚਾਹੀਦਾ, ਠੀਕ ਹੈ ਨਾ। ਈਵਨ ਜੇ ਭੁੱਖ ਨਹੀਂ ਵੀ ਮਰੀ ਤਾਂ ਵੀ ਜਿਹੜਾ ਪੱਕਿਆ ਹੋਇਆ ਸੋਲਿਡ ਖਾਣਾ ਉਹ ਨਹੀਂ ਖਾਣਾ ਚਾਹੀਦਾ। ਕਿਉਂ? ਕਿਉਂਕਿ ਬਾਡੀ ਨੂੰ ਜਦੋਂ ਅਸੀਂ ਮੇਜਰ ਖਾਣਾ ਖਾ ਲੈਂਦੇ ਹਾਂ ਹਜਮ ਹੋਣ ਵਾਲਾ, ਤਾਂ ਬਾਡੀ ਦੀ ਜਿਹੜੀ ਟੋਟਲ ਐਨਰਜੀ ਦਾ 70%, 30% ਬਚਦਾ ਸਿਰਫ ਸਾਡੇ ਕੋਲ। 70% ਫੂਡ ਹਜਮ ਕਰਨ 'ਚ ਲੱਗ ਜਾਂਦਾ। ਸਾਰੀ ਬਾਡੀ ਦਾ ਜਿਹੜਾ ਸਾਰਾ ਮੈਕੈਨਿਜ਼ਮ ਹੈ ਉਹਨੂੰ ਇੱਕ ਭੱਜਣਾ ਪਈ ਹੁੰਦੀ ਹੈ ਵੀ ਇਹ ਫੂਡ ਆ ਗਿਆ, ਹੁਣ ਤੇ ਇਹਨੂੰ ਹਜਮ ਕਰਨਾ ਸਾਡੇ ਲਈ ਇੱਕ ਵੱਡਾ ਕੰਮ ਹੈ। ਕਿ ਫੂਡ ਨੂੰ ਕਿਉਂਕਿ ਇੱਥੋਂ ਸ਼ੁਰੂ ਕਰਕੇ ਐਂਡ ਤੱਕ ਲੈ ਕੇ ਜਾਣਾ, ਫਿਰ ਉਹਨੂੰ ਇਕੱਲੇ ਸਟੈਪ 'ਤੇ ਉਹਦੇ ਰਸ ਪੈਦਾ ਕਰਨੇ, ਫਿਰ ਉਹਨੂੰ ਹਜਮ ਕਰਨਾ, ਫਿਰ ਹਜਮ ਕਰਕੇ ਉਹਨੂੰ ਖੂਨ 'ਚ ਲੈ ਕੇ ਆਉਣਾ, ਫਿਰ ਖੂਨ 'ਚ ਆਪਣੇ ਅੰਗਾਂ ਨੂੰ ਦੇਣਾ, ਤਾਂ ਬਾਡੀ ਸਾਰੀ ਉੱਧਰ ਲੱਗ ਜਾਂਦੀ ਹੈ। ਸਾਰਾ ਸਰੀਰ ਦਾ ਧਿਆਨ ਜਿਹੜਾ ਹੈ ਉਹ ਬਾਡੀ ਨੂੰ ਜਿਹੜਾ ਖਾਣਾ ਦੇਣ 'ਚ, ਖਾਣਾ ਪਚਾਉਣ 'ਚ, ਖਾਣਾ ਹਜਮ ਕਰਨ 'ਚ ਅਤੇ ਉਹਨੂੰ ਲਾਉਣ 'ਚ ਲੱਗਿਆ ਹੁੰਦਾ। ਉਹ ਸਮਝੋ 3 ਘੰਟੇ ਘੱਟੋ ਘੱਟ ਵੀ ਇਸ ਕੰਮ 'ਤੇ ਬਾਡੀ ਦਾ ਪੂਰਾ ਧਿਆਨ ਉੱਧਰ ਹੁੰਦਾ। ਅਤੇ ਇਸ ਕਰਕੇ ਆਪਣਾ ਕੀ ਫਰਜ਼ ਬਣਦਾ ਹੈ ਕਿ ਜਦੋਂ ਅਕਿਊਟ ਇਲਨੈਸ ਹੋ ਰਹੀ ਹੈ ਤਾਂ ਸਾਨੂੰ ਐਨਰਜੀ ਚਾਹੀਦੀ ਹੈ ਆਪਣੇ ਆਪ ਨੂੰ ਹੀਲ ਕਰਨ ਲਈ। ਅਤੇ ਜੇ ਆਪਾਂ ਸੋਲਿਡ ਖਾਣਾ ਬੰਦ ਕਰ ਦਈਏ, ਖਾਸ ਕਰਕੇ ਪੱਕਿਆ ਹੋਇਆ, ਤਾਂ ਉਹ ਜਿਹੜੀ ਐਨਰਜੀ ਹੈ ਸਾਡੇ ਕੋਲ ਬਹੁਤ ਇਨਫ ਬਚ ਜਾਂਦੀ ਹੈ ਉੱਧਰ ਲਾਉਣ ਲਈ, ਠੀਕ ਕਰਨ ਵਾਸਤੇ। ਅਤੇ ਜੇ ਆਪਾਂ ਖਾਣਾ ਪੀਣਾ ਜਾਰੀ ਰੱਖਾਂਗੇ ਤਾਂ ਫਿਰ ਉਹ ਸਾਰੀ ਐਨਰਜੀ ਜਿਹੜੀ ਤੁਹਾਡੀ 70% ਐਨਰਜੀ ਉੱਧਰ ਲੱਗ ਗਈ, ਬਾਕੀ 30% ਬਚੀ, 30% ਜੋ ਬਾਕੀ ਹਾਰਟ ਵੀ ਚੱਲਣਾ ਹੈ, ਲੰਗਸ ਵੀ ਚੱਲਣੇ, ਬਾਕੀ ਸਾਰੇ ਸਰੀਰ ਦੇ ਕੰਮ ਵੀ ਚੱਲ ਰਹੇ ਆ। ਤੁਹਾਡੇ ਕੋਲ ਜਿਹੜੀ ਬਿਮਾਰੀ ਨੂੰ ਠੀਕ ਕਰਨ ਲਈ ਤਾਂ 10% ਹੀ ਬਚੇਗੀ ਫਿਰ, ਅਤੇ 10% ਨਾਲ ਫਿਰ ਕਿਵੇਂ ਠੀਕ ਹੋਵਾਂਗੇ ਆਪਾਂ। ਤਾਂ ਇੱਕ ਗੱਲ ਬਹੁਤ ਜ਼ਰੂਰੀ ਹੈ ਕਿ ਸੋਲਿਡ ਕੁਕਡ ਫੂਡ ਬੰਦ ਕਰਨਾ। ਖਾਣਾ ਕੀ ਹੈ? ਅੱਵਲ ਤਾਂ ਲਿਕੁਇਡਸ ਜਾਂ ਵੱਧ ਤੋਂ ਵੱਧ ਫਲ ਫਰੂਟ ਜਿਹੜੇ ਈਜ਼ੀਲੀ ਹਜਮ ਹੋਣ ਵਾਲੇ ਫਲ ਫਰੂਟਸ ਹੋਣ, ਈਜ਼ੀਲੀ ਹਜਮ ਹੋਣ ਵਾਲੇ। ਪੁਰਾਣੇ ਜ਼ਮਾਨੇ 'ਚ ਕਹਿੰਦੇ ਸੀ ਅੰਗੂਰ ਖਾ ਦਿਓ, ਬੁਖਾਰ ਹੋਇਆ ਅੰਗੂਰ ਖਾ ਲੈ। ਅਤੇ ਅੰਗੂਰ ਜਿਹੜਾ ਸੀ ਕਿਉਂਕਿ ਕੀ ਆ ਉਹਦੇ ਮੂੰਹ ਜਾਣੇ ਪੋਲ ਕੇ ਮਾੜੇ ਚੱਬ ਕੇ ਅੰਦਰ ਲੰਘਾ ਲੈਣੇ, ਅਤੇ ਉਹਦੇ ਨਾਲ ਊਰਜਾ ਮਿਲੀ ਜਾਂਦੀ ਸੀਗੀ, ਰੈਡੀਮੇਡ ਊਰਜਾ ਸੀ। ਅਤੇ ਉਹ ਕਿਤੇ ਨਾ ਕਿਤੇ ਜਿਹੜਾ ਹੈ ਇਹ ਵਰਤਾਰਾ ਸੀਗਾ, ਪੁਰਾਣੇ ਜ਼ਮਾਨੇ 'ਚ ਵੀ ਸੀਗਾ ਕਿ ਬੰਦ ਬੁੰਦ ਕਰਕੇ ਸਾਰਾ ਕੁਛ, ਅਤੇ ਕੁਛ ਪੀਣ ਵਾਲੀ ਚੀਜ਼ਾਂ ਦੇ ਦਿਓ। ਹੁਣ ਅੱਜ ਜਿਹੜਾ ਅਸੀਂ ਜਿਹੜਾ ਕੱਢਿਆ, ਜਿਹੜਾ ਬਹੁਤ ਪਾਪੂਲਰ ਕੀਤਾ ਸੀ ਪਿਛਲੇ ਸਾਲ 2 ਸਾਲ 'ਚ, ਕਿ 3 ਡੇ ਲਿਕੁਇਡ ਰੈਜਮਨ, ਜਿਹੜਾ ਜਦੋਂ ਵੀ ਤੁਹਾਨੂੰ ਕੋਈ ਵਾਇਰਲ ਫੀਵਰ ਹੋ ਰਿਹਾ ਤਾਂ 3 ਦਿਨ ਵਾਸਤੇ ਖਾਸ ਕਿਸਮ ਦਾ ਖਾਣਾ ਹੈ ਜਿਸ 'ਚ ਲਿਕੁਇਡਸ ਬਹੁਤ ਜ਼ਿਆਦਾ ਨੇ ਅਤੇ ਸੋਲਿਡ। ਪਹਿਲੇ ਦਿਨ ਤਾਂ ਬਿਲਕੁਲ ਹੀ ਨਿੱਲ ਹੈ, ਦੂਜੇ ਦਿਨ ਨਾ ਮਾਤਰ ਹੈ ਅਤੇ ਕੱਚਾ, ਤੀਜੇ ਦਿਨ ਥੋੜ੍ਹਾ ਬਹੁਤਾ ਰਾਤ ਨੂੰ ਜਾ ਕੇ ਕੁਕਡ ਫੂਡ ਹੈ। ਸੋ ਉਹ 3 ਦਿਨ ਜਿਹੜੇ ਨੇ ਬੜੇ ਇੰਪੋਰਟੈਂਟ ਦਿਨ ਨੇ। ਉਹ 3 ਦਿਨਾਂ ਦੇ ਵਿੱਚ ਲਗਭਗ ਠੀਕ ਹੋ ਜਾਂਦਾ। ਅਤੇ ਜੇ ਮਾੜੀ ਮੋਟੀ ਰਹਿੰਦ ਖੂੰਹਦ ਰਹਿ ਗਈ ਤਾਂ ਫਿਰ ਚੌਥੇ ਦਿਨ, 5ਵੇਂ ਦਿਨ, 6ਵੇਂ ਦਿਨ ਵੀ ਆਪਾਂ ਓਨਾ ਕੁ ਲਾਗੂ ਕਰ ਸਕਦੇ ਹਾਂ, ਥੋੜ੍ਹਾ ਜਿਹਾ ਮੋਡੀਫਾਈ ਕਰ ਲੈਂਦੇ ਅਸੀਂ। ਫਿਰ ਉਹਨੂੰ 2 ਟਾਈਮ ਹਲਕਾ ਫੁਲਕਾ ਖਾਣਾ ਦੇਣ ਲੱਗ ਜਾਂਦੇ ਹਾਂ। ਬਾਕੀ ਉਹੀ ਰੂਟੀਨ ਰੱਖਦੇ ਹਾਂ ਕਿ ਪੀਣ ਵਾਲੀ ਚੀਜ਼ਾਂ ਜ਼ਿਆਦਾ, ਜਾਂ ਫਲ ਫਰੂਟ ਜਾਂ ਸਲਾਦ ਈਜ਼ੀਲੀ ਹਜਮ ਹੋਣ ਵਾਲੀ, ਅਤੇ 1 ਜਾਂ 2 ਵਾਰੀ ਕੋਈ ਪਤਲੀ ਜਿਹੀ ਖਿਚੜੀ, ਸੌਂਗ ਦੇ ਚੌਲਾਂ ਦੀ ਖਿਚੜੀ ਜਿਹੜੀ ਸਭ ਤੋਂ ਵਧੀਆ ਹੁੰਦੀ ਹੈ। ਸੌਂਗ ਦੇ ਚੌਲ, ਜਾਂ ਅਸੀਂ ਜੋ ਸਾਡਾ ਵਨ ਆਫ ਦੀ 5 ਮਿਲਟ 'ਚੋਂ ਇੱਕ ਸੌਂਕ ਵੀ ਆ। ਤਾਂ ਸੌਂਕ ਦਾ ਗੁਣ ਇਹ ਹੈ ਕਿ ਸੌਂਕ ਬਹੁਤ ਹੀ ਈਜ਼ੀਲੀ ਹਜਮ ਹੋਣ ਵਾਲਾ ਮਿਲਟ ਹੈ, ਮਤਲਬ ਐਫਰਟਲੈਸਲੀ ਹਜਮ ਹੋ ਜਾਂਦਾ। ਅਤੇ ਸਾਡੇ ਵਰਤਾਂ 'ਚ ਵੀ ਵਰਤਾਂ ਦੇ ਚੌਲ ਕਰਕੇ ਜਿਹਨੂੰ ਜਾਣਿਆ ਜਾਂਦਾ, ਪੂਰੇ ਭਾਰਤ ਦੇ ਵਿੱਚ ਇਹਨੂੰ ਜਾਣਿਆ ਜਾਂਦਾ ਵਰਤਾਂ ਵਾਲੇ ਚੌਲ। ਮਤਲਬ ਜੇ ਕਿਸੇ ਬੰਦੇ ਨੂੰ ਵਾਇਰਲ ਹੁੰਦਾ ਹੈ ਜਾਂ ਕੋਈ ਇਸ ਤਰ੍ਹਾਂ ਦੀ ਡਿਜ਼ੀਜ਼ ਹੁੰਦੀ ਹੈ ਤਾਂ ਉਹਨੂੰ ਉਹ ਸਵਾਂਕ ਹੀ ਦੇਣਾ। ਕੋਈ ਵੀ ਅਕਿਊਟ ਇਲਨੈਸ ਹੋਵੇ ਤਾਂ ਸੌਂਕ ਜਿਹੜਾ ਹੈ ਉਹ ਹਾਂ ਈਜ਼ੀਲੀ ਆਸਾਨੀ ਨਾਲ ਹਜਮ ਹੋਣ ਵਾਲਾ ਮਿਲਟ ਹੈ। ਮਿਲਟ ਦੇ ਗੁਣ ਵੀ ਹੈਗੇ ਉਹ 'ਚ, ਅਤੇ ਉਹਦੇ 'ਚ ਹਜਮ ਹੋਣ ਦੇ ਨਜ਼ਰੀਏ ਤੋਂ ਵੀ ਉਹ ਬਹੁਤ ਸਖਤ ਨਹੀਂ ਹੈਗਾ, ਬਹੁਤ ਨਰਮ। ਬਿਲਕੁਲ ਸਭ ਤੋਂ ਨਰਮ ਹੈ। ਅਤੇ ਉਹ ਜਿਹੜੀ 3 ਦਿਨ ਹੋ ਗਿਆ ਲਿਕੁਇਡ ਡਾਈਟ, ਅਤੇ ਉਸ ਤੋਂ ਬਾਅਦ ਚੌਥੇ 5ਵੇਂ ਦਿਨ ਜੇ ਥੋੜ੍ਹਾ ਬਹੁਤਾ ਲੰਬਾ ਜਾ ਰਿਹਾ ਤਾਂ 2 ਵਾਰੀ ਮਿਲਟ ਦਾ ਜਿਹੜਾ
ਖਾਣਾ ਖਿਚੜੀ ਆ ਜਿਸ 'ਚੋਂ ਖਾਸ ਕਰਕੇ ਸਵਾਂਕ ਦਾ, ਤਾਂ ਉਹ ਖਿਚੜੀ ਪਤਲੀ ਪਤਲੀ ਖਿਚੜੀ ਆਪਾਂ ਦੇ ਸਕਦੇ ਹਾਂ ਕਿਸੇ ਪਤਲੀ ਜੀ ਮੂੰਗੀ ਦੀ ਦਾਲ ਨਾਲ, ਜਾਂ ਵਿੱਚ ਖਿਚੜੀ ਵੀ ਬਣਾ ਸਕਦੇ ਹਾਂ ਦਾਲ ਪਾ ਕੇ, ਜਾਂ ਥੋੜ੍ਹੀ ਬਹੁਤੀ ਸਬਜ਼ੀਆਂ ਪਾ ਸਕਦੇ ਹਾਂ। ਤਾਂ ਉਹ ਇੱਕ ਵਾਰੀ ਦੁਪਹਿਰ ਮਤਲਬ ਜਿਹੜੀ ਐਗਜ਼ੈਕਟ ਅਸੀਂ ਡਿਟੋ ਕਹਿੰਦੇ ਹਾਂ, ਉਹ ਕਹਿੰਦੇ ਆ ਕਿ ਜਿਹੜੇ 4-5 ਕਿਸਮ ਦੇ ਆਪਣੇ ਕੋਲ ਲਿਕੁਇਡ ਨੇ ਜਿਹੜੇ ਦੇ ਸਕਦੇ ਹੁਣ। ਨੰਬਰ 1 ਤਾਂ ਅਸੀਂ ਪ੍ਰੈਫਰ ਕਰਦੇ ਹਾਂ ਕਿ ਕੁਛ ਮੈਡੀਕੇਟਡ ਵਾਟਰਸ ਨੇ। ਮੈਡੀਕੇਟਡ ਵਾਟਰ ਨੂੰ ਅਸੀਂ ਕਿਹਨੂੰ ਕਹਿ ਰਹੇ ਹਾਂ, ਅਸੀਂ ਆਪਣੇ ਨਾਂ ਰੱਖ ਲਏ ਆ, ਉਹ ਨਾਂ ਰੱਖਣੇ ਜ਼ਰੂਰੀ ਸੀਗੇ ਪਛਾਣ ਵਾਸਤੇ। ਤਾਂ ਉਹ ਮੈਡੀਕੇਟਡ ਵਾਟਰ ਕਹਿੰਦੇ ਕਿ ਜਿਹੜਾ ਰਾਤ ਨੂੰ ਭਿਉਂ ਕੇ ਰੱਖ ਦਿਓ ਅਤੇ ਸਵੇਰੇ ਪੀ ਲਓ, ਜਾਂ ਕੁਛ ਚਿਰ ਭਿਉਂ ਕੇ ਰੱਖੋ ਅਤੇ ਬਾਅਦ 'ਚ ਪੀ ਲਓ, ਕੁਛ ਨਹੀਂ ਕਰਨਾ ਉਹਨੂੰ। ਕਿਹੜੀ ਕਿਹੜੀ ਚੀਜ਼ ਦਾ ਬਣਾ ਸਕਦੇ ਆਪਾਂ ਮੇਥੀ ਦਾ ਬਣਾ ਸਕਦੇ ਹਾਂ, ਆਪਾਂ ਗਲੋ ਦਾ ਬਣਾ ਸਕਦੇ ਹਾਂ, ਜਿਵੇਂ ਸ਼ੂਗਰ ਵਾਲੇ ਨੂੰ ਅਸੀਂ ਪਨੀਰ ਰੋਟੀ ਕਹਿੰਦੇ ਉਹਦਾ ਬਣਾ ਸਕਦੇ ਹਾਂ, ਜਾਂ ਜਿਹੜਾ ਔਲਾ ਹੁਣ ਕਿ ਵੰਡਰਫੁਲ ਸਾਡੇ ਕੋਲ ਇੱਕ ਫਰੂਟ ਹੈ ਜਿਹਦੇ ਅੰਦਰ ਵਿਟਾਮਿਨ ਸੀ ਬਹੁਤ ਜ਼ਿਆਦਾ ਮਾਤਰਾ 'ਚ ਹੈ, ਲੇਕਿਨ ਉਹਨੂੰ ਖਾਂਦੇ ਨਹੀਂ ਲੋਕ ਕਿਉਂਕਿ ਸਵਾਦ ਨਹੀਂ ਹੁੰਦਾ ਬਹੁਤਾ, ਖਟਿਆਸ 'ਤੇ ਹੁੰਦਾ ਅਤੇ ਗਲ ਨੂੰ ਫੜਦਾ, ਬਹੁਤ ਲੋਕ ਖਾਂਦੇ ਹੀ ਨਹੀਂ ਹੈ। ਮੁੱਲਾ ਜ਼ੋਰ ਲਾਓ ਤੁਸੀਂ ਕੱਚਾ ਔਲਾ ਨਹੀਂ ਖਾਂਦੇ। ਹੁਣ ਉਹਦਾ ਤਰੀਕਾ ਸਾਨੂੰ ਮਰੀਜ਼ ਹੀ ਸਿਖਾ ਗਿਆ, ਕਹਿੰਦਾ ਜਿਹਨੂੰ ਕੱਦੂਕਸ ਕਰੋ, ਪਾਣੀ ਦੇ ਗਲਾਸ 'ਚ ਪਾ ਕੇ 15 ਮਿੰਟ ਢੱਕ ਦਿਓ, 10-15 ਮਿੰਟ ਉਹ ਸਾਰਾ ਪਾਣੀ ਸਾਰਾ ਉਹਦਾ ਜਿਹੜਾ ਐਕਟਿਵ ਉਹਦੇ 'ਚ ਤੱਤ ਨੇ ਉਹ ਪਾਣੀ 'ਚ ਆ ਜਾਂਦੇ ਆ। ਵੰਡਰਫੁਲ। ਉਹਦੇ 'ਚ ਮੈਂ ਕੱਲ੍ਹ ਭਰ ਕੇ ਦੇਖਿਆ, ਬਾਕੀ ਉਹਦੇ ਜਿਹੜਾ ਖਟਿਆਸ ਖਟੂਸ ਅਤੇ ਉਹਦੇ ਜਿਹੜਾ ਕੁੜਤਣ ਸਭ ਖਤਮ, ਕੁਛ ਵੀ ਨਹੀਂ ਪਾਉਣ ਦੀ ਲੋੜ ਹੀ ਨਹੀਂ ਹੈ। ਕਿਉਂ ਆਪਾਂ ਅਡਲਟਰੇਟ ਕਰਨਾ ਉਹਨੂੰ? ਉਹ ਆਪਣੇ ਆਪ ਜੀ ਉਹਦਾ ਟੇਸਟ ਇੰਨਾ ਅੱਛਾ ਬਣ ਜਾਂਦਾ ਹੈ ਕਿ ਤੁਹਾਨੂੰ ਲੋੜ ਨਹੀਂ ਹੈ ਕੋਈ। ਪਾਣੀ ਪੀ ਲਿਆ, ਫਿਰ ਉਹਦੇ ਪਿੱਛੇ ਉਹ ਵਜੇ ਬਚ ਗਿਆ ਨਾ, ਉਹਦੀ ਹੋਰ ਪਾਣੀ ਪਾ ਕੇ ਰੱਖ ਦਿਓ, 10-15 ਮਿੰਟ ਬਾਅਦ 10 ਮਿੰਟ ਬਾਅਦ ਫਿਰ ਉਹ ਪੀ ਲਓ। ਫਿਰ ਤੀਜੀ ਵਾਰੀ 3 ਵਾਰੀ ਵੀ ਕਰ ਸਕਦੇ ਆਪਾਂ, 3 ਵਾਰੀ ਵੀ ਤੁਹਾਨੂੰ ਦੇਖੋਗੇ ਕਿ ਕੁਛ ਨਾ ਕੁਛ ਉਹਦਾ, ਅਤੇ 3 ਵਾਰੀ 'ਚ ਫੋਕਟ ਹੋ ਜਾਏਗਾ। ਅਤੇ ਉਹ ਇਸ ਤਰ੍ਹਾਂ ਇੱਕ ਜਾਂ ਦੋ ਵਾਲੇ ਤੁਸੀਂ ਰੋਜ਼ ਖਾ ਲੈ ਲਏ, ਮੰਨ ਲਓ 2 ਵਾਲੇ ਲੈ ਲਏ ਤਾਂ ਬਹੁਤ ਨੇ। 2 ਵਾਲੇ ਤੁਹਾਡੇ ਸਰੀਰ ਦਾ ਕੋਟਾ ਜਿਹੜਾ ਵਿਟਾਮਿਨ ਸੀ ਦਾ ਪੂਰਾ ਕਰ, ਜ਼ਿਆਦਾ ਵੀ ਲੈ ਲਓਗੇ, 2 ਵਾਰੀ ਲੈ ਲਓਗੇ, 3 ਵਾਰੀ ਲੈ ਲਓਗੇ ਤਾਂ ਵੀ ਕੁਛ ਨਹੀਂ ਹੁੰਦਾ, ਕੋਈ ਤੁਹਾਨੂੰ ਨੁਕਸਾਨ ਨਹੀਂ ਕਰਨ ਲੱਗਿਆ ਉਹ। ਸੋ ਇੱਦਾਂ ਪੀ ਸਕਦੇ ਹਾਂ। ਅਗਰ ਨਿੰਬੂ ਹੈ, ਨਿੰਬੂ ਪਾਣੀ ਦਾ ਆਪਾਂ ਨੂਣ ਹੈਗਾ ਹੀ ਆਪਣੇ ਕਲਚਰ ਦਾ ਪਾਰਟ ਹੈ, ਨਿੰਬੂ ਪਾਣੀ ਪੀਤਾ ਮੈਂ। ਨਿੰਬੂ ਪਾਣੀ ਹੁਣ ਤੁਸੀਂ ਆਮ ਚੀਨੀ ਠੋਕ ਲੈਂਦੇ ਵਿੱਚ, ਮਤਲਬ ਨਹੀਂ ਚੀਨੀ ਪਾਉਣ ਦਾ ਕੋਈ ਲੋੜ ਨਹੀਂ ਹੈ ਉਹਦੇ 'ਚ। ਜੇ ਬੱਚੇ ਨੂੰ ਦੇਣਾ ਤਾਂ ਵੱਖਰੀ ਗੱਲ ਹੈ, ਥੋੜ੍ਹੀ ਬਹੁਤੀ ਸ਼ੱਕਰ ਪਾ ਲਓ, ਲੇਕਿਨ ਜੇ ਤੁਸੀਂ ਪੀਣਾ ਤਾਂ ਫਿਰ ਨਮਕ ਪਾ ਕੇ, ਸਿੰਦਾ ਨਮਕ ਪਾਓ, ਥੋੜ੍ਹੀ ਕਾਲੀ ਮਿਰਚ ਪਾਓ, ਪੀ ਲਓ। ਜੇ ਤੁਹਾਨੂੰ ਸਵਾਦ ਵਾਸਤੇ ਕਰਨਾ ਤਾਂ ਥੋੜ੍ਹੀ ਬਹੁਤੀ ਸ਼ੱਕਰ ਪਾ ਲਓ। ਇਹ ਤਾਂ ਨਿੰਬੂ ਪਾਣੀ ਹੋ ਗਿਆ। ਇਹ ਉਸ ਤੋਂ ਵੀ ਸੁਪਰ ਚੀਜ਼ ਹੈ ਇੱਕ ਕਿ ਫਰੀਜ਼ਰ 'ਚ ਸਿੱਟ ਦਿਓ ਨਿੰਬੂ, ਉਹ ਜੰਮ ਜਾਏਗਾ। ਫਿਰ ਉਹਨੂੰ ਬਰੀਕ ਕੱਦੂਕਸ ਕਰ ਲਓ, ਅਤੇ ਫਿਰ ਉਹਨੂੰ ਜਿੱਦਾਂ ਔਲਾ ਕੱਦੂਕਸ ਕਰਕੇ ਪਾਇਆ ਇੱਦਾਂ ਹੀ ਉਹਨੂੰ ਪਾਣੀ 'ਚ ਪਾ ਕੇ 10-15 ਮਿੰਟ ਰੱਖ ਦਿਓ, ਫਿਰ ਉਹ ਪਾਣੀ ਪੀ ਲਓ। ਉਹਦਾ ਕਿਉਂਕਿ ਨਿੰਬੂ ਦੇ ਵਿੱਚ ਤਾਂ ਸਾਰਾ ਅੰਦਰਲਾ ਰਸਾ ਹੁੰਦਾ, ਤਾਂ ਉਹਦਾ ਜਿਹੜਾ ਫੋਕਟ ਆ ਬਹੁਤ ਘੱਟ ਵੱਜਦਾ, ਉਹ ਸਣੀ ਛਿਲਕੇ ਲੰਘ ਜਾਂਦਾ ਅੰਦਰ। ਤਾਂ ਇਸ ਕਰਕੇ ਸਾਬਤ ਨਿੰਬੂ ਨੂੰ, ਫਰੋਜ਼ਨ ਨਿੰਬੂ ਕੱਦੂਕਸ ਕਰਕੇ ਪਾਣੀ 'ਚ ਪਾ ਕੇ ਤੁਸੀਂ ਪੀ ਸਕਦੇ ਹੋ। ਸੋ ਇੱਦਾਂ ਇੱਕ ਮੈਡੀਕੇਟਡ ਵਾਟਰ ਹੋ ਗਿਆ। ਉਸ ਤੋਂ ਬਾਅਦ ਆ ਗਏ ਤੁਹਾਡੇ ਕਾੜੇ। ਹੁਣ ਕਾੜੇ ਜਿਹੜੇ ਨੇ, ਕਾੜੇ ਦਾ ਮਤਲਬ ਕੀ ਹੈ ਕਿ ਕਿਸੇ ਚੀਜ਼ ਨੂੰ ਤੁਸੀਂ ਕਾੜ ਦਿਓ, ਉਬਾਲ ਦਿਓ, ਤਾਂ ਉਹਦਾ ਜਿਹੜਾ ਪੌਦੇ ਦਾ ਐਕਟਿਵ ਉਹਦੇ 'ਚ ਤੱਤ ਹੈ ਉਹ ਪਾਣੀ 'ਚ ਆ ਜਾਏਗਾ। ਕਿੰਨਾ ਉਬਾਲਣਾ? ਵੱਧ ਤੋਂ ਵੱਧ 5 ਮਿੰਟ, 4 ਮਿੰਟ 5 ਮਿੰਟ 'ਚ ਆ ਜਾਂਦੀ ਹੈ। ਬਹੁਤ ਲੋਕਾਂ ਨੇ ਕਾੜਿਆਂ ਨੂੰ ਕੰਪਲੀਕੇਟ ਕਰ ਰੱਖਿਆ ਕਿ 15-15 ਮਿੰਟ ਉਬਾਲੇ ਜਾਂਦੇ ਆ, 20-20 ਮਿੰਟ ਉਬਾਲੇ ਜਾਂਦੇ ਆ, ਚੌਥਾ ਹਿੱਸਾ ਰਹਿ ਜਾਏ, ਇਹ ਰਹਿ ਜਾਏ, ਉਹ ਰਹਿ ਜਾਏ, ਕੁਛ ਨਹੀਂ ਲੋੜ ਹੈ। 5 ਮਿੰਟ ਜੋ ਨਿਕਲਣਾ ਨਿਕਲ ਜਾਂਦਾ। ਤਾਂ 5 ਮਿੰਟ ਨੂੰ ਉਬਾਲੋ, ਮੁੜ ਕੇ ਉਹਨੂੰ ਸ਼ੱਕਰ ਪਾਓ, ਉਹਦੇ 'ਚ ਕਾਲੀ ਮਿਰਚ ਪਾ ਲਓ, ਸਵਾਦ ਵਾਸਤੇ ਜੋ ਵੀ ਤੁਹਾਨੂੰ ਅੱਛਾ ਲੱਗਦਾ ਪਾ ਲਓ। ਰੋਕਾਂਗਾ ਤੁਹਾਨੂੰ। ਜਿਹੜਾ ਉਬਾਲਾ ਜਦੋਂ ਆਉਣਾ ਸ਼ੁਰੂ ਹੋਵੇ, ਮਤਲਬ ਇੱਕ ਤਾਂ ਹੋਇਆ ਆਪਾਂ ਪਾਣੀ ਰੱਖਤਾ, ਅਤੇ ਜਦੋਂ ਉਬਾਲਾ ਆਉਣਾ ਸ਼ੁਰੂ ਹੋਵੇ ਉਦੋਂ ਬਾਅਦ 5 ਮਿੰਟ ਗਿਣਨੇ ਨੇ ਕਿ ਜਾਂ ਰੱਖੇ ਤੋਂ ਬਾਅਦ 5 ਮਿੰਟ ਬਾਅਦ ਆਉਣਾ? ਨਹੀਂ, ਤੁਸੀਂ ਚਲੋ ਉਹ ਅੱਗ ਘੱਟ ਵੱਧ ਹੋ ਸਕਦੀ ਹੈ, ਤੁਸੀਂ ਉਬਾਲੇ ਤੋਂ ਬਾਅਦ ਗਿਣ ਲਓ। ਜਦੋਂ ਪਾਣੀ ਉਬਲਣ ਲੱਗ ਗਿਆ ਉਦੋਂ ਬਾਅਦ ਤੁਸੀਂ ਬਸ 5 ਮਿੰਟ ਵੱਧ ਤੋਂ ਵੱਧ, 4 ਮਿੰਟ ਵੀ ਬਹੁਤ ਨੇ। ਤਾਂ ਉਹਦੇ 4 ਮਿੰਟ ਬਾਅਦ ਤੁਸੀਂ ਉਹਨੂੰ ਢੱਕ ਦਿਓ ਅਤੇ ਉਹਨੂੰ ਜਦੋਂ ਪੀਣ ਲਾਇਕ ਹੋ ਜਾਏ ਉਦੋਂ ਪੀ ਲਓ। ਜੇ ਤੁਸੀਂ ਬਹੁਤਾ ਗਰਮ ਨਹੀਂ ਪੀਣੇ ਹੁੰਦੇ ਕਾੜੇ, ਬਹੁਤੇ ਗਰਮ ਥੋੜ੍ਹਾ ਜਿਹਾ ਕਈ ਵਾਰੀ ਖਰਾਬ ਕਰਦੇ ਆ, ਤਾਂ ਉਹਨੂੰ ਥੋੜ੍ਹਾ ਜਿਹਾ ਠੰਡਾ ਹੋਣ ਦਿਓ, ਅਤੇ ਉਹਨੂੰ ਜੋ ਸਵਾਦ ਵਾਸਤੇ ਤੁਸੀਂ ਪਾਉਣਾ ਹੈ, ਕਿਸੇ ਨੇ ਕੋਈ ਸ਼ਹਿਦ ਪਾਉਣਾ ਸ਼ਹਿਦ ਪਾ ਲਓ ਚਮਚਾ, ਜੇ ਕਿਸੇ ਨੇ ਕੋਈ ਸ਼ੱਕਰ ਪਾਉਣੀ ਸ਼ੱਕਰ ਪਾ ਲਓ। ਅੱਛਾ, ਉਹਦੇ ਕਾੜੇ ਬਣਾਉਣ ਲੱਗੇ ਹੀ ਉਹ ਥੋੜ੍ਹੀ ਬਹੁਤੀ ਚੀਜ਼ਾਂ ਸਵਾਦ ਵਾਸਤੇ ਪਾ ਸਕਦੇ, ਜਿਵੇਂ ਕਾਲੀ ਮਿਰਚ ਪਾ ਸਕਦੇ ਆਪਾਂ। ਜੇ ਕਿਸੇ ਨੇ ਸ਼ੱਕਰ ਨਹੀਂ ਪਾਉਣੀ ਤਾਂ ਸਿੰਦਾ ਨਮਕ ਪਾ ਸਕਦਾ, ਸਿੰਦੇ ਨਮਕ ਨਾਲ ਵੀ ਟੇਸਟੀ ਬਣ ਜਾਂਦੇ ਆ। ਤਾਂ ਇਸ ਕਰਕੇ ਉਹ ਜਿਹੜਾ ਵਰਤਾਰਾ ਹੈ ਕਾੜੇ ਦੇ ਵਿੱਚ ਵੀ ਉਹ ਫਰੋਜ਼ਨ ਨਿੰਬੂ ਜਿਹੜਾ ਉਹ ਕਰ ਸਕਦੇ? ਨਹੀਂ, ਫਰੋਜ਼ਨ ਉਹਦਾ ਕੋਈ ਫਾਇਦਾ ਨਹੀਂ, ਕਿਉਂਕਿ ਉਹਦੇ 'ਚ ਵਿਟਾਮਿਨ ਸੀ ਨੂੰ ਗਰਮ ਨਹੀਂ ਕਰਨਾ ਹੁੰਦਾ ਬਹੁਤਾ।
ਜਿਹੜਾ ਔਲਾ ਹੈ ਤੇ ਨਿੰਬੂ ਹੈ ਉਹਨੂੰ ਨਹੀਂ ਕਰਨਾ ਨਾ ਤੇਜ਼ ਗਰਮ ਨਹੀਂ, ਕੋਸੇ ਪਾਣੀ 'ਚ ਪਾ ਸਕਦੇ ਹਾਂ, ਕੋਸੇ ਪਾਣੀ 'ਚ ਆਪਾਂ ਪਾ ਸਕਦੇ ਹਾਂ। ਅੱਛਾ ਹੁਣ ਮੰਨ ਲਓ ਇਹ ਤਾਂ ਆ ਗਿਆ ਆਪਣਾ ਜਿਹੜਾ ਹੋ ਗਿਆ ਵੀ ਆਪਾਂ ਕਿਵੇਂ ਇੱਕ ਬੁਖਾਰ ਜਾਂ ਦੂਸਰੇ ਵਾਇਰਲ ਜਾਂ ਫਿਰ ਆਪਾਂ ਨੂੰ ਖਾਂਸੀ ਦੇ ਵਿੱਚ ਕੀ ਕਰਨਾ, ਲੇਕਿਨ ਜੇ ਉਲਟੀਆਂ ਤੇ ਬੰਦੇ ਨੂੰ ਪੋਟੀਆਂ ਲੱਗ ਗਈਆਂ, फूड पॉइजनिंग ਜਿਹਨੂੰ ਆਪਾਂ ਕਹਿੰਦੇ ਹਾਂ, ਉਹਦੇ ਵਿੱਚ ਵੀ ਇਹ ਸਾਰੀਆਂ ਇਹੀ ਚੀਜ਼ਾਂ ਚੱਲਣਗੀਆਂ। यस आप अगर आएंगे हिम्स हॉस्पिटल में, हॉस्पिटल एंड इंस्टीट्यूट ऑफ इंटीग्रल मेडिकल साइंसेज चंडीगढ़ डेराबस्सी में हॉस्पिटल है ऑन द मेन हाईवे। अगर आप आते हैं तो यहाँ पे आपको बहुत सारे कैंसर पेशेंट मिलेंगे, एंड स्टेज कैंसर पेशेंट मिलेंगे। एंड सिर्फ फ़र्क ये देखेंगे व्हेन यू कंपेयर दीज पेशेंट्स विद द पेशेंट इन अदर हॉस्पिटल ऑफ सिमिलर काइंड, फ़र्क ये देखेंगे कि ये कंफर्टेबल है। दूसरा फ़र्क ये देखेंगे कि ये आपको लगेगा नहीं कि ये पेशेंट हैं, वो दर्द रहित हैं। कि शुगर बीपी सिर्फ 7 दिन में बिना 1 रुपए की दवाई के 90% लोगों का यहाँ हिम्स हॉस्पिटल चंडीगढ़ में भर्ती होकर खाने पीने को ठीक करके रिवर्स किया जा सकता है। सैकड़ों पेशेंट हो चुके हैं। अगर ज़ुबान पे लगाम है तो 3 लोगों से वास्ता नहीं पड़ेगा आपका। खाने के लिए है तो डॉक्टर से वास्ता नहीं पड़ेगा, बोलने के लिए है तो पुलिस और वकील से वास्ता नहीं पड़ेगा, और प्रोफेशनली इन तीनों से वास्ता ना पड़े तो ज़्यादा अच्छा है। दूसरा, दुनिया की कोई भी ऐसी बीमारी नहीं है जो खाने पीने से हो नहीं जाती है और फिर रेगुलेट नहीं हो सकती है। तो ये दोनों बातें वैसे ही चलती हैं। 5 पिलर्स हैं हमारे, 5 पिलर्स: डाइट, मेडिसिनल प्लांट्स, फिजिकल एक्सरसाइज या फिजिकल वर्क, माइंड मैनेजमेंट, और टेकिंग द हेल्प ऑफ वेरियस पैथीज, ऑल द पैथीज। तो ये हम 5 पिलर्स पे काम करते हैं। जब हम इन 5 पिलर्स पे काम करते हैं तो बॉडी अंदर से जब हील होने लगती है तो थायराइड की समस्या जो अपने आप ही ठीक होने लगती है। चंडीगढ़ में भारत का पहला इंटीग्रेटेड मेडिकल साइंसेज का हॉस्पिटल शुरू किया गया है, जिसका नाम हिम्स रखा गया है, हॉस्पिटल एंड इंस्टीट्यूट ऑफ इंटीग्रेटेड मेडिकल साइंसेज, जहां एलोपैथी, आयुर्वेद, होम्योपैथी, नेचुरोपैथी सब एक ही साथ पेशेंट को ठीक करने के उद्देश्य से काम करती हैं सारी पैथी। इसमें डॉक्टर विश्वरूप राय चौधरी, डॉक्टर अमर सिंह आजाद, डॉक्टर अवधेश पांडे, आचार्य मनीष, डॉक्टर खादर फली, और इन सब की पूरी नॉलेज, ट्रेनिंग और एजुकेशन को यूज किया जा रहा है। लीवर फेल हो, किडनी खराब हो, हार्ट की प्रॉब्लम हो, जोड़ों का दर्द हो, ऑटो इम्यून डिजीज हो, स्टेज 4 कैंसर हो, कोई भी ऐसी बीमारी जो डॉक्टर ने आपको लाइलाज बताई हो या आपको कोई ऑपरेशन बताया हो, तो आप हिस हॉस्पिटल हिम्स में संपर्क कर सकते हैं और बीमारी की जड़ पर काम कर सकते हैं। रहना, खाना, पीना सब अरेंजमेंट है। अभी भारत में पटियाला में, जीरकपुर, चंडीगढ़, डेराबस्सी और दिल्ली में 14 क्लिनिक शुरू हो चुके हैं, जहां पर सिर्फ खाना पीना और लाइफस्टाइल को ठीक करके बीमारियों को रिवर्स करना सिखाया जाता है। और एक हॉस्पिटल डेराबस्सी जो चंडीगढ़ में है वो शुरू हो चुका है। ये सब हिम्स के नाम से काम कर रहे हैं। तो अगर आप भी किसी गंभीर बीमारी से परेशान हैं तो जल्द संपर्क करें हिम्स हॉस्पिटल चंडीगढ़ में। ਬਿਲਕੁਲ ਇਹੀ ਚੱਲਣਗੀਆਂ। ਬਸ ਉਹ 'ਚ ਫਰਕ ਇਹ ਪਾ ਸਕਦੇ ਆਪਾਂ, ਉਲਟੀਆਂ ਟੱਟੀਆਂ ਦੇ ਵਿੱਚ ਟੱਟੀਆਂ ਲੱਗੀਆਂ ਨੇ ਤਾਂ ਫਿਰ ਤਾਂ ਕੋਈ ਗੱਲ ਨਹੀਂ, ਤਕਰੀਬਨ ਚੱਲ ਹੀ ਜਾਏਗਾ ਸਾਰਾ ਜੀ। ਉਲਟੀਆਂ ਵਾਸਤੇ ਥੋੜੀ ਦਿੱਕਤ ਹੈ ਕਾੜਿਆਂ ਦੀ। ਉਲਟੀ ਲੱਗੀ ਤਾਂ ਫਿਰ ਕਾੜੇ ਪੀਣ ਦੀ ਬਜਾਏ ਨਾਰੀਅਲ ਪਾਣੀ ਤੇ ਆਪਣਾ ਜੂਸਸ ਇਹ ਲੈ ਲਓ। ਜੂਸ ਉਲਟੀਆਂ ਲੱਗੀਆਂ ਥੋੜਾ ਹਲਕਾ ਫੁਲਕਾ ਜੂਸ ਲੈ ਲਓ, ਜਿੱਦਾਂ ਸੰਤਰੇ ਦੇ ਮੌਸਮ ਸੰਤਰਾ ਲੈ ਲਓ, ਕੀਨੂ ਲੈ ਲਓ, ਸੰਤਰਾ ਲੈ ਲਓ, ਮਸੰਮੀ ਲੈ ਲਓ, ਵਿੱਚ ਅਨਾਰ ਵੀ ਪਾ ਸਕਦੇ ਹਾਂ। ਨਾਰੀਅਲ ਪਾਣੀ ਤਾਂ ਐਵਰਗ੍ਰੀਨ ਹੈ ਹੀ ਹੈ, ਨਾਰੀਅਲ ਪਾਣੀ ਦੀ ਪ੍ਰੋਬਲਮ ਨਹੀਂ ਹੈ। ਨਾਰੀਅਲ ਪਾਣੀ ਦਾ ਸਭ ਬਿਮਾਰੀਆਂ ਚੱਲ ਜਾਂਦਾ। ਫਿਰ ਤੁਹਾਡਾ ਨਿੰਬੂ ਪਾਣੀ ਵੀ ਪੀ ਸਕਦੇ ਹਾਂ, ਨਿੰਬੂ ਪਾਣੀ ਪੀ ਸਕਦੇ ਹਾਂ। ਸੋ ਉਹ ਮੋਟੇ ਪ੍ਰਿੰਸੀਪਲ ਉਹੀ ਰੱਖਣੇ ਆ ਟੱਟੀਆਂ ਉਲਟੀਆਂ 'ਚ ਵੀ, ਕਿ ਬਸ ਟੱਟੀਆਂ ਉਲਟੀਆਂ ਇੱਕ ਗੱਲ ਯਾਦ ਰੱਖਣੀ ਹੈ, ਕਈ ਵਾਰੀ ਉਲਟੀਆਂ ਲੱਗੀਆਂ ਹੁੰਦੀਆਂ ਨੇ ਤਾਂ ਉਲਟੀਆਂ ਵਾਸਤੇ ਫਿਰ ਆਪਾਂ ਉਲਟੀਆਂ ਬੰਦ ਕਰਨੀਆਂ ਜ਼ਰੂਰੀ ਨੇ। ਉਲਟੀਆਂ ਵਾਸਤੇ ਤੁਹਾਡੇ ਕੋਲ 2 ਗੋਲੀਆਂ ਬੜੀਆਂ ਵੰਡਰਫੁਲ ਨੇ ਐਲੋਪੈਥੀ ਦੇ ਅੰਦਰ। ਉਹ ਟੂਲ ਮੈਂ ਬਹੁਤ ਮਰੀਜ਼ਾਂ 'ਚ ਬਹੁਤ ਪੁਰਾਣਾ ਯੂਜ਼ ਕਰਦਾ, ਬਹੁਤ ਇਫੈਕਟਿਵ ਹੈ। ਉਹ ਤਾਂ ਤੁਹਾਡੇ ਔਂਡਾਈਸੈਟਰੋਨ ਹੈ, ਔਂਡਾਈਸੈਟਰੋਨ MD ਅਤੇ ਸਟੈਮੀਟਲ MD, ਪ੍ਰੋਕਲੋਰਪੈਰਾਜ਼ਿਨ। ਉਹ ਵੋਮਿਟ ਸਟਾਪ ਵੀ ਔਂਡਾਈਸੈਟਰੋਨ ਹੀ ਹੈ।
ਉਹ ਟ੍ਰੇਡ ਨੇਮ ਹੈ। ਮੈਂ ਸਾਲਟ ਦਾ ਨਾਮ ਬੋਲ ਰਿਹਾ ਔਂਡਾਈਸੈਟਰਨ। ਹਾਂ, ਪੈਰੀਨੋਮ ਨਹੀਂ ਦੇਣੀ ਚਾਹੀਦੀ ਜਲਦੀ ਇਹਦੀ। ਪੈਰੀਨੋਮ ਦਾ ਦਿੱਕਤ ਇਹ ਹੈ, ਪੈਰੀਨੋਮ ਦੇ ਵਿੱਚ ਨਾ ਕਈ ਬੱਚਿਆਂ ਨੂੰ ਐਕਸਟਰਾ ਪਿਰਾਮਿਡਲ ਸਾਈਨਸ ਆ ਜਾਂਦੇ, ਉਹ ਅੱਖਾਂ ਅਜੀਬ ਜੀ ਕਰਨ ਲੱਗ ਜਾਂਦੇ ਆ। ਉਹ ਡਰਾਉਣੀਆਂ ਬਹੁਤ ਲੱਗਦੀਆਂ, ਹਾਲਾਂਕਿ ਨੁਕਸਾਨ ਕੋਈ ਨਹੀਂ ਹੁੰਦਾ ਉਹਦੇ ਨਾਲ, ਪਰ ਬੜੀਆਂ ਡਰਾਉਣੀਆਂ ਲੱਗਦੀਆਂ ਬੱਚੇ, ਬੜੇ ਡਰਾਉਣੇ ਮੂੰਹ ਜਿਹਾ ਬਣਾਈ ਜਾਂਦਾ, ਵਿੰਗੇ ਟੇਢੇ ਜਿਹਾ ਮੂੰਹ ਕਰੀ ਜਾਊਗਾ, ਉਹ ਕਰਦੇ ਉਹ ਕੰਟਰੋਲ 'ਚ ਆਊਟ ਕੰਟਰੋਲ ਖਤਮ ਹੋ ਜਾਂਦਾ ਉਹਦਾ। ਉਹਨੂੰ ਐਕਸਟਰਾ ਪਿਰਾਮਿਡਲ ਸਾਈਨਸ ਕਹਿੰਦੇ ਆ। ਤੇ ਉਹ ਕਈ ਵਾਰੀ ਡਰਾਉਣੇ ਜਿਹਾ, ਉਹ ਫਿਰ ਪੈਰੀਨੋਮ ਹੁਣ ਬੰਦ ਕਰਤੀ ਹੋਈ ਅੱਜ ਕੱਲ੍ਹ। ਉਹ ਪਹਿਲਾਂ ਦਿੰਦੇ ਹੁੰਦੇ ਸੀਗੇ, ਲੇਕਿਨ ਖਾਸ ਕਰਕੇ ਬੱਚਿਆਂ 'ਚ ਐਕਸਟਰਾ ਪਿਰਾਮਿਡਲ ਆ ਜਾਂਦੇ ਆ। ਉਹ ਐਂ ਲੱਗਦਾ ਜਿਵੇਂ ਦੌਰਾ ਪੈ ਰਿਹਾ, ਤਾਂ ਉਹ ਦੌਰਾ ਨਹੀਂ ਹੁੰਦਾ, ਉਹ ਪੈਰੀਨੋਮ ਕਰਕੇ ਹੁੰਦਾ। ਤਾਂ ਅਸੀਂ ਹੁਣ ਉਹ ਅਦਰ ਸਾਲਟਸ ਆ ਗਏ ਜਿਹਨਾਂ ਦਾ ਸਾਈਡ ਇਫੈਕਟ ਨਹੀਂ ਸੀ ਉਹ, ਅਤੇ ਉਹ ਦੇਣ ਲੱਗ ਗਏ ਹੁਣ। ਉਹ 'ਚ ਔਂਡਾਈਸੈਟਰਨ ਬੈਸਟ ਹੈ, ਡੋਮਸਟਾਲ ਹੈਗੀ ਹੈ, ਡੋਮਪੈਰੀਡੋਨ ਹੈ। ਡੋਮਪੈਰੀਡੋਨ ਤੁਹਾਡੇ ਕੋਲ ਸਟੈਮਟਿਲ ਹੈ, ਪ੍ਰੋਕਲੋਰਪਰਾਜ਼ਿਨ ਹੈ, ਫਿਨਰਗਨ ਹੈ। ਤਾਂ ਇਹ ਸਾਰੀ ਜਿਹੜੀਆਂ ਨੇ ਇਹ ਕਾਹਦੇ ਵਾਸਤੇ ਨੇ ਕਿ ਵੋਮਿਟਿੰਗ ਜਿਹੜੀ ਹੈ ਥੋੜ੍ਹੀ ਬੰਦ ਹੋ ਜਾਂਦੀ ਹੈ, ਅਤੇ ਤਕਰੀਬਨ ਕਾਮਯਾਬ ਹੋ ਜਾਂਦਾ। ਵੋਮਿਟਿੰਗ ਵੀ ਇੱਕ ਵਾਰੀ ਦੀ ਵੋਮਿਟਿੰਗ ਨਹੀਂ ਬੰਦ ਕਰਨੀ। ਵੋਮਿਟਿੰਗ ਇੱਕ ਵਾਰੀ, 2 ਵਾਰੀ, 3 ਵਾਰੀ ਆ ਜਾਏ ਤਾਂ ਵਧੀਆ ਗੱਲ ਹੈ, ਕਿਉਂਕਿ ਉਹਦੇ ਨਾਲ ਜਿਹੜੀ ਚੀਜ਼ ਅਨਵਾਂਟਡ ਨਿਕਲ ਗਈ। ਹਾਂ, ਜਿਹੜੀ ਕੋਈ ਚੀਜ਼ ਜੇ ਫੂਡ ਪਾਇਜ਼ਨਿੰਗ ਹੋਈ ਹੁੰਦੀ, ਕਈ ਵਾਰੀ ਫੂਡ ਪਾਇਜ਼ਨਿੰਗ ਹੁੰਦੇ ਵਿੱਚ ਜਿਹੜੀ ਚੀਜ਼ ਬਾਡੀ ਨੂੰ ਨਹੀਂ ਚਾਹੀਦੀ, ਬਾਡੀ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੀ ਹੈ, ਤਾਂ ਉਹ ਬਾਡੀ ਵੋਮਿਟ ਆਊਟ ਕਰਕੇ ਬਾਹਰ ਕੱਢ ਦੇਗੀ। ਉਹ ਅੱਛੀ ਗੱਲ ਨਿਕਲਣੀ ਚਾਹੀਦੀ ਹੈ, ਨਹੀਂ ਨਿਕਲੇਗੀ ਤਾਂ ਉਹ ਖਰਾਬ ਕਰੇਗੀ ਸਗੋਂ। ਤਾਂ ਉਲਟੀਆਂ ਨੂੰ ਇੱਕਦਮ ਬੰਦ ਕਰਨ ਦੀ ਲੋੜ ਨਹੀਂ ਹੁੰਦੀ, 1-2 ਲੇਕਿਨ ਕਈ ਵਾਰੀ ਬੱਚਿਆਂ ਨੂੰ ਰਿਪੀਟਡ ਉਲਟੀਆਂ ਲੱਗ ਜਾਂਦੀਆਂ ਨੇ, ਬੰਦ ਹੀ ਨਹੀਂ ਹੁੰਦੀਆਂ। ਫਿਰ ਉਹਦੇ ਨਾਲ ਕਈ ਵਾਰੀ ਨੌਬਤ ਆ ਜਾਂਦੀ, ਹਸਪਤਾਲ ਜਾਣਾ ਪਏਗਾ, ਡ੍ਰਿਪ ਲੱਗੇਗੀ, ਗਲੂਕੋਸ ਲੱਗੇਗੀ, ਫਿਰ ਲੰਬਾ ਚੱਲੇਗਾ ਕੰਮ। ਤਾਂ ਉਹਦੇ ਤੋਂ ਬਚਣ ਲਈ ਫਿਰ ਉਹ ਆਪਾਂ ਜਿਹੜੀਆਂ ਇਹ ਦਵਾਈਆਂ ਨੇ ਵੋਮਿਟਿੰਗ ਵਾਲੀ ਯੂਜ਼ ਕਰਦੇ ਹਾਂ, ਤਾਂ ਮੋਸਟਲੀ ਕਾਮਯਾਬ ਹੋ ਜਾਂਦੇ ਅਸੀਂ। ਹੋਰ ਹੈ ਨਾਲ ਡਾਕਟਰ ਸਾਹਿਬ, ਬੰਦੇ ਨੂੰ ਲੂਜ਼ ਮੋਸ਼ਨ ਲੱਗੇ ਨੇ, ਉਹ ਗਲਤੀ ਇਹ ਕਰ ਲੈਂਦੇ ਨੇ ਕਿ ਲੂਜ਼ ਮੋਸ਼ਨ ਬੰਦ ਕਰਨ ਵਾਲੀ ਗੋਲੀ ਲੈ ਲੈਂਦੇ ਨੇ ਇੱਕਦਮ, ਅਤੇ ਉਹ ਗੋਲੀ ਜਿਹੜੀ ਆ ਉਹ ਗੈਸ ਬਣਾ ਦਿੰਦੀ ਹੈ, ਬੰਦੇ ਨੂੰ ਬੁਰੀ ਤਰ੍ਹਾਂ ਜਿਹੜਾ ਉਹ ਦਿਮਾਗ ਨੂੰ ਚੜ੍ਹਨ ਲੱਗਦਾ, ਉਲਟੀਆਂ ਆਉਣ ਲੱਗ ਜਾਂਦੀਆਂ। ਜੇ ਉਲਟੀ ਨਹੀਂ ਵੀ ਲੱਗੀ ਤਾਂ ਉਹ ਉਲਟੀ ਲੱਗਣ ਲੱਗ ਜਾਂਦੀ ਹੈ। ਅਜਿਹੇ ਵਿੱਚ ਜੇ ਲੂਜ਼ ਮੋਸ਼ਨ ਲੱਗਿਆ ਹੋਇਆ, ਕੀ ਉਹਨੂੰ ਨਾਲ ਦੀਆਂ ਟੱਟੀਆਂ ਬੰਦ ਕਰਨ ਵਾਲੀਆਂ ਜਿਹੜੀਆਂ ਗੋਲੀਆਂ ਲੈਣੀ ਚਾਹੀਦੀ ਹੈ ਜਾਂ ਨਹੀਂ ਲੈਣੀ ਚਾਹੀਦੀ? ਲੈਟਿਨ ਬੰਦ ਕਰਨ ਵਾਲੀ ਗੋਲੀ ਜਿਹੜੀ ਹੈ ਲੋਮੋਟਿਲ ਹੈ। ਹਾਂ, ਉਹ ਲੋਮੋਟਿਲ ਗੋਲੀ ਜਿਹੜੀ ਹੈ ਉਹ ਅੱਜ ਕੱਲ੍ਹ ਬੈਂਡ ਵੀ ਹੈ, ਵੈਸੇ ਤਾਂ ਪਤਾ ਨਹੀਂ ਇੱਥੇ ਕਿਵੇਂ ਚੱਲੀ ਜਾਂਦੀਆਂ ਨੇ। ਉਹ ਲੋਮੋਟਿਲ ਜਿਹੜੀ ਹੈ ਉਹ ਬਹੁਤ ਖਤਰਨਾਕ ਗੋਲੀ ਹੈ, ਨਸ਼ਿਆਂ 'ਚ ਵੀ ਲੋਕ ਯੂਜ਼ ਕਰਨ ਲੱਗ ਗਏ ਉਹਨੂੰ ਲੋਮੋਟਿਲ ਨੂੰ। ਉਹ ਲੋਮੋਟਿਲ ਸੁੰਨ ਜਿਹਾ ਕਰ ਦਿੰਦੀ ਹੈ, ਜਦੋਂ ਉਹ 2 ਪੱਤੇ ਖਾ ਗਿਆ, ਮੈਂ ਪੱਤਾ ਖਾ ਗਿਆ, ਤਾਂ ਉਹ ਸੁੰਨ ਜਿਹਾ ਕਰ ਜਾਂਦੀ ਹੈ, ਤਾਂ ਲੋਕ ਨਸ਼ੇ ਵਾਸਤੇ ਯੂਜ਼ ਕਰਨ ਲੱਗ ਗਏ। ਲੇਕਿਨ ਉਹ ਕਿਉਂਕਿ ਐਂਟਰੀਆਂ ਨੂੰ ਬਿਲਕੁਲ ਸਟੈਂਡ ਸਟਿਲ ਕਰ ਦਿੰਦੀ ਹੈ, ਅਤੇ ਨਹੀਂ ਲੈਣੀ ਨਹੀਂ ਚਾਹੀਦੀ, ਕਿਉਂਕਿ ਉਹਦੇ ਜੋ ਬਾਡੀ ਅਚੀਵ ਕਰਨਾ ਚਾਹ ਰਹੀ ਹੈ ਲੈਟਰਨ ਲਾ ਕੇ, ਉਹ ਨਹੀਂ ਹੁੰਦਾ। ਤਾਂ ਉਹ ਬੰਦ ਕਰਨ ਦੀ ਕੋਈ ਲੋੜ ਨਹੀਂ। ਕਈ ਵਾਰੀ ਫਾਰਾ ਹੋ ਜਾਂਦਾ ਉਹਦੇ ਨਾਲ, ਜਾਂ ਹੋਰ ਦਿੱਕਤਾਂ ਹੋ ਸਕਦੀਆਂ ਨੇ, ਉਹਦੀ ਜ਼ਰੂਰਤ ਨਹੀਂ ਹੈ। ਜੇ ਉਹ ਖਤਮ ਹੋ ਗਈ, ਉਹ ਬੈਨ ਹੋ ਗਈ ਬਹੁਤੀਆਂ ਉਹਨਾਂ 'ਚੋਂ, ਬਹੁਤੀਆਂ ਬੈਨ ਹੋ ਗਈਆਂ ਉਹਨਾਂ 'ਚੋਂ, ਕਿਉਂਕਿ ਉਹਦੇ ਵਿੱਚ ਸਾਲਟ ਜਿਹੜਾ ਸੀਗਾ ਉਹ ਖਤਰਨਾਕ ਸੀਗਾ। ਐਂਟੈਰੀਓਕਨਾਲ ਤੇ ਸਪੋਰਲੈਕ नहीं, स्पोरेलैक का गल होर चीज़ है। एंट्रोकनॉल ਦਾ ਮੈਂ ਸ਼ਾਇਦ ਉਹਦਾ ਸਾਲਟ ਬਦਲਤਾ ਹੋਵੇ, ਲੇਕਿਨ ਮੈਕਸਾ ਫਾਰਮ ਹੁੰਦੀ ਸੀ ਪਹਿਲਾਂ ਸਾਡੇ ਵੇਲੇ, ਉਹ ਸਾਰੇ ਸਾਲਟ ਬੈਨ ਹੋ ਗਏ ਹੋਏ ਹੈ। ਕੋਈ ਹਾਈਡਰੋਕਸਿਨ, ਹਾਂ, ਉਹ ਸਾਲਟ ਜਿਹੜਾ ਸੀਗਾ ਉਹ ਕੋਈ ਖਤਰਨਾਕ ਸੀਗਾ, ਉਹਦੇ ਸਾਈਡ ਇਫੈਕਟ ਸੀ ਬਹੁਤ ਜ਼ਿਆਦਾ, ਤਾਂ ਉਹ ਬੰਦ ਕਰਤਾ ਹੋਇਆ। ਤਾਂ ਉਹਦੀ ਲੋੜ ਨਹੀਂ ਹੁੰਦੀ, ਕੋਈ ਲੋੜ ਨਹੀਂ। ਐਂਟੀਬਾਇਓਟਿਕ ਦੇ ਤੌਰ 'ਤੇ ਲੈਂਦੇ ਸੀ ਉਹ ਤੋਂ। ਐਂਟੀਬਾਇਓਟਿਕ ਕੋਈ ਲੈਣ ਦੀ ਲੋੜ ਹੀ ਨਹੀਂ ਹੁੰਦੀ। ਐਂਟੀਬਾਇਓਟਿਕ ਲੈਣਾ ਤਾਂ ਵੈਸੇ ਬੜੀ ਵਾਹਿਯਾਤ ਗੱਲ ਹੈ। ਐਂਟੀਬਾਇਓਟਿਕ ਕਿਸੇ ਵੀ ਬਿਮਾਰੀ 'ਚ, ਚਾਹੇ ਉਹ ਹੁਣ ਵਾਇਰਲ 'ਚ ਵੀ ਦੇਈ ਜਾਂਦੇ ਲੋਕ ਐਂਟੀਬਾਇਓਟਿਕ ਖਾਣਾ। ਆਪਾਂ ਸਰੋਤਿਆਂ ਨੂੰ ਇਸ ਗੱਲ 'ਤੇ ਵਾਰਨ ਕਰ ਦਈਏ ਕਿ ਐਂਟੀਬਾਇਓਟਿਕ ਖਾਣਾ ਸਭ ਤੋਂ ਖਤਰਨਾਕ ਚੀਜ਼ ਹੈ। ਐਂਟੀਬਾਇਓਟਿਕ ਕੀ ਕਰਦੇ ਆ? ਐਂਟੀਬਾਇਓਟਿਕ ਤੁਹਾਡੇ ਦੋਸਤ ਮਾਰ ਦਿੰਦੇ ਆ। ਤੁਹਾਡੇ ਪੇਟ ਦੇ ਅੰਦਰ ਤੁਹਾਡੇ ਦੋਸਤ ਬੈਠੇ ਆ, ਉਹਨਾਂ ਦਾ ਨੰਬਰ ਕੋਈ ਕਿੰਨਾ ਬੋਲਦਾ, ਕੋਈ ਕਿੰਨਾ ਬੋਲਦਾ, ਲੇਕਿਨ ਉਹ ਕਿੰਨਾ ਹੈ ਵੱਧ ਤੋਂ ਵੱਧ ਵੀ ਐਵਰੇਜ ਜਿਹਾ ਵੀ ਲਾ ਕੇ ਚੱਲੀਏ ਤਾਂ ਮੇਰੇ ਖਿਆਲ 'ਚ 35 ਕੇ 37 ਲੱਖ ਕਰੋੜ ਤੁਹਾਡੇ ਅੰਦਰ ਬੈਕਟੀਰੀਆ ਨੇ। ਬੈਕਟੀਰੀਆ ਇਕੱਲੇ 35 ਲੱਖ ਕਰੋੜ। ਤਾਂ ਉਹ ਬੈਕਟੀਰੀਆ ਕੀ ਕਰਦੇ ਆ? ਤੁਹਾਡੀ ਇੱਕ ਗੋਲੀ ਨਾਲ ਮਰ ਜਾਂਦੇ ਆ। ਉਹ ਜਿਹੜੇ ਸੈਂਸਿਟਿਵ ਹੁੰਦੇ ਆ ਕਿ ਉਹ ਮਰ ਜਾਂਦੇ ਜਾਂ ਆਪਣਾ ਕੰਮ ਛੱਡ ਜਾਂਦੇ ਆ, ਉਹਦੇ ਕੰਮ ਪੈਰਾਲਾਈਜ਼ ਹੋ ਜਾਂਦੇ ਉਹ। ਤਾਂ ਇਸ ਕਰਕੇ ਐਂਟੀਬਾਇਓਟਿਕ ਉਦੋਂ ਹੀ ਖਾਣਾ ਚਾਹੀਦਾ ਜਦੋਂ ਤੁਸੀਂ ਕਿਤੇ ਲਾਈਫ ਸੇਵਿੰਗ ਸਿਚੁਏਸ਼ਨ 'ਚ ਕਰ ਗਏ ਹੋ। ਕਦੀ ਵੀ ਰੂਟੀਨ 'ਚ ਐਂਟੀਬਾਇਓਟਿਕ ਨਹੀਂ ਖਾਣਾ। ਐਂਟੀਬਾਇਓਟਿਕ ਦਾ ਤਾਂ ਅਸੂਲ ਬਣਾ ਲੈਣਾ ਚਾਹੀਦਾ ਹੈ ਕਿ ਐਂਟੀਬਾਇਓਟਿਕ ਸ਼ੁੱਡ ਬੀ ਦਾ ਮੋਸਟ ਅਨਫੇਵਰਡ ਔਰ ਜਿਹਨੂੰ ਕਹਿੰਦੇ ਆ ਡਰੈਡਡ ਡਰੱਗ। ਵੈਸੇ ਤਾਂ ਸਾਰੀਆਂ ਦਵਾਈਆਂ ਹੀ ਕਾਫੀ ਡਰੈਡਡ ਨੇ, ਪੇਨ ਕਿਲਰ ਆਪਣੀ ਥਾਂ 'ਤੇ ਡਰੈਡਡ ਨੇ ਬਹੁਤ ਜ਼ਿਆਦਾ, ਲੇਕਿਨ ਐਂਟੀਬਾਇਓਟਿਕ ਜਿਹੜੇ ਨੇ ਉਹ ਤੁਹਾਨੂੰ ਲੰਬੇ ਸਮੇਂ 'ਚ ਬਹੁਤ ਨੁਕਸਾਨ ਕਰਦੇ ਆ। ਤੁਹਾਡੀ ਬਾਡੀ ਮੈਕਨੀਜ਼ਮ, ਇਮਿਊਨਿਟੀ ਦਾ ਜਿਹੜਾ ਤੁਹਾਡਾ ਡਿਫੈਂਸ ਸਿਸਟਮ ਸਾਰਾ ਹੀ ਨੌਕਆਊਟ ਕਰ ਦਿੰਦੇ ਆ। ਇਸ ਕਰਕੇ ਨਾ ਤਾਂ ਟੱਟੀਆਂ ਉਲਟੀਆਂ 'ਚ ਕੋਈ ਐਂਟੀਬਾਇਓਟਿਕ ਖਾਣੇ ਚਾਹੀਦੇ ਆ, ਅਤੇ ਨਾ ਜਿਹੜੇ ਆ ਵਾਇਰਲ ਫੀਵਰਸ ਹੁੰਦੇ 'ਚ ਕੋਈ ਐਂਟੀਬਾਇਓਟਿਕ ਖਾਣ ਦੀ ਲੋੜ ਹੁੰਦੀ ਹੈ।
बड़े हल्के फुल्के एंटीबायोटिक आयुर्वेद च अंदर हैगे आ। ਈਸਬਗੋਲ ਦਾ ਚਲੋ ਡਿਫਰੈਂਟ ਪਰਪਸ ਹੈ ਨਾ ਉਹਦਾ ਦੇਣ ਦਾ, ਉਹ ਤਾਂ ਇੱਕ ਫਾਈਬਰ ਹੈ। ਫਾਈਬਰ ਹੈ, ਉਹਦੇ ਨਾਲ ਕੀ ਹੁੰਦਾ ਕਿ ਉਹ ਜਿਹੜਾ ਪਾਣੀ ਹੈ ਬਾਹਰ ਆ ਰਿਹਾ ਤਾਂ ਸੋਕ ਲੈਂਦਾ ਉਹ। ਲੇਕਿਨ ਉਸ ਤੋਂ ਇਲਾਵਾ ਵੀ ਤੁਹਾਡੇ ਕੋਲੇ ਗਲੋ ਹੈ, ਨਿੰਮ ਹੈ, ਤੁਲਸੀ ਹੈ, ਇਹੋ ਜਿਹੇ ਹਲਦੀ ਹੈ, ਲਸਣ ਹੈ, ਤਾਂ ਇੰਨੇ ਵਧੀਆ ਐਂਟੀਬਾਇਓਟਿਕ ਹੈ। ਐਲੋਵੇਰਾ ਵੀ ਐਲੋਵੇਰਾ ਸਰਵ ਹੈ ਐਂਟੀਬਾਇਓਟਿਕ। ਐਂਟੀਬਾਇਓਟਿਕ ਦੇ ਤੌਰ 'ਤੇ ਜਿਹੜੇ ਸਭ ਤੋਂ ਵਧੀਆ ਚੀਜ਼ ਹੈ ਉਹ ਨਿੰਮ ਹੈ, ਹਲਦੀ ਹੈ, ਗਲੋ ਹੈ, और गोलियों की शक्ल अवेलेबल है हम अजकल, सिरप की शक्ल अवेलेबल है, ड्रॉप की शक्ल अवेलेबल ने। हाँ, तो ये चीज़ां जिहड़ियां ने इहदे तो दिन्ने आपां तां ओह उन्ने क एंटीबायोटिक नाल ही अपना मसला हल हो जाता है, एक्सैप्ट फॉर लाइफ सेविंग सिचुएशन। बस जे अगर लाइफ सेविंग सिचुएशन है तो फिर गल अलग है, फिर उस वेले आपां रिस्क नहीं लै सकदे। लेकिन लाइफ सेविंग सिचुएशन जिहड़ी है वो किन्ने परसेंट केसां च हुंदी है, वो 1% भी नहीं हुंदे केस टोटल दा। 1% केस ਬਟ ਅਜਿਹੇ ਵਿੱਚ ਉਹ 1% ਕੇਸ ਦੀ ਆਪਾਂ ਪਛਾਣ ਕਿਵੇਂ ਕਰਨੀ ਹੈ? ਮੰਨ ਲਓ ਵੀ ਇੱਕ ਬੰਦਾ, ਹੁਣ ਆਪਾਂ ਟ੍ਰੇਨਿੰਗ ਦੇ ਰਹੇ ਹਾਂ ਪਬਲਿਕ ਨੂੰ, ਪਬਲਿਕ ਨੇ ਘਰ ਵਿੱਚ ਬੈਠੇ ਨੇ, ਆਪਾਂ ਉਹ ਹੋ ਸਕਦਾ ਉਹ 1% ਜਿਹਦੇ ਘਰ ਹੋ ਰਿਹਾ ਹੋਵੇ ਉਹ 1% ਉਹਦੇ ਘਰ ਦੇ ਵਿੱਚ ਹੀ ਹੋ, ਉਹ ਕਿਵੇਂ ਪਛਾਣ ਕਰੇ? ਉਹ ਤਾਂ ਕੋਈ ਸੀਰੀਅਸ ਬਿਮਾਰੀ ਹੋ ਜਾਏ, ਜਿਵੇਂ ਨਮੋਨੀਆ ਹੋ ਗਿਆ, ਮੰਨ ਲਓ ਬੈਕਟੀਰੀਅਲ ਨਮੋਨੀਆ ਹੋ ਗਿਆ। ਮੈਂ ਲੂਜ਼ ਮੋਸ਼ਨ ਦੀ ਗੱਲ ਕਰ ਰਿਹਾ, ਪਰ ਲੂਜ਼ ਮੋਸ਼ਨ ਦੇ ਉੱਤੇ ਮੋਸ਼ਨ 'ਚ ਕੋਈ ਜ਼ਰੂਰਤ ਨਹੀਂ। ਲੂਜ਼ ਮੋਸ਼ਨ ਸੈਲਫ ਲਿਮਿਟਿੰਗ ਬਿਮਾਰੀ ਹੈ। ਲੂਜ਼ ਮੋਸ਼ਨ 72 ਘੰਟੇ ਤੋਂ ਉੱਪਰ ਕੋਈ ਨਹੀਂ ਚੱਲਦੀ। ਨਹੀਂ, ਪਾਣੀ ਬਣ ਐਕਸਟਰਾ ਦੇਈ ਜਾਓ। ਪਾਣੀ ਜਿਹੜੇ ਲੂਜ਼ ਮੋਸ਼ਨ ਦੀ ਜਿਹੜੀ ਅਕਿਊਟ ਲੂਜ਼ ਮੋਸ਼ਨ ਹੁੰਦੀਆਂ ਨੇ ਇੱਕ ਦਿਨ ਚੱਲਦੀਆਂ ਨੇ, ਐਕਸੈਪਟ ਫॉर ਛੋਟੇ ਬੱਚੇ। ਛੋਟੇ ਬੱਚੇ ਰਿਸਕ ਇਹ ਹੁੰਦਾ ਕਿ ਛੋਟੇ ਬੱਚੇ 'ਚ ਪਾਣੀ ਬਹੁਤ ਜ਼ਿਆਦਾ ਹੁੰਦਾ ਅਤੇ ਉਹ ਪਾਣੀ ਦੀ ਦਾ ਲੋਸ ਚੱਲਦਾ ਨਹੀਂ ਹੈ, ਉਹਦੇ ਜ਼ਿਆਦਾ ਅਲਰਟ ਰਹਿਣਾ ਚਾਹੀਦਾ। ਖਾਸ ਕਰਕੇ 1 ਸਾਲ ਤੋਂ ਘੱਟ ਵਾਲਾ ਬੱਚਾ, 1 ਸਾਲ ਤੋਂ ਲੈ ਕੇ 3 ਸਾਲ ਤੱਕ ਥੋੜ੍ਹਾ ਜਿਹਾ ਅਲਰਟ ਰਹਿਣਾ ਚਾਹੀਦਾ, ਅਤੇ 3 ਸਾਲ ਤੋਂ ਉੱਤੇ ਵਾਲਾ ਬੱਚਾ ਲਈਦਾ ਨਹੀਂ ਹੈ। ਡੀਹਾਈਡ੍ਰੇਸ਼ਨ ਨਾਲ ਨਹੀਂ ਮਰਦਾ ਅਨਲੈਸ ਐਂਟਲ ਕੋਈ ਬਹੁਤ ਹੀ ਸਟਰੋਂਗ ਕੋਈ ਐਸੀ ਗੰਦੀ ਚੀਜ਼ ਖਾ ਗਿਆ ਉਹ ਜਿਹਦੇ ਨਾਲ ਕਿ ਬੜੀ ਅਕਿਊਟ ਫੂਡ ਪਾਇਜ਼ਨਿੰਗ, ਕਈ ਵਾਰੀ ਇਹੋ ਜਿਹੀ ਫੂਡ ਪਾਇਜ਼ਨਿੰਗ ਹੁੰਦੀ ਹੈ ਕਿ ਅਡਲਟ ਨੂੰ ਵੀ ਲਾਉਣੀ ਪੈਂਦੀ ਹੈ, ਐਸੀ ਗੱਲ ਨਹੀਂ। ਇਹੋ ਜਿਹੀਆਂ ਫੂਡ ਪਾਇਜ਼ਨਿੰਗਸ ਹੈਗੀਆਂ ਨੇ ਕਿ ਇੰਨੀ ਜ਼ਿਆਦਾ ਉਲਟੀਆਂ ਟੁੱਟੀਆਂ ਲੱਗਦੀਆਂ ਨੇ ਕਿ ਮਿੰਟਾਂ ਸਕਿੰਟਾਂ 'ਚ, ਜਿਵੇਂ ਪੁਰਾਣਾ ਹੈਜਾ ਹੁੰਦਾ ਸੀਗਾ, ਕੋਲਰਾ ਜਿਹੜਾ ਹੁੰਦਾ ਸੀਗਾ, ਕੋਲਰਾ ਤਾਂ ਐਂ ਟੱਟੀਆਂ ਲੱਗਦੀਆਂ ਜਿਵੇਂ ਟੂਟੀ ਖੁੱਲ੍ਹ ਗਈ ਹੋਵੇ, ਇੰਨੀ ਸਵੀਰ ਸੀ ਉਹ। ਉਦੋਂ ਫਿਰ ਕੋਈ ਹੱਲ ਨਹੀਂ ਹੁੰਦਾ, ਉਦੋਂ ਤਾਂ ਫਿਰ ਤੁਹਾਨੂੰ ਡ੍ਰਿਪ ਲਾਉਣੀ ਪਊਗੀ ਅਤੇ ਡ੍ਰਿਪ ਨਾਲ ਹੀ ਬੰਦਾ ਬਚਦਾ। ਲੇਕਿਨ ਇਹ ਸਿਚੁਏਸ਼ਨ ਜਿਹੜੀ ਹੁੰਦੀ ਹੈ 1% ਕੇਸ 'ਚ ਹੁੰਦੀ ਹੈ, 99% 'ਚ ਫਾਲਤੂ। ਜੇ 100 ਬੰਦੇ 'ਚ ਐਂਟੀਬਾਇਓਟਿਕ ਯੂਜ਼ ਹੋ ਰਿਹਾ ਤਾਂ 99 'ਚ ਗਲਤ ਹੋ ਰਿਹਾ। ਉਹ 99 ਨੂੰ ਬਚਾਉਣਾ ਵੀ ਜ਼ਰੂਰੀ ਹੈ ਅਤੇ ਉਸ 1% ਦਾ ਜਿਹੜਾ ਉਹ ਖਿਆਲ ਰੱਖਣਾ ਵੀ ਜ਼ਰੂਰੀ ਹੈ ਵੀ 1% ਜਿਹਨੂੰ ਲੋੜ ਹੈਗੀ ਹੈ ਉਹ ਲੋੜ ਵੀ ਆਪਣੀ ਅੱਖੋਂ ਵਿਸਲ ਹੀ ਨਾ ਹੋਵੇ। ਉਹ ਨਾ ਹੋਵੇ ਵੀ ਆਪਾਂ ਇੱਕ ਜਿਹੜਾ ਮਨੁੱਖ ਹੁੰਦਾ ਉਹ ਤਾਂ ਬਹੁਤ ਕੀਮਤੀ ਚੀਜ਼ ਹੈ ਨਾ, ਉਹ 1% ਵੀ ਸਾਡੇ ਵਾਸਤੇ ਬਹੁਤ ਇੰਪੋਰਟੈਂਟ ਹੈ। ਇਸ ਕਰਕੇ ਆਪਾਂ ਅਲਰਟ ਵੀ ਰਹਿਣਾ, ਲੇਕਿਨ 99% ਨੂੰ ਬਚਾਉਣਾ। 100 ਚੋਂ 99 ਨੂੰ ਗਲਤ ਐਂਟੀਬਾਇਓਟਿਕ ਯੂਜ਼ ਹੋ ਰਿਹਾ ਤਾਂ ਉਹਨੂੰ ਜ਼ਰੂਰ ਬਚਾਉਣਾ, ਕਿਉਂਕਿ 99 ਨੂੰ ਨੁਕਸਾਨ ਹੋ ਰਿਹਾ ਫਿਰ ਉਹ। ਇਸ ਕਰਕੇ ਉਹ ਬਹੁਤ ਲੋੜ ਹੈ ਉਸ ਗੱਲ ਦੀ ਬਚਾਉਣ ਦੀ ਕਿ ਆਪਾਂ ਜਿਹੜੀ ਅਕਿਊਟ ਇਲਨੈਸ ਜਿਹੜੀ ਇਹਦੇ ਵਿੱਚ ਜਿਹੜੇ ਆਪਣੇ ਜਿਹੜੀ ਘਰੇਲੂ ਉਪਚਾਰ ਕਰਦੇ ਹੋਏ ਖਿਆਲ ਰੱਖਦੇ ਹੋਏ ਕਿ ਆਪਾਂ ਕੋਈ ਉਲਝ ਨਾ ਜਾਈਏ ਤਾਂ ਉਹ ਐਂਟੀਬਾਇਓਟਿਕ ਤੋਂ ਜ਼ਰੂਰ ਬਚਾਉਣਾ ਚਾਹੀਦਾ। ਅਤੇ ਇਸ ਕਰਕੇ ਆਪਾਂ ਜਿਹੜਾ ਅਕਿਊਟ ਬਿਮਾਰੀਆਂ ਦੀ ਗੱਲ ਕਰਦੇ ਸੀਗੇ ਕਿ ਅਕਿਊਟ ਬਿਮਾਰੀਆਂ ਦੇ ਵਿੱਚ ਆਪਾਂ ਜਿਹਨੂੰ ਸਮਰੀ ਕਰੀਏ, ਨਟਸ਼ੈਲ ਕਰੀਏ, ਸੰਖੇਪ ਕਰੀਏ, ਕਿਉਂਕਿ ਆਪਾਂ ਨੂੰ ਸੰਖੇਪ 'ਚ ਵੀ ਕੰਕਲੂਡ ਕਰਨਾ ਵੀ ਬਹੁਤ ਜ਼ਰੂਰੀ ਹੈ ਕਿ ਪਹਿਲੀ ਗੱਲ ਤਾਂ ਜਦੋਂ ਵੀ ਕੋਈ ਅਕਿਊਟ ਇਲਨੈਸ ਆਉਂਦੀ ਹੈ ਤਾਂ ਪਹਿਲਾਂ ਤਾਂ ਇਹ ਦੇਖੋ ਵੀ ਇਹ ਆਈ ਹੈ ਤਾਂ ਕੀ ਮੈਸੇਜ ਲੈ ਕੇ ਆਈ ਹੈ। ਜ਼ੁਕਾਮ ਆਇਆ, ਬਹੁਤ ਪਿਆਰਾ ਮੈਸੇਜ ਹੈ ਕਿ ਤੁਹਾਡੀ ਬਾਡੀ ਵੀਕ ਸੀਗੀ, ਉਹ ਬਾਡੀ ਨੇ ਤੁਹਾਨੂੰ ਸਟਰੋਂਗ ਕਰਨ ਵਾਸਤੇ ਜ਼ੁਕਾਮ ਲਾਇਆ ਅਤੇ ਉਹਨੂੰ ਹੋਣ ਦਿਓ। ਬਸ ਆਪਣੇ ਰਿਲੀਫ ਬੜੀ ਹਲਕੀਆਂ ਫੁਲਕੀਆਂ ਚੀਜ਼ਾਂ ਵਰਤੋ, ਖਾਣਾ ਪੀਣਾ ਬਦਲ ਲਓ, ਗਰਾਰੇ ਕਰ ਲਓ, ਭਾਫ਼ ਲੈ ਲਓ, ਸੁੰਡ ਲੈ ਲਓ। ਜਿਵੇਂ ਮੁਬਾਰਕ ਦੇ 'ਚ ਆਪਾਂ ਸੁੰਡ ਦਾ ਰੈਫਰੈਂਸ ਦੇਣਾ ਭੁੱਲ ਗਏ। ਸੁੰਡ ਨੂੰ 2 ਤਰੀਕੇ ਲਿਆ ਜਾ ਸਕਦਾ ਹੈ, ਨਸਵਾਰ ਦੇ ਤੌਰ 'ਤੇ 2 ਨੱਕ 'ਚੋਂ ਖਿੱਚ ਲੈਣਾ, ਹਾਂ ਨਸਵਾਰ ਨੂੰ ਖਿੱਚਣਾ, ਹਾਂ ਚੁਟਕੀ 'ਚ ਲੈ ਕੇ ਕਣਕ ਦੇ ਦਾਣੇ ਜਿੰਨਾ ਉਹਨੂੰ ਇੱਕ ਨੱਕ 'ਚੋਂ ਸੁੰਘ ਲਓ, ਫਿਰ ਦੂਜੀ ਚੁਟਕੀ ਲੈ ਕੇ ਦੂਜੇ ਨੱਕ 'ਚੋਂ ਸੁੰਘ ਲਓ, ਫਿਰ ਨੱਕ ਨੂੰ ਮਲ ਲਓ। ਜ਼ੁਕਾਮ ਦੇ ਵਿੱਚ ਛਿੱਕਾਂ ਵੀ ਲੱਗੀਆਂ ਹੋਣ ਤਾਂ ਵੀ, ਛਿੱਕਾਂ ਵੀ ਲੱਗੀਆਂ ਤਾਂ ਵੀ ਛਿੱਕਾਂ 'ਚ ਵੀ ਲੈ ਸਕਦੇ ਹਾਂ। ਐਂਟੀਵਾਇਰਲ ਵੰਡਰਫੁੱਲ ਹੈ, ਵੰਡਰਫੁੱਲ ਐਂਟੀਵਾਇਰਲ ਹੈ। ਇਹ 2 ਟਾਈਮ ਦਿਨ 'ਚ ਕਰ ਲਓ। ਜਦੋਂ ਤੁਹਾਨੂੰ ਫਲੂ ਦੇ ਸਿੰਪਟਮ ਆ ਰਹੇ ਆ ਤਾਂ 2 ਟਾਈਮ ਤੁਸੀਂ ਜਿਹੜੀ ਸੁੰਡ ਸੁੰਘ ਲਓ ਅਤੇ 2 ਟਾਈਮ ਫਿਰ ਸੁੰਡ ਜੀਭ 'ਤੇ ਰੱਖ ਲਓ। ਜੀਭ 'ਤੇ ਕਦੋਂ ਰੱਖਣੀ ਹੈ? ਖਾਣਾ ਖਾਣ ਤੋਂ ਬਾਅਦ। ਅਤੇ ਸੁੰਘਣੀ ਕਦੋਂ ਹੈ? ਖਾਣਾ ਖਾਣ ਤੋਂ ਪਹਿਲਾਂ। ਜੀਭ 'ਤੇ ਕਿੰਨੀ ਕੁ ਰੱਖਣੀ? ਚੌਥਾ ਹਿੱਸਾ ਚਮਚ ਦਾ, ਚਮਚ ਦਾ ਚੌਥਾ ਹਿੱਸਾ। ਉਹ ਥੋੜ੍ਹੀ ਤਿੱਖੀ ਹੁੰਦੀ ਹੈ, ਜ਼ਿਆਦਾ ਰੱਖਾਂਗੇ ਤਾਂ ਫਿਰ ਉਹ ਕਈ ਵਾਰੀ ਖਾਂਸੀ ਆ ਜਾਂਦੀ ਹੈ। ਤਾਂ ਚੌਥਾ ਕਿਸੇ ਨਹੀਂ ਬਸ ਜੀਭ 'ਤੇ ਰੱਖਣੀ ਹੈ, ਮੂੰਹ 'ਚ ਰੱਖਣੀ ਹੈ।
ਮੂੰਹ 'ਚ ਘੁਲ ਕੇ ਜਾਊਗੀ, ਉਹ ਘੁਲ ਕੇ ਜਾਊਗੀ, ਐ ਨਹੀਂ ਲਗਾਉਣੀ, ਪਾਣੀ ਨਾਲ ਨਹੀਂ ਲਗਾਉਣੀ, ਘੁਲ ਕੇ ਜਾਵੇ, ਕਿਉਂਕਿ ਅਸੀਂ ਲੋਕਲ ਇਫੈਕਟ ਚਾਹੁੰਦੇ ਉਹਦਾ। ਅਸੀਂ ਚਾਹੁੰਦੇ ਕਿ ਸਾਰਾ ਸਾਰਾ ENT ਸਿਸਟਮ ਆ ਉਹ ਸੁੰਡ ਉਹਨਾਂ ਦੇ 'ਚ ਜਜ਼ਬ ਹੋ ਜਾਵੇ, ਕਿਉਂਕਿ ਪਹਿਲਾਂ ਵਾਇਰਸ ਨੇ ਉੱਥੇ ਰੁਕਣਾ, ਉੱਥੇ ਰੁਕ ਕੇ ਅਸੀਂ ਚਾਹੁੰਦੇ ਕਿ ਵਾਇਰਸ ਬਹੁਤ ਤੇਜ਼ੀ ਨਾਲ ਮਲਟੀਪਲਾਈ ਨਾ ਕਰੇ। ਵਾਇਰਸ ਫਿਰ ਵੀ ਤਾਂ ਮਲਟੀਪਲਾਈ ਕਰੇਗੀ, ਪਰ ਸਲੋ ਹੋ ਜਾਏਗੀ ਮਲਟੀਪਲੀਕੇਸ਼ਨ ਉਹਦੀ। ਅਤੇ ਉਦੋਂ ਦਾ ਕੀ ਹੋਊਗਾ ਕਿ ਸਾਡਾ ਅੰਦਰੋਂ ਮਤਲਬ ਇਸ ਤੋਂ ਪਹਿਲਾਂ ਕਿ ਸਾਡਾ ਵਾਇਰਸ ਬਹੁਤ ਤੇਜ਼ੀ ਨਾਲ ਮਲਟੀਪਲਾਈ ਕਰੇ, ਸਾਡਾ ਡਿਫੈਂਸ ਸਿਸਟਮ ਪਹਿਲਾਂ ਤਕੜਾ ਹੋਣਾ ਚਾਹੀਦਾ। ਅਸੀਂ ਉਹਦੀ ਮਲਟੀਪਲੀਕੇਸ਼ਨ ਨੂੰ ਸਲੋ ਕਰਕੇ ਆਪਣੇ ਇਮਿਊਨ ਸਿਸਟਮ ਨੂੰ ਟਾਈਮ ਦੇ ਰਹੇ ਹਾਂ ਕਿ ਤੂੰ ਆ ਜਾ, ਤਾਂ ਕਿ ਕੋਈ ਸੀਰੀਅਸ ਇਲਨੈਸ ਨਾ ਹੋਵੇ। ਜੇ ਕਈ ਵਾਰੀ ਵਾਇਰਸ ਐਨੀ ਤੇਜ਼ੀ ਨਾਲ ਮਲਟੀਪਲਾਈ ਕਰਦੀ ਹੈ ਕਿ ਤੁਹਾਡੇ ਇਮਿਊਨ ਸਿਸਟਮ ਨੂੰ ਸੰਭਲਣ ਦਾ ਟਾਈਮ ਨਹੀਂ ਮਿਲਦਾ, ਫਿਰ ਦਿੱਕਤ ਆਉਂਦੀ ਹੈ। ਉਹ ਹੁੰਦਾ ਉਸ ਕੇਸ 'ਚ ਹੀ ਆ ਜਿਹਨੂੰ ਕੋਈ ਨਾਲ ਕੋਮੋਰਬਿਡਿਟੀ, ਜਿਹਨੂੰ ਆਪਾਂ ਕਹਿੰਦੇ ਹਾਂ ਕਿ ਹੋਰ ਬਿਮਾਰੀ ਹੁੰਦੀ ਹੈ, ਸ਼ੂਗਰ ਹੁੰਦੀ ਹੈ, HIV ਹੁੰਦੀ ਹੈ, ਕੋਈ ਹੋਰ ਇਮਿਊਨਿਟੀ ਦੀ ਕੋਈ ਦਿੱਕਤ ਆਉਂਦੀ ਹੈ। ਆਮ ਤੌਰ 'ਤੇ ਜਿਹੜੀ ਵਾਇਰਸ ਹੈ ਉਹ ਠੀਕ ਹੁੰਦੀ ਹੈ। ਸੁੰਡ ਜਿਹੜੀ ਹੈ ਉਹ ਇਸ ਲਈ ਬਹੁਤ ਵਧੀਆ ਟੂਲ ਹੈ। ਤੋ ਇੱਦਾਂ ਦੇ ਸੁੰਡ ਹੋ ਗਈ, ਫਿਰ ਤੁਹਾਡੇ ਭਾਫ ਹੋ ਗਈ। ਭਾਫ ਦੇ ਮਲਟੀਪਲ ਗੁਣ ਨੇ। ਗਰਮ ਹੈ ਭਾਫ, ਵਾਇਰਸ ਦੀ ਮਲਟੀਪਲੀਕੇਸ਼ਨ ਨੂੰ ਸਲੋ ਕਰੇਗੀ। ਦੂਜੀ ਗੱਲ, ਉਹਦੇ ਨਾਲ ਭਾਫ ਦੇ ਨਾਲ ਜਿਹੜਾ ਚਿਪਚਿਪਾਹਟ ਹੈ ਰੈਸਪੀਰੇਟਰੀ ਪੈਸੇਜਸ ਦੀ, ਸਾਹ ਪ੍ਰਣਾਲੀ ਦੀ, ਉਹ ਪਤਲੀ ਹੋ ਕੇ ਪਾਣੀ ਵਾਂਗੂ ਬਾਹਰ ਨਿਕਲ ਜਾਏਗੀ, ਸਾਫ਼ ਹੋ ਜਾਣਗੇ, ਫੇਫੜੇ ਸਾਫ਼ ਹੋ ਜਾਣਗੇ, ਤੁਹਾਡੇ ਅੰਦਰ ਕੋਈ ਬਲਗਮ ਜੰਮੇਗੀ ਨਹੀਂ ਤਾਂ ਤੁਹਾਡਾ ਕੁਛ ਵਿਗੜਦਾ ਨਹੀਂ ਹੈ। ਸਿਰਫ ਫੇਫੜਿਆਂ ਦਾ ਉਦੋਂ ਕੁਛ ਵਿਗੜਦਾ ਜਦੋਂ ਤੁਹਾਡੇ ਅੰਦਰ ਜਾ ਕੇ ਬਲਗਮ ਜੰਮ ਜਾਂਦੀ ਹੈ ਤਾਂ ਨਿਕਲਦੀ ਨਹੀਂ ਹੈ। ਉਹਦੇ ਲਈ ਜਿਹੜਾ ਹੈ ਉਹ ਕੁਛ ਇਹੋ ਜਿਹੇ ਆਯੁਰਵੈਦਿਕ ਦੇ ਅੰਦਰ ਮੈਡੀਸਨਸ ਵੀ ਹੈਗੀਆਂ ਨੇ ਜਿਹੜੀਆਂ ਕਿ ਬਾਹਰ ਕੱਢਦੀਆਂ ਨੇ, ਜਿਵੇਂ ਮੁਲੱਠੀ ਹੈ ਉਦਾਹਰਨ ਦੇ ਤੌਰ 'ਤੇ, ਮੂੰਹ 'ਚ ਮੁਲੱਠੀ ਰੱਖਣਾ ਇਹ ਹੈ। ਅਤੇ ਇਹ ਅਕਿਊਟ ਜਿਹੜੀ ਰੈਸਪੀਰੇਟਰੀ ਇਲਨੈਸ ਨੇ, ਇਹਦੇ ਅੰਦਰ 2-3 ਹੋਰ ਟੂਲਸ ਬਹੁਤ ਦੁਨੀਆ ਜਿਹੜੇ ਵਰਤੇ ਜਾਂਦੇ। ਇੱਕ ਹੈ ਲਸਣ ਮੂੰਹ 'ਚ ਰੱਖਣਾ। ਲਸਣ ਦੀ ਇੱਕ ਗੱਠੀ ਅਗਰ ਤੁਸੀਂ ਮੂੰਹ 'ਚ ਰੱਖ ਲਓ ਅਤੇ ਮੂੰਹ 'ਚ ਹੀ ਘੋਲ ਦਿਓ ਉਹਨੂੰ, ਇੱਕ ਕਲਵ, ਅਤੇ ਜਿਹਨੂੰ ਕਹਿੰਦੇ ਤੁਰੀ ਕਹਿੰਦੇ ਆਪਾਂ, ਇੱਕ ਤੁਰੀ ਮੂੰਹ 'ਚ ਰੱਖ ਕੇ ਤੇ ਉਹਨੂੰ ਮੂੰਹ 'ਚ ਹੀ ਘੋਲ ਦਿਓ ਨਿੱਕੀ ਬਾਈਟ ਕਰਕੇ, ਤਾਂ ਉਹ ਕੀ ਹੁੰਦਾ ਕਿ ਉਹ ਮੂੰਹ 'ਚ ਘੁਲ ਜਾਂਦੀ ਹੈ ਅਤੇ ਉਹ ਉੱਥੇ ਲੋਕਲ ਵੀ ਬਹੁਤ ਵਧੀਆ ਇਫੈਕਟ ਕਰਦੀ ਹੈ, ਅਤੇ ਅਦਰਵਾਈਜ਼ ਵੀ ਪੂਰੀ ਇਮਿਊਨਿਟੀ ਨੂੰ ਚੱਕਦੀ ਹੈ। ਸਿਮਿਲਰਲੀ ਅਦਰਕ, ਜਿਵੇਂ ਸੁੰਡ ਲਈ ਆਪਾਂ ਨੇ ਅਦਰਕ ਮੂੰਹ 'ਚ ਰੱਖ ਸਕਦੇ ਹਾਂ। ਅਦਰਕ ਅਤੇ ਸੁੰਡ ਇੱਕੋ ਹੀ ਗੱਲ ਹੈ। ਅਦਰਕ ਫਰੈਸ਼ ਹੈ, ਸੁੰਡ ਉਹਦਾ ਡਰਾਈਡ ਪਾਊਡਰ ਹੈ। ਤਾਂ ਇਹ ਜਿਹੜਾ ਅਦਰਕ ਰੱਖਣ ਦਾ ਵਰਤਾਰਾ ਬਹੁਤ ਕਮਾਲ ਦਾ। ਮੂੰਹ 'ਚ ਅਦਰਕ ਰੱਖ ਲਓ, ਉਸ ਤੋਂ ਬਾਅਦ ਲੌਂਗ ਰੱਖ ਲਓ, ਛੋਟੀ ਇਲਾਚੀ ਰੱਖ ਲਓ, ਕਾਲੀ ਮਿਰਚ ਰੱਖ ਲਓ। ਕਾਲੀ ਮਿਰਚ ਮੂੰਹ 'ਚ ਰੱਖੋ ਅਤੇ ਉਹਨੂੰ ਮਾੜਾ ਦੰਦ ਜਿਹਾ ਮਾਰ ਛੱਡੋ। ਤਾਂ ਇਹ ਸਾਰੀਆਂ ਚੀਜ਼ਾਂ ਆਪਣੀਆਂ ਵੰਡਰਫੁਲ ਟੂਲਸ ਨੇ ਸਾਡੇ ਵਾਸਤੇ ਕਿ ਉਸ ਥਾਂ 'ਤੇ ਮੂੰਹ ਦੇ ਅੰਦਰ ਜਦੋਂ ਵਾਇਰਸ 1 ਜਾਂ 2 ਦਿਨ ਮੂੰਹ 'ਚ ਟਿਕਦੀ, ਪਹਿਲਾਂ ਫਿਰ ਖੂਨ 'ਚ ਜਾਂਦੀ ਹੈ। ਜਦੋਂ ਜ਼ਿਆਦਾ ਮਾਤਰਾ ਹੋ ਜਾਂਦੀ ਵਾਇਰਸ ਦੀ, ਉਦੋਂ ਫਿਰ ਖੂਨ 'ਚ ਜਾਂਦੀ ਹੈ। ਜਦੋਂ ਖੂਨ 'ਚ ਜਾਂਦੀ ਫਿਰ ਬੁਖਾਰ ਹੁੰਦਾ। ਬੁਖਾਰ ਕਦੋਂ ਹੋਣਾ? ਜਦੋਂ ਵਾਇਰਸ ਨੇ ਵੱਡੀ ਮਾਤਰਾ 'ਚ ਹਮਲੇ ਦੇ ਤੌਰ 'ਤੇ ਟਿੱਡੀ ਦਾ ਵਾਂਗੂ ਪੂਰਾ ਅੰਦਰ ਖੂਨ 'ਤੇ ਜਾ ਕੇ ਖੂਨ 'ਚ ਵੜਨਾ। ਇੱਕ ਬੜਾ ਸਵਾਲ ਆਇਆ ਮੇਰੇ ਦਿਮਾਗ 'ਚ, ਜੇ ਮੰਨ ਲਓ ਮੂੰਹ 'ਚ ਵਾਇਰਸ ਆ ਗਿਆ, ਇਹਦਾ ਕੋਈ ਸਾਈਨ ਹੁੰਦਾ ਵੀ ਮੂੰਹ 'ਚ ਵਾਇਰਸ ਹੈਗਾ ਤਾਂ ਆਪਾਂ ਅੱਗੇ ਜਾਣ ਹੀ ਨਾ ਦੀ, ਉਸ ਤੋਂ ਪਹਿਲਾਂ ਹੀ ਆਪਾਂ ਕੰਮ ਕਰ ਲਈਏ? ਮੂੰਹ 'ਚ ਫੀਲਿੰਗ ਹੋਣੀ ਸ਼ੁਰੂ ਹੋ ਜਾਂਦੀ ਹੈ। ਹਾਂ, ਮੈਨੂੰ ਹੁਣ ਤਾਂ ਇੰਨਾ ਤਜਰਬਾ ਹੋ ਗਿਆ ਕਿ ਪਹਿਲੇ ਦਿਨ ਪਤਾ ਲੱਗ ਜਾਂਦਾ ਵੀ ਇਹ ਵਾਇਰਲ ਆਊਗਾ। ਉਹ ਇੱਕ ਮੂੰਹ 'ਚ ਅਜੀਬ ਜਿਹੀ ਫੀਲਿੰਗ ਆ ਜਾਂਦੀ ਹੈ ਤੁਹਾਨੂੰ, ਗਲੇ 'ਚ, ਮੂੰਹ 'ਚ, ਜਿਹਨੂੰ ਕਹਿੰਦੇ ਆ ਕੁਰਕਰੀ ਜੇ ਖਾਸ ਕਿਸਮ ਦੀ ਫੀਲਿੰਗ ਹੁੰਦੀ ਆ, ਆਮ ਜੀ ਨਹੀਂ ਫੀਲਿੰਗ ਹੁੰਦੀ। ਤਾਂ ਉਹ ਜਿੱਦਣ ਉਹ ਫੀਲਿੰਗ ਹੋਣ ਲੱਗੇ ਉਦੋਂ ਹੀ ਸ਼ੁਰੂ ਕਰ ਲਓ। ਗਲੋ ਖਾਣੀ ਸ਼ੁਰੂ ਕਰ ਦਿਓ, ਗਲੋ ਦਾ ਕਾੜਾ ਪੀਣਾ ਸ਼ੁਰੂ ਕਰ ਦਿਓ, ਤੁਲਸੀ ਦਾ ਕਾੜਾ ਪੀ ਲਓ। ਤੁਲਸੀ ਦਾ ਵੀ ਆਉਂਦਾ ਹੈਗਾ, ਹਾਂ, ਡਰੋਪਸ ਵੀ ਠੀਕ ਨੇ। ਡਰੋਪਸ ਨਾਲੋਂ ਫਰੈਸ਼ ਜਿਹੜਾ ਹੁੰਦਾ, ਫਰੈਸ਼ ਜ਼ਿਆਦਾ ਬੈਟਰ ਹੁੰਦਾ। ਜਿੰਨੇ ਪਲਾਂਟਸ ਨੇ ਇਹ ਫਰੈਸ਼ ਬਹੁਤ ਜ਼ਿਆਦਾ ਇਫੈਕਟਿਵ ਹੁੰਦੇ ਆ। ਉਸ ਤੋਂ ਬਾਅਦ 2 ਨੰਬਰ 'ਤੇ ਤੁਸੀਂ ਲੈਣਾ ਤਾਂ ਹੋਲ ਪਲਾਂਟਸ, ਸੁੱਕੇ ਹੋਏ, ਚਾਹੇ ਪੱਤੇ ਆ ਜਾਂ ਫਰੂਟ ਹੈ ਜਾਂ ਸੀਡ ਹੈ, ਸੁੱਕਿਆ ਹੋਇਆ, ਪਹਿਲਾਂ ਹੋਲ, ਐਕਸਟ੍ਰੈਕਟ ਨਹੀਂ। ਇਹ ਜਿਹੜੇ ਡਰੋਪਸ ਹੁੰਦੇ ਆ ਫਿਰ ਇਹ ਅੱਗੇ ਠੀਕ ਹੈ, ਰੈਡੀਮੇਡ ਨੇ, ਨਾ ਕਰਨ ਨਾਲੋਂ ਵਧੀਆ, ਲੇਕਿਨ ਸਭ ਤੋਂ ਜ਼ਿਆਦਾ ਵਧੀਆ ਜਿਹੜਾ ਹੁੰਦਾ ਤਾਜ਼ਾ ਫਿਰ ਸੁੱਕਿਆ ਹੋਇਆ। ਤਾਂ ਪਲਾਂਟਸ ਨੂੰ ਐਸਾ ਚੂਜ਼ ਕਰਨਾ ਚਾਹੀਦਾ। ਕਾੜ੍ਹੇ ਦੇ ਤੌਰ 'ਤੇ ਆਪਣੇ ਕੋਲ ਤੁਲਸੀ ਹੈ, ਲੌਂਗ ਹੈ, ਮੋਟੀ ਇਲਾਚੀ ਹੈ, ਦਾਲਚੀਨੀ ਹੈ, ਥੋੜ੍ਹੇ ਸੌਂਫ ਨੇ, ਇਹ ਸਾਰੀ ਚੀਜ਼ਾਂ ਜਿਹੜੀਆਂ ਨੇ, ਲੈਮਨ ਗ੍ਰਾਸ ਹੈ,
ਇਹ ਸਾਰੀ ਜਿਹੜੀਆਂ ਨੇ ਇਹ ਵਾਇਰਲ ਫੀਵਰ ਦੇ ਅੰਦਰ ਵਧੀਆ ਚੀਜ਼ਾਂ ਦੇ ਅਲੱਗ-ਅਲੱਗ ਕੰਬੀਨੇਸ਼ਨ ਬਣਾ ਸਕਦੇ ਹੋ ਤੁਸੀਂ, ਲੱਗ ਜਿਵੇਂ ਤੁਹਾਡਾ ਟੇਸਟ ਹੈ, ਜਿੱਦਾਂ ਦਾ ਟੇਸਟ ਹੈ ਉਦੋਂ ਦੇ ਬਣਾ ਸਕਦੇ ਹੋ। ਤਾਂ ਇਹ ਕਿਊਟ ਫੀਵਰਸ ਪ੍ਰਤੀ ਇੱਦਾਂ ਦਾ ਐਟੀਟਿਊਡ ਰੱਖਣਾ ਚਾਹੀਦਾ। ਇਹ 'ਚ ਖਾਸ ਕਰਕੇ ਐਲੋਪੈਥੀ ਦਵਾਈ ਜਿਹੜੀ ਐਂਟੀਬਾਇਓਟਿਕਸ ਨਹੀਂ ਯੂਜ਼ ਕਰਨੇ ਚਾਹੀਦੇ, ਔਰ ਜਿਹੜੇ ਬੁਖਾਰ ਉਤਾਰਨ ਦੇ ਨਹੀਂ ਯੂਜ਼ ਕਰਨੇ ਚਾਹੀਦੇ। ਜੇ ਕੋਈ ਦਵਾਈ ਯੂਜ਼ ਕਰਨੀ ਹੈ ਤਾਂ ਬਲਗਮ ਬਾਹਰ ਕੱਢਣ ਵਾਲੀ ਦਵਾਈ ਤਾਂ ਯੂਜ਼ ਕਰ ਲਓ, ਚਾਹੇ ਉਹ ਹਰਬਲ ਬਹੁਤ ਅੱਛੀਆਂ ਨੇ ਐਲੋਪੈਥੀ ਦੇ ਮੁਕਾਬਲੇ 'ਚ, ਉਹ ਬਾਹਰ ਕੱਢਣ ਵਾਲੀ ਯੂਜ਼ ਕਰ ਲਓ। ਹਿਮਾਲਿਆ ਦੀ ਆਉਂਦੀ, ਬ੍ਰਿਸੋਲ ਆਉਂਦੀ ਹੈ, ਕਿੰਨੀਆਂ ਹੀ ਹੋਰ ਨੇ ਜਿਹੜੀਆਂ ਹਰਬਲ ਦੀਆਂ ਤੁਹਾਡੀਆਂ, ਉਹ ਹੁੰਦੀ ਆਹੀ ਕੁਛ ਉਹ 'ਚ। ਮਲੱਠੀ ਮੂੰਹ 'ਚ ਰੱਖ ਸਕਦੇ ਹੋ, ਮਲੱਠੀ ਬੜੀ ਵੰਡਰਫੁਲ ਬਲਗਮ ਪਤਲਾ ਕਰਨ ਲਈ। ਮਲੱਠੀ ਦੀ ਥੋੜ੍ਹੀ ਪ੍ਰੋਬਲਮ ਹੁੰਦੀ ਹੈ, ਮਲੱਠੀ ਹਾਰਟ ਦੇ ਉੱਪਰ ਵੀ ਅਸਰ ਕਰਦੀ ਹੈ। ਜੇ ਤੁਸੀਂ ਇੱਕਦਮ ਚੱਬੋਗੇ ਉਹਨੂੰ, ਫਿਰ ਇੱਕਦਮ ਥੋੜ੍ਹਾ ਅੱਛੀ ਲੱਗ ਜਾਏਗੀ ਤੁਹਾਨੂੰ, ਜਾਂ ਹਾਰਟ ਥੋੜ੍ਹਾ ਵੱਧ ਘੱਟ ਚੱਲ ਸਕਦਾ। ਉਹਦਾ ਇੱਕ ਬੈਸਟ ਫਾਰਮੂਲਾ ਹੁੰਦਾ, ਤੂੰ ਉਹਨੂੰ ਛੋਟੇ ਜਿਹਾ ਟੁਕੜਾ ਲੈ ਕੇ ਮੂੰਹ 'ਚ ਚੁੱਸੋ, ਸਿਰਫ ਚੱਬੋ ਨੂੰ, 1 ਇੰਚ ਤੋਂ ਵੀ ਘੱਟ, ਹਾਂ ਅੱਧੇ ਇੰਚ ਦਾ ਟੁਕੜਾ ਬਾਹਰ ਰੱਖੋ, ਥੋੜ੍ਹਾ ਥੋੜ੍ਹਾ ਰੱਖੋ, ਬਾਅਦ 'ਚ ਮੁੱਕ ਜੇ ਹੋਰ ਰੱਖ ਲਓ, ਲੇਕਿਨ ਐਟ ਅ ਟਾਈਮ ਇੱਕਦਮ ਉਹਨੂੰ ਨਾ ਲਾਓ, ਇੱਕਦਮ ਨਾ ਚਬਾਓ। ਇੱਕਦਮ ਚਬਾਉਣ ਨਾਲ ਕਿਉਂਕਿ ਉਹਦੇ ਅੰਦਰ ਜਿਹੜੇ ਕੁਛ ਉਹਦੇ ਕੈਮੀਕਲਸ ਨੇ, ਉਹਦਾ ਹਾਰਟ ਦੇ ਉੱਪਰ ਵੀ ਅਸਰ ਹੈ। ਉਹ ਫਿਰ ਤੁਹਾਨੂੰ ਹੁੰਦਾ ਕੁਛ ਨਹੀਂ ਉਹਦੇ ਨਾਲ, ਲੇਕਿਨ ਜੋ ਹਾਰਟ ਦਾ ਮਰੀਜ਼ ਆ ਉਹਨੂੰ ਜ਼ਿਆਦਾ ਪ੍ਰੋਬਲਮ ਹੋ ਸਕਦੀ ਹੈ, ਜਾਂ ਥੋੜ੍ਹੀ ਜਿਹੀ ਇਰੈਗੂਲਰਿਟੀ ਆ ਸਕਦੀ ਹਾਰਟ ਦੀ। ਲੇਕਿਨ ਹਲਦੀ ਇਹਦਾ ਮਲੱਠੀ ਦਾ ਤਰੀਕਾ ਲੈਣ ਦਾ, ਨਿੱਕਾ ਜਿਹਾ ਪੀਸ ਲੈ ਕੇ ਉਹਨੂੰ ਮੂੰਹ 'ਚ ਰੱਖ ਛੱਡੋ, ਜਦੋਂ ਉਹ ਘੁਲ ਗਿਆ ਹੋਰ ਰੱਖ ਲਓ। ਤਾਂ ਬੜੀ ਵੰਡਰਫੁਲ ਚੀਜ਼ ਹੈ। ਪੁਰਾਣੇ ਜ਼ਮਾਨੇ 'ਚ ਮਲੱਠੀ 'ਤੇ ਮਿਸ਼ਰੀ ਰੱਖਦੇ ਹੁੰਦੇ ਸੀਗੇ, ਮਿਸ਼ਰੀ ਰੱਖ ਲੈਂਦੇ ਹੁੰਦੇ ਸੀਗੇ। ਈਵਨ ਗੁੜ, ਜੇ ਕੁਛ ਨਾ ਮਿਲੇ ਗੁੜ ਮੂੰਹ 'ਚ ਰੱਖ ਲਓ, ਗੁੜ ਦਾ ਟੁਕੜਾ ਮੂੰਹ 'ਚ ਰੱਖ ਲਓ, ਉਹਦੇ ਨਾਲ ਵੀ ਇੱਕ ਵਾਰੀ ਖਾਂਸੀ ਜੀ ਠੀਕ ਹੋ ਜਾਂਦੀ ਹੈ। ਤਾਂ ਇੱਦਾਂ ਬਹੁਤ ਕੁਛ ਟੂਲਸ ਹੈਗੇ ਆ। ਹਾਂ, ਹਰਬਲ 'ਚ ਵੀ ਟੂਲ ਹੈਗੇ ਆ, ਹੁਣ ਐਲੋਪੈਥੀ ਵਾਲਿਆਂ ਨੇ ਵੀ ਬਣਾਏ ਆ, ਲੇਕਿਨ ਐਲੋਪੈਥੀ ਦੇ ਟੂਲ ਜਿਹੜੇ ਕੈਮੀਕਲ ਬੇਸਡ ਨੇ, ਉਹ ਕੈਮੀਕਲ ਬੇਸ ਤਾਂ ਅਵੋਇਡ ਹੀ ਕਰਨੇ ਚਾਹੀਦੇ। ਜਿੰਨੇ ਕੈਮੀਕਲ ਦਾ ਆਲਰੇਡੀ ਵਰਤਾਰਾ ਸਾਡੇ ਆਲੇ ਦੁਆਲੇ ਇੰਨਾ ਜ਼ਿਆਦਾ ਹੈ ਕਿ ਅਸੀਂ ਸਾਡੀ ਬੋਡੀ 'ਤੇ ਸਾਰਾ ਕੁਛ ਕੈਮੀਕਲਾਂ ਨਾਲ ਭਰਿਆ ਪਿਆ, ਹਵਾ, ਪਾਣੀ, ਮਿੱਟੀ, ਖਾਣਾ, ਸਾਡੇ ਸਰੀਰ ਤੋਂ ਕੈਮੀਕਲਸ ਅਵੋਇਡ ਕਰਨੇ ਚਾਹੀਦੇ ਆ। ਜਿਹੜੇ ਮੈਨ ਮੇਡ ਕੈਮੀਕਲ ਨੇ, ਜਿਹੜੇ ਕੁਦਰਤੀ ਕੈਮੀਕਲ ਨੇ, ਕੁਦਰਤੀ ਫੂਡਸ ਨੇ, ਉਹ ਜ਼ਿਆਦਾ ਬੈਟਰ ਨੇ। ਬਹੁਤ ਧੰਨਵਾਦ ਡਾਕਟਰ ਸਾਹਿਬ। ਤੇ ਇਹ ਜਿਹੜੀ ਅੱਜ ਦੀ ਟ੍ਰੇਨਿੰਗ ਸੈਸ਼ਨ ਦੇ ਵਿੱਚ ਆਪਾਂ ਨੇ ਉਹ ਦੱਸਿਆ ਕਿ ਜੇਕਰ ਅਕਿਊਟ ਬਿਮਾਰੀਆਂ ਆਪਾਂ ਨੂੰ ਹੁੰਦੀਆਂ ਨੇ ਤੇ ਆਪਾਂ ਨੇ ਉਸ ਹਾਲਾਤ ਵਿੱਚ ਕੀ ਕਰਨਾ ਚਾਹੀਦਾ ਹੈ। ਅਗਲੇ ਸੈਸ਼ਨ ਦੇ ਵਿੱਚ ਮੈਂ ਤੁਹਾਡੇ ਤੋਂ ਇਹ ਜਾਣਕਾਰੀ ਪਬਲਿਕ ਦੇ ਹਿੱਤ ਦੇ ਵਿੱਚ ਲੈਣਾ ਚਾਹਾਂਗਾ ਕਿ ਜੇਕਰ ਆਪਾਂ ਅਕਿਊਟ ਬਿਮਾਰੀਆਂ ਨੂੰ ਇਗਨੋਰ ਕਰਦੇ ਹਾਂ ਤੇ ਉਸ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਹਾਂ ਤੇ ਉਹਨਾਂ ਹਾਲਾਤਾਂ ਦੇ ਵਿੱਚ ਆਪਾਂ ਫਿਰ ਕਿਹੜੀ ਕੰਡੀਸ਼ਨ 'ਚ ਪਹੁੰਚ ਜਾਵਾਂਗੇ, ਇਹ ਅਗਲੇ ਸੈਸ਼ਨ 'ਚ ਆਪਾਂ ਰੱਖਾਂਗੇ। ਤੇ ਮੈਂ ਤੁਹਾਡੇ ਤੋਂ ਸਵਾਲ ਵੀ ਮੰਗ ਲਈਏ ਮੇਰੇ ਖਿਆਲ 'ਚ ਆਪਾਂ ਵੀ ਕੋਈ ਅਕਿਊਟ ਇਲਨੈਸ ਦੇ ਮਾਮਲੇ 'ਚ ਸਪੈਸੀਫਿਕਲੀ ਸਵਾਲ ਪੁੱਛਣ, ਕਿਉਂਕਿ ਮੈਂ ਬੇਨਤੀ ਕਰੂੰਗਾ ਕਿ ਜਿਹੜੇ ਸਵਾਲ ਆਉਣ ਉਹ ਉਸੇ ਸੈਸ਼ਨ ਨਾਲ ਸੰਬੰਧਿਤ ਹੋਣ, ਜਨਰਲ ਸਵਾਲ ਨਾ ਆਉਣ। ਜਨਰਲ ਸਵਾਲ ਫਿਰ ਆਪਾਂ ਉਹ ਫਿਰ ਐਵੇਂ ਰੁੱਝ ਜਾਵਾਂਗੇ। ਤਾਂ ਅਕਿਊਟ ਬਿਮਾਰੀਆਂ ਦੇ ਨਾਲ ਸੰਬੰਧਿਤ ਜੋ ਵੀ ਸਵਾਲ ਹੋਣਗੇ ਆਪਾਂ ਅਗਲੇ ਸੈਸ਼ਨ 'ਚ ਲੈ ਲਾਂਗੇ, ਪਲੱਸ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਉਹ ਕਰ ਲਾਂਗੇ ਆਪਾਂ। ਮਤਲਬ ਜੀ ਇਹਦੇ 'ਚ ਇਹ ਹੋਊਗਾ ਕਿ ਜੇ ਅਸੀਂ ਉਹਨਾਂ ਰੋਗਾਂ ਨੂੰ ਦਵਾਈਆਂ ਐਲੋਪੈਥੀ ਦੀਆਂ ਜਾਂ ਹੋਰ ਦਵਾਈਆਂ ਲੈ ਕੇ ਦਬਾ ਲੈਂਦੇ ਹਾਂ, ਜੋ ਬੋਡੀ ਕਰਨਾ ਚਾਹ ਰਹੀ ਹੈ ਉਸ ਨੂੰ ਨਹੀਂ ਕਰਨ ਦਿੰਦੇ, ਤੇ ਫਿਰ ਉਹਨਾਂ ਹਾਲਾਤਾਂ 'ਚ ਕੀ ਹੋਏਗਾ ਉਹ ਆਪਾਂ ਅਗਲੇ ਸੈਸ਼ਨ 'ਚ ਲਵਾਂਗੇ। ਤੇ ਇਸ ਸੈਸ਼ਨ ਦੇ ਵਿੱਚ ਜੋ ਕੁਝ ਵੀ ਰਹਿ ਗਿਆ, ਜਿਹੜੇ ਅਸੀਂ ਨਹੀਂ ਪੁੱਛ ਸਕੇ, ਜਾਂ ਫਿਰ ਤੁਹਾਡੇ ਮਨ 'ਚ ਜੇ ਕੋਈ ਸਵਾਲ ਨੇ, ਉਹ ਤੁਸੀਂ ਸਾਨੂੰ ਸਾਡੇ ਕਮੈਂਟ ਬਾਕਸ ਦੇ ਵਿੱਚ ਲਿਖ ਕੇ ਸਵਾਲ ਜਿਹੜੇ ਉਹ ਸਾਨੂੰ ਪੁੱਛੋ। ਅਸੀਂ ਉਸ ਦਾ, ਮੈਂ ਡਾਕਟਰ ਅਮਰ ਸਿੰਘ ਆਜ਼ਾਦ ਤੋਂ ਉਹਨਾਂ ਸਵਾਲਾਂ ਦਾ ਤੁਹਾਡਾ ਨਾਮ ਲੈ ਕੇ, ਬਾਕਾਇਦਾ ਤੌਰ 'ਤੇ ਤੁਹਾਡਾ ਨਾਮ ਲੈ ਕੇ ਵੀ ਇਹ ਉਹਨਾਂ ਵੱਲੋਂ ਸਵਾਲ ਪੁੱਛਿਆ ਗਿਆ, ਤੇ ਉਹ ਸਵਾਲ ਜਿਹੜਾ ਡਾਕਟਰ ਅਮਰ ਸਿੰਘ ਆਜ਼ਾਦ ਤੋਂ ਪੁੱਛਿਆ ਜਾਏਗਾ ਤਾਂ ਉਹਦਾ ਹੱਲ ਤੁਹਾਡੇ ਨਾਮ ਦੇ ਉੱਤੇ ਹੀ ਕੀਤਾ ਜਾਏਗਾ। ਡਾਕਟਰ ਸਾਹਿਬ, ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ ਨਾਲ ਇੰਨੀ ਜਿਹੜੀ ਡੂੰਘੀ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ। ਸੋ ਟ੍ਰੇਨਿੰਗ ਸੈਸ਼ਨ ਦਾ ਪਹਿਲਾ ਵੀਡੀਓ ਤੁਸੀਂ ਦੇਖਿਆ ਵੀ ਕਿਹੜੇ ਢੰਗ ਨਾਲ ਅਸੀਂ ਜਿਹੜਾ ਉਹ ਇੱਕ ਚੀਜ਼ ਨੂੰ ਬੜੀ ਬਰੀਕੀ ਨਾਲ ਜਿਹੜੀ ਆ ਕੱਢਣ ਦੀ ਕੋਸ਼ਿਸ਼ ਕੀਤੀ ਹੈ। ਫਿਰ ਵੀ ਜਿਹੜਾ ਉਹ ਹਿਊਮਨ ਐਰਰ ਹੈ, ਬਹੁਤ ਸਾਰੇ ਸਵਾਲ ਜਿਹੜੇ ਨੇ ਉਹ ਮੈਂ ਵੀ ਸ਼ਾਇਦ ਨਾ ਪੁੱਛ ਸਕਿਆ ਹੋਵਾਂ, ਤੇ ਜੇਕਰ ਨਹੀਂ ਪੁੱਛ ਸਕਿਆ ਤਾਂ ਉਹਦੇ ਵਿੱਚ ਤੁਹਾਨੂੰ ਸੱਦਾ ਦਿੰਦਾ ਕਿ ਤੁਸੀਂ ਸਵਾਲ ਪੁੱਛੋ, ਲਿਖ ਕੇ ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਵਾਬ ਉਹਦੇ ਦਿਓ, ਸਾਨੂੰ ਸਵਾਲ ਪੁੱਛੋ, ਤੇ ਤੁਹਾਡੇ ਨਾਮ ਦੇ ਨਾਲ ਅਸੀਂ ਜਿਹੜਾ ਇਹਦੇ 'ਚ ਵੀਡੀਓ ਦੇ ਵਿੱਚ ਇਹਦੇ ਵਿੱਚ ਪੁੱਛ ਕੇ ਤੁਹਾਨੂੰ ਸਵਾਲ ਪੁੱਛਾਂਗੇ। ਆਪਣੇ ਸ਼ਹਿਰ ਦਾ ਨਾਮ ਜ਼ਰੂਰ ਵਿੱਚ ਨਾਲ ਲਿਖ ਦਿਓ, ਤੇ ਤਾਂ ਕਿ ਅਸੀਂ ਦੱਸੀਏ ਵੀ ਫਲਾਣੀ ਜਗ੍ਹਾ ਤੋਂ ਫਲਾਣਾ ਸਿੰਘ ਜਾਂ ਫਲਾਣੇ ਕੌਰ ਜਾਂ ਫਲਾਣੇ ਨੇ ਸਾਨੂੰ ਇਹ ਸਵਾਲ ਪੁੱਛਿਆ, ਤੇ ਉਹਦਾ ਜਿਹੜਾ ਅਸੀਂ ਉਹਨਾਂ ਨੂੰ, ਜੇ ਤੁਹਾਡੀ ਕੋਈ ਪਰਟੀਕੂਲਰ ਬਿਮਾਰੀ ਦੇ ਨਾਲ ਵੀ ਰਿਲੇਟਡ ਹੈਗਾ ਉਹ ਵੀ ਤੁਸੀਂ ਪੁੱਛ ਸਕਦੇ ਹੋ। ਉਸੇ ਅਕਿਊਟ ਬਿਮਾਰੀ ਦੇ ਨਾਲ ਤੁਹਾਨੂੰ ਕੁਝ ਹੋਰ ਵੀ ਹੈਗਾ ਤਾਂ ਉਹ ਵੀ ਤੁਸੀਂ ਪੁੱਛ ਸਕਦੇ ਹੋ, ਤਾਂ ਕਿ ਮੈਂ ਉਸ ਚੀਜ਼ ਨੂੰ ਕਲੀਅਰ ਕਰਵਾ ਸਕਾਂ। ਸੋ ਮੈਨੂੰ ਲੱਗਦਾ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਜਿਹੜਾ ਉਹ ਵਾਇਰਲ ਕਰਨਾ ਚਾਹੀਦਾ, ਵੱਧ ਤੋਂ ਵੱਧ ਸ਼ੇਅਰ ਕਰਨਾ ਚਾਹੀਦਾ, ਤਾਂ ਕਿ ਇਹ ਜਾਣਕਾਰੀਆਂ ਘਰ ਘਰ ਤੱਕ ਪਹੁੰਚਣ,
ਕਿ ਤਾਂ ਕਿ ਜਿਹੜੇ ਲੋਕ ਆਪਣੀਆਂ ਅਕਿਊਟ ਬਿਮਾਰੀਆਂ ਨੂੰ ਦਬਾ ਕੇ ਵੱਡੇ ਰੋਗਾਂ ਨੂੰ ਸੱਦਾ ਦੇ ਲੈਂਦੇ ਨੇ ਤੇ ਉਹ ਇਹਨਾਂ ਚੀਜ਼ਾਂ ਤੋਂ ਬਚ ਸਕਣ। ਤੇ ਨੰਬਰ 2 ਦੇ ਉੱਤੇ ਪਬਲਿਕ ਜਿਹੜੀ ਆ ਉਹ ਘਰ ਬੈਠੇ ਜਿਹੜੀ ਆ ਆਪਣਾ ਇਲਾਜ ਖੁਦ ਕਰ ਸਕਣ। ਸੋ ਮੈਨੂੰ ਉਮੀਦ ਹੈ ਕਿ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋਗੇ, ਸ਼ੇਅਰ ਕਰੋਗੇ ਤੇ ਇਹਦੇ ਤੇ ਕਮੈਂਟ ਕਰਕੇ ਆਪਣਾ ਜਿਹੜਾ ਉਹ ਇਹਦੇ ਤੇ ਸਾਨੂੰ ਆਪਣੇ ਰਾਏ ਜ਼ਰੂਰ ਦਿਓਗੇ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਅਗਲੀ ਵਾਰ ਫੇਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ, ਇੱਕ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।